ਜਿਸ ਮਹਿ ਅੰਮ੍ਰਿਤ ਗਿਆਨ ਹੈ। ਮਾਨਕ ਭਗਤ ਬੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਸਤਿਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਗ ਧਾਰ। ਦੋਹਰਾ ਪਿੰਗਲ ਪਰਬਤ ਪਰ ਚੜੈ ਗੁੰਗ ਹੋਏ ਬਾਚਾਲ। ਕਾਇਰ ਹੋਇ ਭਟ ਜੈ ਧਰੈ ਕਰੈ ਜੇ ਕਿਰਪਾ ਕਿਰਪਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਪਿੰਗਲ ਪਰਬਤ ਪਰ ਚੜੈ ਗੁੰਗ ਹੋਏ ਬਾਚਾਲ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਅਧਿਆਏ 12ਵਾਂ ਉਤਰਾਰਧ। ਕਵੀ ਸੰਤੋਖ ਸਿੰਘ ਜੀ ਮੰਗਲ ਕਰਦੇ ਹਨ। ਪਿੰਗਲ ਪਰਬਤ ਪਰ ਚੜੈ ਜੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਵੇ ਤਾਂ ਜਿਹੜਾ ਪਿੰਗਲ ਹੈ, ਪਿੰਗਲ ਜਿਹਦੀਆਂ ਲੱਤਾਂ ਨਹੀਂ ਚੱਲਦੀਆਂ, ਪਿੰਗਲ ਜਿਹਦੇ ਹੱਥ ਪੈਰ ਨਾ ਚੱਲਦੇ ਹੋਣ, ਕਹਿੰਦੇ ਉਹ ਵੀ ਪਰਬਤ ਚੜ ਜਾਂਦਾ ਹੈ। ਗੁੰਗ ਹੋਏ ਬਾਚਾਲ ਜਿਹੜਾ ਗੂੰਗਾ ਹੋਵੇ, ਜਿਹੜਾ ਮਿਊਟ ਹੋਵੇ, ਉਹ ਵੀ ਜਿਹੜਾ ਹੈ ਸੋਹਣੇ ਸੋਹਣੇ ਬਚਨ, ਔਖੇ ਔਖੇ ਲਫ਼ਜ਼ ਬੋਲਣ ਦੀ ਸਮਰੱਥਾ ਰੱਖਦਾ ਹੈ। ਕਾਇਰ ਹੋਇ ਭਟ ਜੈ ਧਰੈ ਜਿਹੜਾ ਡਰਪੋਕ ਹੈ ਉਹ ਵੀ ਵੱਡਾ ਸੂਰਮਾ ਬਣ ਕੇ ਵੱਡੇ ਵੱਡੇ ਸੂਰਮਿਆਂ ਨੂੰ ਮਾਰਨ ਜੋਗਾ ਹੋ ਜਾਂਦਾ ਹੈ। ਕਰੈ ਜੇ ਕਿਰਪਾ ਕਿਰਪਾਲ। ਬਸ ਇੱਕੋ ਸ਼ਰਤ ਹੈ, ਜੇ ਕਿਰਪਾ ਦਾ ਘਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੀ ਕਿਰਪਾ ਕਰ ਦੇਣ ਤਾਂ ਕੀ ਨਹੀਂ ਹੋ ਸਕਦਾ। ਇੱਥੇ 3 ਦ੍ਰਿਸ਼ਟਾਂਤ ਦੇ ਕੇ ਇਹ ਗੱਲ ਨੂੰ ਸਮਝਾਇਆ ਹੈ ਕਿ ਇਹ ਨਾਮੁਮਕਿਨ ਚੀਜ਼ਾਂ ਹਨ ਜਿਹੜੀਆਂ ਨਹੀਂ ਹੋ ਸਕਦੀਆਂ, ਪਰ ਜੇ ਗੁਰੂ ਦੀ ਕਿਰਪਾ ਹੋਵੇ, ਗੁਰੂ ਕਿਰਪਾ ਦੇ ਘਰ ਵਿੱਚ ਆ ਕੇ ਰਹਿਮਤਾਂ ਕਰ ਦੇਣ ਤਾਂ ਇਹ ਵੀ ਪੋਸੀਬਲ ਹੈ। ਇਹ ਸਭ ਕੁਝ ਹੋ ਸਕਦਾ ਹੈ। ਐਸੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵੱਡੀ ਕਿਰਪਾ ਹੈ। ਸ੍ਰੀ ਬਾਲਾ ਸੰਦਰ ਵਾਚ ਚੌਪੇ ਅਨੰਤ ਦੇਸ ਸਤਿਗੁਰੂ ਸਿਧਾਰੇ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਹੁਣ ਇੱਕ ਹੋਰ ਦੇਸ਼ ਵਿੱਚ ਮਹਾਰਾਜ ਨੇ ਜਾਣਾ ਕੀਤਾ। ਸੰਤ ਮੰਦ ਮਤ ਜਾਹੇ ਉਧਾਰੇ। ਜਿੱਥੇ ਲੋਕ ਐਸੇ ਸਨ, ਭੈੜੀ ਮੱਤ ਵਾਲੇ ਉੱਥੇ ਲੋਕ ਸਨ, ਜਿਹੜਿਆਂ ਦੀ ਮੱਤ ਜਿਹੜੀ ਹੈ ਬਿਲਕੁਲ ਪਰਮਾਤਮਾ ਤੋਂ ਨਾਸਤਕ ਸੀਗੀ, ਜੋ ਪਰਮਾਤਮਾ ਨੂੰ ਨਹੀਂ ਮੰਨਣ ਵਾਲੇ ਸਨ। ਸੰਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸੰਤ ਸੁਭਾਅ ਵਾਲੇ, ਉਹਨਾਂ ਦਾ ਉਧਾਰ ਕਰਨ ਵਾਸਤੇ ਜਾਂਦੇ ਹਨ। ਮੈਂ ਪੁੰਨ ਦੁਤੀਏ ਸੰਗ ਮਰਦਾਨਾ। ਭਾਈ ਬਾਲਾ ਜੀ ਕਹਿੰਦੇ ਇੱਕ ਮੈਂ ਸੀ ਤੇ ਦੂਜਾ ਮਰਦਾਨਾ ਸੀ ਸਾਡੇ ਨਾਲ, ਅਸੀਂ ਦੋਨੋਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸਾਂ। ਅਨੁਸਾਰੀਏ ਨ ਕਰਹਿ ਪਿਆਨਾ। ਅਸੀਂ ਹਮੇਸ਼ਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਨੁਸਾਰ ਹੀ ਰਹਿੰਦੇ ਹਾਂ। ਅਨਸਾਰੀ ਹੁੰਦਾ ਆਗਿਆਕਾਰੀ, ਜੋ ਮਹਾਰਾਜ ਦੀ ਆਗਿਆ ਵਿੱਚ, ਕਹਿੰਦੇ ਜਿਵੇਂ ਸਤਿਗੁਰੂ ਜੀ ਆਗਿਆ ਕਰਿਆ ਕਰਦੇ ਸਨ, ਅਸੀਂ ਉਹਨਾਂ ਦੀ ਆਗਿਆ ਵਿੱਚ ਰਹਿ ਕਰਕੇ ਉਹੀ ਕਰਮ ਕਰਿਆ ਕਰਦੇ ਸਾਂ। ਮਾਰਗ ਚਲਤ ਗ੍ਰਾਮ ਇੱਕ ਹੇਰਾ। ਰਸਤਿਆਂ ਵਿੱਚ ਚਲਦਿਆਂ ਹੋਇਆਂ ਇੱਕ ਪਿੰਡ ਆਇਆ। ਤਹ ਤਰ ਕੇ ਤਰਕੀਨ ਬਸੇਰਾ। ਮਹਾਰਾਜ ਨੇ ਇੱਕ ਦਰਖਤ ਸੁੰਦਰ ਛਾਂ ਵਾਲਾ ਦੇਖ ਕਰਕੇ ਆਪਣਾ ਬਸੇਰਾ ਕੀਤਾ, ਉਹ ਦਰਖਤ ਦੇ ਥੱਲੇ ਬੈਠਣਾ ਕੀਤਾ। ਸੰਤ ਜਾਨ ਤਹ ਕੇ ਨਰ ਆਏ। ਤੇ ਸੰਤ ਜਾਣ ਕਰਕੇ ਕਈ ਲੋਕ ਸਤਿਗੁਰਾਂ ਦੇ ਆ ਕੇ ਦਰਸ਼ਨ ਕਰਨ ਲੱਗੇ, ਮਹਾਰਾਜ ਨੂੰ ਆ ਕੇ ਮੱਥਾ ਟੇਕਿਆ। ਹਿਰਦੈ ਭਾਉ ਧਰ ਸੀਸ ਝੁਕਾਏ। ਬੜੇ ਹਿਰਦੇ ਵਿੱਚ ਪ੍ਰੇਮ ਨੂੰ ਧਾਰਨ ਕਰਕੇ ਉਹਨਾਂ ਨੇ ਆ ਕੇ ਮੱਥਾ ਟੇਕਿਆ ਸਤਿਗੁਰਾਂ ਨੂੰ। ਅੰਨ ਆਨ ਦੀਨੋ ਹਿਤ ਅਸਨਾ। ਤੇ ਉਹਨਾਂ ਨੇ ਆ ਕੇ ਮਹਾਰਾਜ ਦੇ ਅੱਗੇ ਅੰਨ ਵੀ ਰੱਖਿਆ, ਭੋਜਨ ਰੱਖਿਆ ਤੇ ਸਤਿਗੁਰਾਂ ਜੀ ਨੂੰ ਆਸਨ ਜਿਹੜਾ ਹੈ ਛਕਾਉਣਾ ਕੀਤਾ। ਤੇ ਇਸ ਹਿਤ ਅਸਨਾ ਭੋਜਨ ਵਾਸਤੇ ਬਹੁਤ ਸਾਰੇ ਪਦਾਰਥ ਲਿਆ ਕੇ ਦਿੱਤੇ। ਬਿਨੈ ਯੁਕਤ ਬਾਣੀ ਭਨ ਰਸਨਾ। ਤੇ ਆਪਣੀ ਰਸਨਾ ਤੋਂ ਜਿਹੜੀ ਹੈ ਉਹਨਾਂ ਨੇ ਜਿਹੜੀ ਹੈ ਬੇਨਤੀ ਵਾਲੇ ਸ਼ਬਦ ਕਹੇ। ਤਿਨ ਕੇ ਬਿਨੈ ਸਰੋਣ ਧਰ ਪੂਰੀ। ਤੇ ਉਹਨਾਂ ਦੀ ਜਿਹੜੀ ਬੇਨਤੀ ਵਾਲੇ ਸ਼ਬਦ ਸਨ ਉਹ ਸਾਰੇ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੇ ਸੁਣੇ। ਨੈਣ ਕੋਰ ਕਰਨਾ ਜਿਨ ਪੂਰੀ। ਮਹਾਰਾਜ ਨੇ ਆਪਣੇ ਨੈਣਾਂ ਦੇ ਨਾਲ, ਆਪਣੀਆਂ ਅੱਖਾਂ ਦੇ ਨਾਲ ਉਹਨਾਂ ਤੇ ਕਿਰਪਾ ਭਰੀ ਰਹਿਮਤਾਂ ਵਾਲੀ ਨਜ਼ਰ ਪਾਈ, ਜਿਹਦੇ ਕਰਕੇ ਮਹਾਰਾਜ ਨੇ ਪੂਰੀ ਉਹਨਾਂ ਤੇ ਕਿਰਪਾ ਕਰ ਦਿੱਤੀ। ਦੋਹਰਾ ਕਿਤਕ ਦਿਵਸ ਕੀਨੋ ਸਿਵਰ ਕਰਨ ਨਰਨ ਕਲਿਆਣ। ਤੋ ਨਰਾਂ ਦਾ ਕਲਿਆਣ ਕਰਨ ਵਾਸਤੇ, ਉਸ ਜੀਵਾਂ ਦਾ ਉਧਾਰ ਕਰਨ ਵਾਸਤੇ ਕੁਝ ਕੁ ਦਿਨ ਸਤਿਗੁਰੂ ਜੀ ਨੇ ਆਪਣਾ ਬਸੇਰਾ ਉੱਥੇ ਕੀਤਾ। ਰਾਜ ਰਿਖੀ ਸਿੱਖਿਆਨ ਸੁਖਦ ਜਿਹ ਦਰਸ਼ਨ ਅਗਹਾਨ। ਰਾਜ ਰਿਖੀ, ਰਿਖਿਆਂ ਦੇ ਰਾਜੇ ਹਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ। ਸਿੱਖਾਂ ਨੂੰ ਸੁਖ ਦੇਣ ਵਾਲੇ ਹਨ
ਤੇ ਜਿਨ੍ਹਾਂ ਦੇ ਦਰਸ਼ਨ ਕਰਕੇ ਸਾਰੇ ਪਾਪ ਦੂਰ ਹੋ ਜਾਂਦੇ ਹਨ। ਚੌਪੇ ਬਾਸੁਰ ਕਿਤਕ ਬਤੀਤੇ ਜਬ ਹੀ ਜਦੋਂ ਕੁਝ ਕੁ ਦਿਨ ਬੀਤ ਚੁੱਕੇ ਸਨ ਸਤਿਗੁਰਾਂ ਨੂੰ ਉਸ ਪਿੰਡ ਵਿੱਚ ਆਇਆ ਹੋਇਆਂ, ਸੇਵ ਹੈ ਪ੍ਰੀਤ ਧਾਰ ਔਰ ਸਭ ਹੀ ਜਿਨ੍ਹਾਂ ਦੀ ਉਹ ਪ੍ਰੀਤੀ ਦੇ ਨਾਲ ਲੋਕਾਂ ਨੇ ਬੜੀ ਸੇਵਾ ਕੀਤੀ, ਉੱਥੇ ਦੇ ਲੋਕਾਂ ਦੇ ਵਿੱਚ ਬੜੀ ਭਾਵਨਾ ਆਈ ਸਤਿਗੁਰਾਂ ਦੇ ਦਰਸ਼ਨ ਕਰਕੇ। ਏਕ ਦਿਓਸ ਮਹਿ ਕੀਨ ਤਿਆਰੀ ਇੱਕ ਦਿਨ ਕੀ ਹੁੰਦਾ ਹੈ, ਪਿੰਡ ਦੇ ਸਾਰੇ ਲੋਕ ਤਿਆਰੀ ਕਰਨ ਲੱਗ ਪਏ। ਜਿਵੇਂ ਕਿਤੇ ਜਾਣਾ ਹੁੰਦਾ ਹੈ, ਸਾਰਿਆਂ ਨੇ ਤਿਆਰੀ ਖਿੱਚ ਦਿੱਤੀ, ਤਿਆਰੀ ਕਰਨ ਲੱਗ ਪਏ ਜੀ ਸਾਰੇ। ਨਿਜ ਨਿਕੇਤ ਕੀ ਸੋਜ ਸੰਭਾਰੀ ਉਹਨਾਂ ਨੇ ਆਪਣੇ ਘਰ ਦੀਆਂ ਜਿਹੜੀਆਂ ਚੀਜ਼ਾਂ ਸਨ, ਜਿੰਨੀਆਂ ਵੀ ਸੋਜ ਸਮਾਜ ਸੀਗਾ ਉੱਥੇ ਅੰਦਰ, ਜਿੰਨੀਆਂ ਵੀ ਚੀਜ਼ਾਂ ਸਨ ਉਹ ਸਾਰੀਆਂ ਇਕੱਠੀਆਂ ਕਰ ਲਈਆਂ। ਜਿਵੇਂ ਕੋਈ ਟਰਾਂਸਫਰ ਨਹੀਂ ਕਰਦਾ ਹੁੰਦਾ, ਜਿਵੇਂ ਕੋਈ ਘਰ ਬਦਲਦਾ ਹੁੰਦਾ ਹੈ, ਇਸ ਪ੍ਰਕਾਰ ਕਰਕੇ ਉਹਨਾਂ ਨੇ ਸਾਰੀਆਂ ਚੀਜ਼ਾਂ ਘਰ ਦੀਆਂ ਇਕੱਠੀਆਂ ਕਰਨੀਆਂ ਸ਼ੁਰੂ ਕਰਤੀਆਂ, ਪੈਕ ਕਰਨੀਆਂ ਸ਼ੁਰੂ ਕਰਤੀਆਂ। ਤਿਨ ਕੀ ਰੀਤ ਹੇਰ ਕਰ ਸੁਆਮੀ ਉਹਨਾਂ ਦੀ ਰੀਤੀ ਐਸੀ ਦੇਖ ਕਰਕੇ ਕਿਰਪਾ ਦੇ ਜੋ ਸੁਆਮੀ, ਜੋ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਹਨ, ਭਨੇ ਬਚਨ ਸੁਭ ਅੰਤਰਜਾਮੀ ਮਹਾਰਾਜ ਜੋ ਅੰਤਰਜਾਮੀ ਹਨ, ਜਾਣਨ ਵਾਲੇ ਸਭ ਕੁਝ ਹਨ, ਪਰ ਫਿਰ ਵੀ ਉਹਨਾਂ ਨੂੰ ਪੁੱਛਣ ਵਾਸਤੇ ਮਹਾਰਾਜ ਨੇ ਬਚਨ ਕੀਤੇ। ਸਕਟਨ ਬਿਖੈ ਸੋਜ ਤੁਮ ਪਾਈ ਕਹਿਣ ਲੱਗੇ ਇਹ ਗੱਡਿਆਂ ਦੇ ਉੱਤੇ ਤੁਸੀਂ ਆਪਣਾ ਸਮਾਨ ਕਿਉਂ ਰੱਖ ਲਿਆ ਹੈ, ਜਿਵੇਂ ਕੋਈ ਘਰ ਬਦਲਦਾ ਹੁੰਦਾ ਹੈ, ਇਸ ਪ੍ਰਕਾਰ ਦੀ ਰੀਤੀ ਕਿਉਂ ਹੋ ਰਹੀ ਹੈ, ਕਿਉਂ ਆਪਣਾ ਘਰ ਛੱਡ ਕੇ ਚੱਲੇ ਹੋ। ਗ੍ਰਾਮ ਤਿਆਗ ਗਮਨੇ ਕਹਿ ਥਾਈ ਤੇ ਇਹ ਪਿੰਡ ਕਿਉਂਕਿ ਇੱਕ ਬੰਦੇ ਨੇ ਨਹੀਂ ਤਿਆਰੀ ਕੀਤੀ, ਸਾਰੇ ਪਿੰਡ ਦੇ ਲੋਕਾਂ ਨੇ ਕੀਤੀ, ਜਿੰਨੇ ਵੀ ਲੋਕ ਉਹ ਪਿੰਡ ਵਿੱਚ ਰਿਹਾ ਕਰਦੇ ਸਨ। ਮਹਾਰਾਜ ਨੇ ਪੁੱਛਿਆ ਕਿ ਸਾਰਾ ਪਿੰਡ ਛੱਡ ਕੇ ਤੁਸੀਂ ਕਿੱਥੇ ਚੱਲੇ ਹੋ। ਕਹਿ ਦੁਖ ਤੇ ਕਰ ਸਦਨ ਉਜਾਰਾ ਦੇਖੋ ਕਹਿੰਦੇ ਕਿਹੜਾ ਤੁਹਾਨੂੰ ਦੁੱਖ ਹੈ ਜਿਹਦੇ ਕਰਕੇ ਅੱਜ ਤੁਹਾਨੂੰ ਆਪਣਾ ਘਰ ਛੱਡਣਾ ਪੈ ਰਿਹਾ ਹੈ, ਜਿਹਦੇ ਕਰਕੇ ਤੁਸੀਂ ਆਪਣਾ ਘਰ ਛੱਡ ਕੇ ਜਾ ਰਹੇ ਹੋ। ਕਿਹੜਾ ਦੁੱਖ ਆ ਗਿਆ ਤੁਹਾਨੂੰ ਐਸਾ। ਚਲੇ ਅਨੰਤ ਯੁੱਤ ਸਭ ਪਰਿਵਾਰਾ ਚਲੇ ਅਨੰਤ ਕਹਿੰਦੇ ਹੋਰ ਥਾਂ ਤੁਸੀਂ ਚੱਲੇ ਹੋ ਆਪਣਾ ਘਰ ਛੱਡ ਕੇ, ਤੇ ਸਮੇਤ ਪਰਿਵਾਰ, ਸਾਰੇ ਪਰਿਵਾਰ ਨੂੰ ਸਾਰੀਆਂ ਚੀਜ਼ਾਂ ਲੈ ਕੇ ਜਾ ਰਹੇ ਹੋ। ਕਿਦੋਂ ਭਇਓ ਭੈ ਭੂਪਤ ਕਾਂ ਕੋ ਕਹਿਣਗੇ ਕੋਈ ਇੱਥੇ ਰਾਜੇ ਦਾ ਪ੍ਰੋਬਲਮ ਹੈ, ਕੋਈ ਰਾਜਾ ਤੁਹਾਨੂੰ ਡਰ ਦਿੰਦਾ ਹੈ, ਜਾਂ ਕੋਈ ਮੁਲਕ ਦਾ ਰਾਜਾ ਤੁਹਾਡੇ ਤੇ ਅਟੈਕ ਕਰਨ ਵਾਸਤੇ ਆ ਰਿਹਾ ਹੈ, ਤੁਹਾਡੇ ਤੇ ਹਮਲਾ ਕਰਨ ਵਾਸਤੇ ਆ ਰਿਹਾ ਹੈ, ਜਾਂ ਕੋਈ ਰਾਜਾ ਤੁਹਾਨੂੰ ਦੁੱਖ ਦੇ ਰਿਹਾ ਹੈ। ਤੁਮ ਹੈ ਵਿਗਨ ਕੋ ਕਹੀਏ ਤਾਂ ਕੋ ਸੋ ਮਹਾਰਾਜ ਨੇ ਪੁੱਛਿਆ, ਕਹਿੰਦੇ ਦੱਸੋ ਤੁਹਾਨੂੰ ਕੀ ਵਿਗਨ ਹੈ, ਕੀ ਦੁੱਖ ਹੈ, ਤੇ ਦੂਸਰਾ ਕਹੀਏ ਤਾਂ ਕੋ ਉਹ ਦੁੱਖ ਦਾ ਵਰਣਨ ਕਰੋ, ਸਾਨੂੰ ਉਹ ਦੁੱਖ ਬਾਰੇ ਦੱਸੋ, ਜਾਂ ਉਹ ਰੀਜ਼ਨ ਸਾਨੂੰ ਦੱਸੋ ਜਿਹਦੇ ਕਰਕੇ ਤੁਸੀਂ ਆਪਣਾ ਘਰ ਛੱਡ ਰਹੇ ਹੋ। ਦੋਹਰਾ ਸੁਨ ਕਰ ਸ੍ਰੀ ਗੁਰ ਕੇ ਬਚਨ ਮਾਨਵ ਜੁਗ ਕਰ ਬੰਦ ਸੋ ਉਹ ਮਨੁੱਖ ਜਿਹੜੇ ਪਿੰਡ ਵਾਲੇ ਸਨ, ਉਹਨਾਂ ਨੇ ਹੱਥ ਜੋੜ ਕੇ ਸਤਿਗੁਰਾਂ ਅੱਗੇ ਬੇਨਤੀ ਰੂਪ ਦੇ ਵਿੱਚ ਮਹਾਰਾਜ ਨੂੰ ਇਸ ਤਰ੍ਹਾਂ ਦੇ ਬਚਨ ਕਹਿਣੇ ਕੀਤੇ, ਜਦੋਂ ਸਾਰੀ ਗੱਲ ਸਤਿਗੁਰਾਂ ਦੀ ਸੁਣ ਲਈ। ਨਿਜ ਬਿਰਥਾ ਭਾਖਤ ਭਏ ਅਗਰਜ ਦੋਖ ਨਿਕੰਦ ਦੇਖੋ ਮਹਾਰਾਜ ਜੋ ਦੋਖਾਂ ਦੇ ਨਿਕੰਦ ਕਰਨ ਵਾਲੇ ਹਨ, ਜੋ ਦੁੱਖਾਂ ਨੂੰ ਕੱਟਣ ਵਾਲੇ ਹਨ, ਉਹਨਾਂ ਦੇ ਅੱਗੇ ਹੁਣ ਉਹਨਾਂ ਨੇ ਆਪਣਾ ਦੁੱਖ ਦੱਸਣਾ ਕੀਤਾ ਇਹ ਪਿੰਡ ਦੇ ਲੋਕਾਂ ਨੇ। ਚੌਪੇ ਸੁਨੋ ਸੁਖਦ ਜੀ ਸ੍ਰੀ ਗੁਰੂ ਨਾਨਕ ਸੁਣੋ ਕਹਿੰਦੇ ਬੇਨਤੀ ਕੀਤੀ, ਕਹਿੰਦੇ ਸੁੱਖਾਂ ਦੇ ਦਾਤੇ ਹੇ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸੁਣੋ ਹੁਣ। ਲਗ ਹੈ ਅਗਨ ਇਸ ਗ੍ਰਾਮ ਅਚਾਨਕ ਮਹਾਰਾਜ ਸਾਡੇ ਨਾਲ ਕੀ ਹੁੰਦਾ ਹੈ, ਸਾਡੇ ਗ੍ਰਾਮ ਪਿੰਡ ਨੂੰ ਅਚਾਨਕ ਹੀ ਵਿਦਆਊਟ ਰੀਜ਼ਨ ਅੱਗ ਲੱਗ ਜਾਂਦੀ ਹੈ। ਸਾਰਾ ਪਿੰਡ ਜਿਹੜਾ ਸਾਡਾ ਪਿੰਡ ਹੈ ਇਹਨੂੰ ਅੱਗ ਅਚਾਨਕ ਹੀ ਲੱਗ ਜਾਂਦੀ ਹੈ। The whole village will burn just like that. ਸੋ ਇਉਂ ਕਰਕੇ ਇਸ ਦੁੱਖ ਤੇ ਹਮ ਅਨੰਤ ਪਧਾਰੇ ਸੋ ਸਾਨੂੰ ਪਤਾ ਹੁੰਦਾ ਹੈ ਵੀ ਇੰਨੇ ਕ ਸਮੇਂ ਦੇ ਵਿੱਚ ਉਹ ਅੱਗ ਲੱਗਣ ਵਾਲੀ ਹੈ, ਤਾਂ ਅਸੀਂ ਉਹ ਸਮੇਂ ਨੂੰ ਟਾਲਣ ਵਾਸਤੇ ਤੇ ਅਸੀਂ ਆਪਣਾ ਪਿੰਡ ਛੱਡ ਜਾਂਦੇ ਹਾਂ ਵੀ ਸਾਡੇ ਪਿੰਡ ਨੂੰ ਅੱਗ ਲੱਗਣ ਦਾ ਸਮਾਂ ਆ ਗਿਆ, ਤਾਂ ਇਹ ਦੁੱਖ ਨੂੰ ਲੈ ਕੇ ਅਸੀਂ ਆਪਣੇ ਘਰ-ਬਾਰ ਛੱਡ ਜਾਂਦੇ ਹਾਂ ਪਿੱਛੇ, ਆਪਣਾ ਪਰਿਵਾਰ ਤੇ ਆਪਣੀਆਂ ਚੀਜ਼ਾਂ ਨੂੰ ਲੈ ਕੇ ਚਲੇ ਜਾਂਦੇ ਹਾਂ। ਬਹੁਰ ਆਏ ਕਰ ਹੈ ਘਰ ਬਾਰੇ ਮਹਾਰਾਜ ਫੇਰ ਅਸੀਂ ਵਾਪਸ ਫੇਰ ਆਉਂਦੇ ਹਾਂ, ਫੇਰ ਆ ਕੇ ਇਹੀ ਪਿੰਡ ਵਿੱਚ ਅਸੀਂ ਫੇਰ ਆ ਕੇ ਆਪਣੇ ਘਰ-ਬਾਰ ਫੇਰ ਦੁਬਾਰਾ ਬਣਾਉਂਦੇ ਹਾਂ, ਰੀਕਨਸਟਰਕਟ ਕਰਦੇ ਹਾਂ ਆਪਣੇ ਘਰਾਂ ਨੂੰ। ਛਠੇ ਮਾਸ ਇੱਕ ਬਾਸੁਰ ਮਾਹੀ ਦੇਖੋ ਕਿੰਨਾ ਕੁ ਜਿਹੜਾ ਹੈ ਇਸ ਦਾ ਜਿਹੜਾ ਹੈ ਸਮਾਂ ਕਿੰਨਾ ਕਾ, ਕਹਿੰਦੇ 6 ਮਹੀਨੇ every 6 months once ਕੀ ਹੁੰਦਾ ਹੈ ਕਿ ਉਹ ਪਿੰਡ ਨੂੰ ਅੱਗ ਲੱਗ ਜਾਂਦੀ ਹੈ, ਸਾਰਾ ਪਿੰਡ ਸੜ ਜਾਂਦਾ ਹੈ। 6 months once ਇੰਟਰਵਲ ਉਹਦਾ ਕਿੰਨਾ ਹੈ 6 months, 6 ਮਹੀਨਿਆਂ ਵਿੱਚ ਇੱਕ ਵਾਰੀ ਅੱਗ ਲੱਗਦੀ ਹੈ। ਤੇ ਲੱਗਦੀ ਵੀ ਕਿਦੋਂ, ਜਦੋਂ 6ਵਾਂ ਮਹੀਨਾ ਪੂਰਾ ਹੁੰਦਾ ਹੈ, ਉਹਦਾ ਜਿਹੜਾ ਇੱਕ ਦਿਨ ਵੱਧ ਹੁੰਦਾ ਉਦੋਂ ਅੱਗ ਲੱਗ ਜਾਂਦੀ ਹੈ। ਅਗਨ ਸੰਗ ਜਾਵਹਿ ਕੋ ਦਾਹੀ ਕਹਿਣ ਲੱਗੇ ਦੇਖੋ ਇਹ ਅੱਗ ਐਸੀ ਲੱਗਦੀ ਹੈ ਕਿ ਪਿੰਡ ਵਿੱਚ ਜਿੰਨੇ ਵੀ ਘਰ ਹਨ ਸਾਰੇ ਸੜ ਜਾਂਦੇ ਹਨ, ਕੋਈ ਵੀ ਨਹੀਂ ਬਚਦਾ। ਕੇਤਿਕ ਦਿਵਸ ਸਦਨ ਇਹ ਤਜ ਕੈ ਸੋ ਇਸ ਕਰਕੇ ਅਸੀਂ ਕੁਝ ਕੁ ਦਿਨ ਇਹ ਪਿੰਡ ਇਹ ਘਰ ਛੱਡ ਕੇ ਅਸੀਂ ਹੋਰ ਕਿਤੇ ਹੋਰ ਪਿੰਡ ਵਿੱਚ
ਹੋਰ ਨਗਰ ਵਿੱਚ ਅਸੀਂ ਚਲੇ ਜਾਂਦੇ ਆ ਥੋੜੇ ਸਮੇਂ ਵਾਸਤੇ। ਬਸ ਹੈ ਅਨੰਤ ਗ੍ਰਾਮ ਭੈ ਭਜ ਕੇ। ਸੋ ਉਨੇ ਕੁ ਸਮੇਂ ਤੱਕ ਅਸੀਂ ਭੈ ਡਰ ਕਰਕੇ, ਸਾਨੂੰ ਬੜਾ ਡਰ ਰਹਿੰਦਾ ਹੈ ਵੀ ਜੇ ਅੱਗ ਲੱਗੀ ਕਿਤੇ ਪਰਿਵਾਰ ਨਾ ਵਿੱਚ ਮਰ ਜਾਵੇ, ਇੱਥੇ ਜਾਂ ਸਾਰੀਆਂ ਚੀਜ਼ਾਂ ਜਿਹੜੀਆਂ ਹਨ, ਸਮਾਨ ਜਿਹੜਾ ਹੈ ਉਹ ਨਾ ਕਿਤੇ ਸੜ ਜਾਵੇ। ਇਸ ਕਰਕੇ ਇਹ ਡਰ ਕਰਕੇ ਅਸੀਂ ਛੱਡ ਕੇ ਕਿਸੇ ਹੋਰ ਨਗਰ ਵਿੱਚ ਚਲੇ ਜਾਂਦੇ ਹਾਂ। ਆਪ ਚਲੋ ਜੇ ਸੰਗ ਹਮਾਰੇ। ਸੋ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੂੰ ਪਿੰਡ ਦੇ ਲੋਕ ਕਹਿਣ ਲੱਗੇ, ਮਹਾਰਾਜ ਤੁਸੀਂ ਵੀ ਸਾਡੇ ਨਾਲ ਚਲੋ, ਅੱਗ ਲੱਗਣ ਵਾਲੀ ਹੈ, ਕਿਤੇ ਇੱਥੇ ਜਿਹੜਾ ਤੁਹਾਡਾ ਵੀ ਕੋਈ ਨੁਕਸਾਨ ਨਾ ਹੋ ਜਾਵੇ, ਤੁਸੀਂ ਵੀ ਸਾਡੇ ਨਾਲ ਚੱਲੋ। ਸੇਵ ਹੈ ਸਭ ਬਿਦ ਚਰਨ ਤੁਮਾਰੇ। ਮਹਾਰਾਜ ਜਿਵੇਂ ਇੱਥੇ ਤੁਹਾਡੀ ਸੇਵਾ ਵਿੱਚ ਅਸੀਂ ਹਾਜ਼ਰ ਰਹੇ ਹਾਂ, ਅਸੀਂ ਤੁਹਾਨੂੰ ਨਾਲ ਲੈ ਕੇ ਜਾਂਦੇ ਹਾਂ, ਜਿੱਥੇ ਵੀ ਅਸੀਂ ਜਾਵਾਂਗੇ ਤੁਹਾਡੀ ਸੇਵਾ ਇਸੇ ਤਰ੍ਹਾਂ ਹੀ ਕਰਾਂਗੇ। ਸੰਤ ਰੂਪ ਤੁਮ ਪਰ ਉਪਕਾਰੀ। ਕਹਿਣ ਲੱਗੇ ਮਹਾਰਾਜ ਤੁਸੀਂ ਸੰਤ ਰੂਪ ਹੋ, ਤੁਸੀਂ ਇੱਥੇ ਸਾਡੇ ਪਿੰਡ ਵਿੱਚ ਆਏ ਹੋ ਸਾਡਾ ਭਲਾ ਕਰਨ ਵਾਸਤੇ, ਇਸ ਕਰਕੇ ਸਾਡਾ ਵੀ ਫਰਜ਼ ਬਣਦਾ ਕਿ ਤੁਹਾਡੀ ਸੇਵਾ ਕਰੀਏ। ਇੱਛਾ ਜੋ ਕਰੋ ਤੁਮਾਰੀ। ਮਹਾਰਾਜ ਫਿਰ ਜੋ ਇੱਛਾ ਹੈ ਉਹ ਤੁਸੀਂ ਦੱਸ ਦਿਓ, ਅਸੀਂ ਕੀ ਕਰੀਏ। ਮਹਾਰਾਜ ਜੋ ਤੁਹਾਡੀ ਆਗਿਆ ਹੈ ਉਹ ਸਾਨੂੰ ਦੱਸ ਦਿਓ ਹੁਣ, ਕਿ ਤੁਸੀਂ ਜਾਣਾ ਚਾਹੁੰਦੇ ਆ ਸਾਡੇ ਨਾਲ ਕਿ ਨਹੀਂ ਜਾਣਾ ਚਾਹੁੰਦੇ। ਦੋਹਰਾ ਕਰੁਣਾ ਕਰ ਬੋਲੇ ਬਚਨ ਸ੍ਰੀ ਬੇਦੀ ਕੁਲ ਕੇਤ। ਕਿਰਪਾ ਦੇ ਘਰ ਕਿਰਪਾ ਕਰਨ ਵਾਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੋ ਬੇਦੀ ਕੁਲ ਦੇ ਦੀਪ ਹਨ, ਮਹਾਰਾਜ ਨੇ ਬਚਨ ਕੀਤਾ। ਧਾਰ ਹੋ ਸਿੱਖੀ ਗੁਰੂ ਕੀ ਪੁੰਨ ਹੈ ਜਲ ਹੈ ਨਿਕੇਤ। ਮਹਾਰਾਜ ਨੇ ਦੇਖੋ ਇੱਕ ਕੰਡੀਸ਼ਨ ਦਿੱਤੀ, ਕਹਿੰਦੇ ਜੇ ਤੁਸੀਂ ਗੁਰਸਿੱਖੀ ਨੂੰ ਧਾਰਨ ਕਰੋਗੇ, ਜੇ ਤੁਸੀਂ ਅੱਜ ਸਾਨੂੰ ਗੁਰੂ ਧਾਰਨ ਕਰੋਗੇ, ਸਾਡੀ ਦਿੱਤੀ ਹੋਈ ਸਿੱਖਿਆ ਨੂੰ ਤੁਸੀਂ ਧਾਰਨ ਕਰੋਗੇ, ਤੁਸੀਂ ਸਿੱਖ ਬਣੋਗੇ, ਤਾਂ ਫਿਰ ਤੁਹਾਡੇ ਘਰ ਮੁੜ ਕੇ ਨਹੀਂ ਕਿਤੇ ਸੜਨਗੇ, ਇਹ ਸਾਡੀ ਗਾਰੰਟੀ ਹੈ। ਸੋ ਜੇ ਤੁਸੀਂ ਆਪਣੇ ਘਰ ਬਚਾਉਣੇ ਚਾਹੁੰਦੇ ਹੋ ਵੀ ਤੁਹਾਡੇ ਘਰਾਂ ਨੂੰ ਨਾ ਅੱਗ ਲੱਗੇ, ਤਾਂ ਸਾਡੀ ਸਿੱਖੀ ਨੂੰ ਧਾਰਨ ਕਰੋ, ਸਿੱਖ ਬਣੋ। ਚੌਪੇ ਸਤਨਾਮ ਕੋ ਜਾਪ ਜਪੀਜੈ। ਤੇ ਸਤਨਾਮ ਪਰਮੇਸ਼ਰ ਦਾ ਵਾਹਿਗੁਰੂ ਵਾਲਾ ਨਾਮ ਤੁਸੀਂ ਜਪਣਾ ਕਰੋ। ਉਰ ਤੇ ਡਰ ਕੋ ਦੂਰ ਕਰੀਜੈ। ਤੇ ਆਪਣੇ ਹਿਰਦੇ ਵਿੱਚੋਂ ਸਾਰਾ ਡਰ ਜਿਹੜਾ ਹੈ ਇਸ ਨੂੰ ਦੂਰ ਕਰ ਦਿਓ। ਹੁਣ ਤੁਸੀਂ ਡਰੋ ਨਾ, ਹੁਣ ਬਸ ਸਿੱਖੀ ਧਾਰਨ ਕਰ ਲਓ, ਵਾਹਿਗੁਰੂ ਦਾ ਨਾਮ ਜਪੋ ਤੇ ਕੋਈ ਤੁਹਾਨੂੰ ਡਰ ਨਹੀਂ ਰਹੇਗਾ। ਮਨ ਬਾਛਤ ਸੁਖ ਪਾਏ ਕਨੇਰੇ। ਤੇ ਇੱਥੇ ਹੀ ਗੱਲ ਮੁੱਕਦੀ ਨਹੀਂ, ਜਿੰਨੀਆਂ ਤੁਹਾਡੀਆਂ ਮਨ ਦੀਆਂ ਇੱਛਾਵਾਂ ਨੇ, ਜਿੰਨੇ ਸੁੱਖ ਨੇ, ਉਹ ਸਾਰੇ ਤੁਸੀਂ ਭੋਗੋਗੇ, ਸਾਰੇ ਸੁੱਖ ਤੁਹਾਨੂੰ ਮਿਲਣਗੇ, ਮਨ ਦੀਆਂ ਇੱਛਾਵਾਂ ਵੀ ਪੂਰੀਆਂ ਹੋਣਗੀਆਂ। ਬਸੋ ਸ਼ਾਂਤ ਸੋ ਆਪਣੇ ਡੇਰੇ। ਸੋ ਜਿਹੜਾ ਹੈ ਨਾਲ ਵੱਡੀ ਗੱਲ ਇਹ ਹੈ, ਆਪਣੇ ਪਿੰਡ ਵਿੱਚ ਨਿਡਰ ਹੋ ਕੇ ਰਹੋ, ਤੁਹਾਡੇ ਪਿੰਡ ਨੂੰ ਕੁਝ ਨਹੀਂ ਹੁੰਦਾ। 6 ਮਹੀਨਿਆਂ ਬਾਅਦ ਤੁਸੀਂ ਆ ਕੇ ਫੇਰ ਆਪਣਾ ਘਰ ਬਣਾਓਗੇ ਸੜਿਆ ਹੋਇਆ, ਤੇ ਇਹ ਜਿਹੜਾ ਹੈ ਇੰਟਰਵਲ 1 ਸਾਲ 'ਚ 2 ਵਾਰੀ ਤੁਹਾਨੂੰ ਘਰ ਬਣਾਉਣੇ ਪੈਂਦੇ ਨੇ। ਕਹਿੰਦੇ ਐਸਾ ਤੁਹਾਨੂੰ ਕਰਨ ਦੀ ਕੋਈ ਲੋੜ ਹੀ ਨਹੀਂ ਪੈਣੀ, ਸਿੱਖੀ ਧਾਰਨ ਕਰ ਲਓ ਤੇ ਸਿੱਖੀ ਜਿਹੜੀ ਹੈ ਲੈ ਕਰਕੇ ਵਾਹਿਗੁਰੂ ਦਾ ਨਾਮ ਜਪ ਕੇ ਤੁਹਾਡੇ ਸਾਰੇ ਕਾਰਜ ਸਵਾਰੇ ਜਾਣਗੇ। ਅਬ ਤੇ ਲਗ ਹੈ ਨਾ ਅਗਨ ਅਗਾਰੀ। ਤੇ ਇੱਥੋਂ ਅਸੀਂ ਕਹਿੰਦੇ ਹਾਂ ਗੁਰੂ ਨਾਨਕ ਸਾਹਿਬ ਨੇ ਬਚਨ ਕੀਤੇ ਕਿ ਅੱਜ ਤੋਂ ਬਾਅਦ ਅੱਗ ਨਹੀਂ ਲੱਗੇਗੀ ਇਹ ਪਿੰਡ ਨੂੰ। ਧਰਮਸਾਲ ਸੁਠ ਰਚੋ ਸਵਾਰੀ। ਤੇ ਇੱਥੇ ਧਰਮਸਾਲ ਬਣਾਓ ਜਿਹਦੇ ਵਿੱਚ ਸਤ ਸੰਗਤ ਤੁਸੀਂ ਕਰਿਆ ਕਰੋ, ਸੁੰਦਰ ਧਰਮਸਾਲ ਬਣਾਉਣੀ ਕਰੋ। ਸੰਤ ਅਤਿਥ ਕੀ ਕੀਜੈ ਸੇਵਾ। ਤੇ ਇੱਥੇ ਜੋ ਵੀ ਸੰਤ ਅਤਿਥੀ ਆਉਂਦੇ ਹਨ ਉਹਨਾਂ ਦੀ ਸੇਵਾ ਕਰਿਆ ਕਰੋ। ਮਹਿਮਾ ਕੀਰਤ ਕੋ ਲਖ ਭੇਵਾ। ਤੇ ਮਹਿਮਾ ਕੀਰਤ ਕੋ ਲਖ ਭੇਵਾ। ਤਾਂ ਉਸ ਵੇਲੇ ਮਹਿਮਾ, ਸਤਿਗੁਰੂ ਦੀ ਮਹਿਮਾ ਨੂੰ ਜਾਣਦਿਆਂ ਹੋਇਆਂ ਸਤਿਗੁਰੂ ਦੀ ਕੀਰਤੀ ਵੀ ਜਾਣਦੇ ਸਨ ਲੋਕ, ਕਿਉਂਕਿ ਕੁਝ ਕੁ ਦਿਨ ਸਤਿਗੁਰੂ ਜੀ ਰਹਿ ਚੁੱਕੇ ਸਨ ਉੱਥੇ। ਸੋ ਉਹ ਜਾਣਦੇ ਸਨ ਸਤਿਗੁਰੂ ਜੀ ਵੀ ਸਮਰੱਥ ਹਨ। ਇਹ ਗੱਲ ਨੂੰ ਜਾਣ ਕਰਕੇ ਉਹ ਪਿੰਡਾਂ ਦੇ ਲੋਕਾਂ ਨੇ ਮਹਾਰਾਜ ਦੇ ਜਿਹੜੇ ਬਚਨ ਹਨ ਉਹਨਾਂ ਤੇ ਭਰੋਸਾ ਕੀਤਾ। ਸੁਣ ਕਰ ਔਰ ਧਰ ਹਰਖ ਵਿਸਾਲਾ। ਉਹਨਾਂ ਨੇ ਇਹ ਗੱਲ ਸੁਣ ਕੇ ਆਪਣੇ ਮਨ 'ਚ ਬੜੀ ਖੁਸ਼ੀ ਆਈ ਵੀ ਇਹ ਸੰਤ ਮਹਾਪੁਰਸ਼ ਹਨ, ਇਹ ਜ਼ਰੂਰ ਸਾਨੂੰ ਬਚਾਉਣਗੇ। ਸਿੱਖੀ ਗ੍ਰਹਿਣ ਕਰੀ ਤਤਕਾਲਾ। ਉਹ ਜਿਹੜੇ ਲੋਕ ਪਿੰਡਾਂ ਦੇ ਲੋਕਾਂ ਨੇ ਉਸੇ ਵੇਲੇ ਸਤਿਗੁਰੂ ਨੂੰ ਕਿਹਾ ਕਿ ਸਾਨੂੰ ਸਿੱਖ ਬਣਾ ਲਓ। ਮਹਾਰਾਜ ਦੀ ਸਿੱਖੀ ਨੂੰ ਧਾਰਨ ਕੀਤਾ, ਚਰਨਾ ਮਿਰਤ ਉਹਨਾਂ ਨੇ ਜਿਹੜਾ ਹੈ ਪੀਤਾ ਸਤਿਗੁਰਾਂ ਦਾ। ਗਮਨ ਨਾ ਕੀਨ ਗ੍ਰਾਮ ਜੇ ਆਨਾ। ਦੇਖੋ ਉਹ ਜਿਹੜੇ ਪਿੰਡ ਦੇ ਲੋਕ ਉਹ ਹੁਣ ਕਿਤੇ ਛੱਡ ਕੇ ਨਹੀਂ ਪਿੰਡ ਨੂੰ ਗਏ, ਵਾਪਸ ਆਪਣੇ ਘਰਾਂ ਨੂੰ ਮੁੜ ਗਏ, ਉਵੇਂ ਹੀ ਰਹਿਣ ਲੱਗੇ ਜਿਵੇਂ ਪਹਿਲਾਂ ਰਹਿੰਦੇ ਸਨ। ਮਾਨਸੋ ਬਚਨ ਵਸੇ ਨਿਜ ਥਾਨਾ। ਦੇਖੋ ਮਹਾਰਾਜ ਦਾ ਬਚਨ ਮੰਨ ਕਰਕੇ ਉਹਨਾਂ ਨੇ ਆਪੋ ਆਪਣੇ ਘਰਾਂ ਵਿੱਚ ਜਾ ਵਾਸਾ ਕੀਤਾ। ਦੋਹਰਾ ਸਭ ਸੰਭਾਰ ਸੰਭਾਰ ਕੈ ਸ੍ਰੀ ਨਾਨਕ ਟਿਗ ਆਨ। ਤੇ ਪਰ ਲੋਕਾਂ ਨੂੰ ਹਜੇ ਜਿਹੜੇ ਹਨ, ਲੋਕਾਂ ਨੂੰ ਭਰੋਸਾ ਤਾਂ ਹੈ ਗੁਰੂ ਸਾਹਿਬ ਤੇ, ਪਰ ਉਹਨਾਂ ਦਾ ਜਿਹੜਾ ਸਮਾਨ ਪੈਕ ਕੀਤਾ ਹੋਇਆ ਸੀ ਨਾ, ਉਹ ਕਹਿੰਦੇ ਜਦੋਂ ਸਮਾਂ ਆਇਆ ਨਾ 6 ਮਹੀਨੇ ਬੀਤੇ, ਇੱਕ ਦਿਨ ਜਦੋਂ ਆਇਆ
ਉਹ ਪੈਕ ਕੀਤਾ ਹੋਇਆ ਸਮਾਨ ਸਾਰਾ ਲੈ ਕੇ ਗੱਡਿਆਂ ਸਮੇਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੋਲ ਆ ਗਏ, ਜਿੱਥੇ ਦਰਖਤ ਦੇ ਥੱਲੇ ਮਹਾਰਾਜ ਜੀ ਬੈਠੇ ਸਨ। ਆਪਣੇ ਸਮਾਨ ਸਮੇਤ, ਪਰਿਵਾਰ ਸਮੇਤ ਸਾਰੇ ਉੱਥੇ ਆ ਕੇ ਬਹਿ ਗਏ। ਰਾਖੀ ਡਰ ਕਰ ਅਗਨ ਤੇ ਔਰ ਸੰਦੇਹ ਕੋ ਮਾਨ। ਤੇ ਔਰ ਕਹਿੰਦੇ ਰਾਖੀ ਡਰ, ਉਹਨਾਂ ਨੂੰ ਜਿਹੜੇ ਹਨ ਉਹਨਾਂ ਨੂੰ ਡਰ ਇਹ ਸੀਗਾ ਕਿਤੇ ਜੇ ਅੱਗ ਲੱਗ ਨਾ ਜਾਵੇ, ਜੇ ਅੱਗ ਲੱਗ ਗਈ ਸੋ ਉਹਨਾਂ ਨੂੰ ਜਿਹੜਾ ਇਹ ਥੋੜਾ ਜਿਹਾ ਸ਼ੱਕ ਸੀਗਾ। ਸੋ ਇਸ ਕਰਕੇ ਉਹਨਾਂ ਨੇ ਸਮਾਨ ਲਿਆ ਕੇ ਗੁਰੂ ਨਾਨਕ ਸਾਹਿਬ ਜੀ ਕੋਲ ਆ ਕੇ ਬੈਠਣਾ ਕੀਤਾ। ਇਹ ਸੰਦੇਹ ਜਿਹੜਾ ਉਹ ਵੀ ਉਹਨਾਂ ਨੇ ਮੁਕਾਉਣਾ ਕੀਤਾ, ਕਿਤੇ ਜੇ ਲੱਗ ਵੀ ਗਈ ਕਹਿੰਦੇ ਫਿਰ ਵੀ ਅਸੀਂ ਬਚ ਜਾਵਾਂਗੇ। ਇਹ ਗੱਲ ਨੂੰ ਸੋਚ ਕਰਕੇ ਸਤਿਗੁਰਾਂ ਦੇ ਕੋਲ ਆ ਕੇ ਬੈਠ ਗਏ। ਚੌਪੇ ਸਭੈ ਨਾਰ ਨਰ ਗੁਰ ਟਿਕ ਬੈਸੇ। ਸਾਰੇ ਨਰ ਤੇ ਨਾਰੀਆਂ ਆ ਕੇ ਸਤਿਗੁਰਾਂ ਕੋਲ ਬੈਠਣਾ ਕੀਤਾ। ਨਾਮ ਜਪੋ ਐਸੇ ਉਪਦੇਸੇ। ਮਹਾਰਾਜ ਨੇ ਉਹਨਾਂ ਨੂੰ ਬੈਠਿਆਂ ਨੂੰ ਉਪਦੇਸ਼ ਦਿੱਤਾ ਕਿ ਵਾਹਿਗੁਰੂ ਵਾਹਿਗੁਰੂ ਨਾਮ ਜਪੋ ਤੁਸੀਂ ਸਾਰੇ। ਧਾਰ ਅਗਨ ਡਰ ਤਜ ਨਿਜਤ ਸਦਮਾ। ਕਹਿਣਗੇ ਧਾਰ ਅਗਨ ਡਰ, ਕਹਿਣ ਲੱਗੇ ਜਿਹੜਾ ਤੁਸੀਂ ਅੱਗ ਦਾ ਡਰ ਮੰਨ ਕੇ ਆਪਣਾ ਘਰ ਛੱਡਦੇ ਸਾਂ, ਹੋਏ ਨਿਕਟ ਸ੍ਰੀ ਗੁਰਪਦ ਪਦਮਾ। ਹੁਣ ਸਤਿਗੁਰਾਂ ਦੇ ਚਰਨਾਂ ਦੇ ਕੋਲ ਬੈਠ ਕਰਕੇ ਉਹਨਾਂ ਦਾ ਉਹ ਵੀ ਡਰ ਦੂਰ ਹੋ ਗਿਆ, ਉਹਨਾਂ ਨੂੰ ਭਰੋਸਾ ਆ ਗਿਆ। ਤਬ ਇੱਕ ਦੈਤ ਰੂਪ ਬਿਕਰਾਰਾ। ਦੇਖੋ ਹੁਣ ਉੱਥੇ ਕੀ ਹੁੰਦਾ ਹੈ, ਜਿੱਦਣ ਉਹ ਸਮਾਂ ਆਇਆ ਜਿਸ ਦਿਨ ਅੱਗ ਲੱਗਣੀ ਸੀ, ਉਹ ਦੈਂਤ ਆ ਗਿਆ ਜੀ। ਇੱਕ ਬਹੁਤ ਵੱਡਾ ਡੀਮਨ ਆਇਆ, ਸਤਿਗੁਰਾਂ ਦੇ ਵੱਲ ਉਹ ਤੁਰਿਆ ਆ ਰਿਹਾ ਹੈ। ਆਵਤ ਨਰ ਨਾਰੀਨ ਨਿਹਾਰਾ। ਤੇ ਜਿਹੜੇ ਲੋਕ ਬੈਠੇ ਸਨ ਉੱਥੇ, ਆਦਮੀ ਤੇ ਔਰਤਾਂ, ਉਹਨਾਂ ਨੇ ਸਾਰਿਆਂ ਨੇ ਦੇਖਿਆ ਉਹ ਦੈਂਤ ਡੀਮਨ ਨੂੰ ਉਹਨਾਂ ਦੇ ਸਾਹਮਣੇ ਆਉਂਦਿਆਂ ਹੋਇਆਂ। ਪਗ ਪਾਤਾਲ ਸੀਸ ਨਭ ਧਾਰੀ। ਦੇਖੋ ਕਿੱਡਾ ਵੱਡਾ ਉਹਦਾ ਆਕਾਰ ਸਰੀਰ ਸੀਗਾ, ਐਡਾ ਵੱਡਾ ਕਿ ਉਹਦੇ ਜਿਹੜੇ ਪੈਰ ਸਨ ਪਤਾਲ ਵਿੱਚ ਲੱਗਦੇ ਸਨ, ਸਿਰ ਉਹਦਾ ਆਕਾਸ਼ ਵੱਲ ਲੱਗਦਾ ਸੀ। ਲੋਹਿਤ ਸਮਸ ਭਯੰਕਰ ਭਾਰੀ। ਦੇਖੋ ਉਹ ਜਿਹੜਾ ਹੈ ਉਸਦਾ ਜਿਹੜਾ ਰੂਪ ਐਸਾ ਸੀ, ਲਾਲ ਰੰਗ ਦੇ ਵਾਲ ਸੀ ਉਹਦੇ, ਕਹਿੰਦੇ ਉਹਦੇ ਜਿਹੜੇ ਕੇਸ ਸੀਗੇ ਲਾਲ ਰੰਗ ਦੇ ਤੇ ਹੈ ਵੀ ਤਾਰਾਂ ਵਰਗੇ, ਕਾਪਰ ਵਰਗੇ ਸੀ, ਤੇ ਦਾੜਾ ਵੀ ਉਹਦਾ ਲਾਲ ਰੰਗ ਦਾ ਸੀਗਾ। ਸੋ ਇੰਨਾ ਭਿਆਨਕ ਰੂਪ ਧਾਰਨ ਕਰਕੇ ਆਇਆ। ਨਰ ਤਬ ਵੈਸੇ ਰਾਖਸ ਹੇਰੇ। ਸੋ ਇਹ ਨਰ ਜਿਹੜੇ ਬੈਠੇ ਸਨ ਇਹ ਤਾਂ ਵਿਚਾਰੇ ਕੰਬਣ ਲੱਗੇ ਦੇਖ ਕੇ, ਡਰ ਆਇਆ ਦੇਖ ਕੇ ਇਹ ਜੇ ਸਰੂਪ ਨੂੰ। ਅਗਨ ਨੈਣ ਕੇ ਕ੍ਰੋਧ ਕਨੇਰੇ। ਉਹ ਜਿਹੜਾ ਹੈ ਇਹ ਦੈਂਤ ਆਇਆ ਹੈ ਗੁੱਸੇ ਦੇ ਵਿੱਚ, ਤੇ ਗੁੱਸੇ ਦੇ ਨਾਲ ਇਹਦੇ ਅੱਖਾਂ ਦੇ ਡੇਲੇ ਵੀ ਲਾਲ ਹੋ ਗਏ, ਰੈਡ ਕਲਰ ਹੋ ਗਏ ਜੀ। ਡਰ ਮਮ ਤਿਆਗ ਰਹੇ ਇਹ ਥਾਈ। ਤੇ ਉਹ ਆ ਕੇ ਦੈਂਤ ਕਹਿੰਦਾ ਹੈ ਕਿ ਦੇਖੋ ਇਹਨਾਂ ਨੇ ਮੇਰਾ ਡਰ ਤਿਆਗ ਦਿੱਤਾ। ਅੱਗੇ ਤਾਂ ਪਿੰਡ ਛੱਡ ਕੇ ਚਲੇ ਜਾਂਦੇ ਸਨ, ਹੁਣ ਤਾਂ ਇਹਨਾਂ ਦਾ ਡਰ ਵੀ ਚੁੱਕਿਆ ਗਿਆ। ਦੇ ਆਰ ਨਾਟ ਹੈਵਿੰਗ ਦ ਫੀਅਰ, ਕਹਿੰਦੇ ਇਹਨਾਂ ਦਾ ਫੀਅਰ ਉੱਡ ਗਿਆ। ਤੇ ਹੁਣ ਦੇਖੋ ਇਹ ਬੈਠੇ ਹਨ ਢੀਠ ਬਣ ਕੇ, ਤੇ ਇੱਥੇ ਹੀ ਰਹਿ ਗਏ, ਛੱਡ ਕੇ ਨਹੀਂ ਗਏ ਪਿੰਡ ਨੂੰ। ਤਜੋ ਨਾ ਅਬ ਇਨ ਲਿਓ ਚਬਾਈ। ਉਸ ਕਰਕੇ ਇਹ ਦੈਂਤ ਜਿਹੜਾ ਹਨ ਇਹ ਸਲਾਹ ਕਰਦਾ ਹੈ, ਬੋਲਦਾ ਆਪਣੇ ਮੂੰਹ ਦੇ ਵਿੱਚੋਂ, ਕਹਿੰਦਾ ਮੈਂ ਅੱਜ ਨਹੀਂ ਇਹਨਾਂ ਨੂੰ ਛੱਡਾਂਗਾ, ਇਹਨਾਂ ਨੂੰ ਇੱਕ ਇੱਕ ਨੂੰ ਚੱਬ ਚੱਬ ਕੇ ਮੈਂ ਖਾਵਾਂਗਾ, ਇਹਨਾਂ ਨੂੰ ਚਿਊ ਕਰਕੇ ਮੈਂ ਖਾਵਾਂਗਾ, ਕਿਸੇ ਨੂੰ ਛੱਡਣਾ ਕੋਈ ਨਹੀਂ ਹੈਗਾ। ਦੋਹਰਾ ਦਾਰਨ ਦੀਰਘ ਦਾਂਤ ਖਲ ਔਸਟ ਚਾਟਤ ਜੀਹ। ਦੇਖੋ ਇਹਦੇ ਦੰਦ ਜਿਹੜੇ ਵੱਡੇ ਹਨ, ਲੰਮੇ ਲੰਮੇ ਦੰਦ ਹਨ ਜੋ ਕਿ ਮੂੰਹ ਵਿੱਚੋਂ ਬਾਹਰ ਆ ਰਹੇ ਨੇ, ਤੇ ਆਪਣੀ ਜੀਭ ਦੇ ਨਾਲ ਇਹ ਆਪਣੇ ਜਿਹੜੇ ਬੁੱਲ ਹਨ ਨਾ, ਲਿਪਸ, ਉਹਨਾਂ ਨੂੰ ਚੱਟ ਰਿਹਾ ਹੈ। ਇਸ ਤਰ੍ਹਾਂ ਕਰਦਾ ਹੋਇਆ ਅੱਗੇ ਵੱਧ ਕੇ ਆ ਰਿਹਾ ਹੈ। ਹਾਥ ਵਿਖਿਆ ਜਵਲਤੀ ਅਗਨ ਨਰ ਦੁਖ ਦਾਨੀ ਦੀਹ। ਹੱਥ ਵਿੱਚ ਇਹਦੇ ਕੀ ਹੈ, ਬਲਦੀ ਹੋਈ ਇੱਕ ਟੌਰਚ ਲੈ ਕੇ ਆ ਰਿਹਾ ਹੈ, ਜੋ ਕਿ ਬੜਾ ਦੁੱਖ ਦੇਣ ਵਾਲੀ ਹੈ, ਜੋ ਪੁਰਸ਼ਾਂ ਨੂੰ, ਇਨਸਾਨਾਂ ਨੂੰ ਦੁੱਖ ਦੇਣ ਵਾਸਤੇ, ਉਹਨਾਂ ਦੇ ਘਰ ਪਿੰਡ ਸਾੜਨ ਵਾਸਤੇ ਆਪਣੇ ਨਾਲ ਇੱਕ ਟੌਰਚ ਵੱਡੀ ਲੈ ਕੇ ਆ ਰਿਹਾ ਹੈ। ਚੌਪੇ ਡਰੇ ਲੋਕ ਜਾਨੀ ਮ੍ਰਿਤ ਆਏ। ਸੋ ਲੋਕ ਡਰ ਗਏ, ਕਹਿੰਦੇ ਸਾਡੀ ਤਾਂ ਮੌਤ ਆ ਗਈ ਜੀ, ਹੁਣ ਨਹੀਂ ਬਚਦੇ, ਅੱਗੇ ਤਾਂ ਭੱਜ ਜਾਂਦੇ ਆ, ਅੱਜ ਤਾਂ ਸਾਹਮਣੇ ਆ ਗਿਆ ਇਹ। ਪੀਤ ਭਏ ਮੁਖ ਥੂਕ ਸੁਕਾਏ। ਦੇਖੋ ਉਹਨਾਂ ਦੇ ਰੰਗ ਪੀਲੇ ਹੋ ਗਏ, ਉਹਨਾਂ ਦੇ ਮੂੰਹ ਉੱਡ ਗਏ ਲੋਕਾਂ ਦੇ, ਤੇ ਮੁਖ ਕਹਿੰਦੇ ਮੂੰਹ ਵਿੱਚੋਂ ਥੁੱਕ ਵੀ ਸੁੱਕ ਗਿਆ, ਮੂੰਹ ਸੁੱਕ ਗਏ ਉਹਨਾਂ ਦੇ ਦੇਖ ਕੇ ਅਸੀਂ ਦੈਂਤ ਨੂੰ। ਸੁਖ ਚੇ ਤਨ ਕੰਪਤ ਬਿਨ ਚੈਨਾ। ਕਹਿੰਗੇ ਸੁੰਗੜ ਗਏ ਵਿਚਾਰੇ, ਕੰਬਣ ਲੱਗੇ ਉਸ ਦਾ ਜਿਹੜਾ ਡਰ ਕਰਕੇ, ਫੀਅਰ ਕਰਕੇ ਉਹਨਾਂ ਨੂੰ ਕੰਬਾ ਛਿੜ ਗਿਆ, ਸ਼ਿਵਰਿੰਗ ਕਰਨ ਲੱਗੇ ਜੀ, ਉਹ ਸ਼ਿਵਰ ਹੋ ਗਏ ਜੀ, ਐ ਹਿੱਲਣ ਲੱਗੇ ਜੀ ਉਹਨਾਂ ਦੇ ਸਰੀਰ ਡਰ ਵਿੱਚ। ਦੇਖ ਨਾ ਸਕੈ ਮੁੰਦ ਲਿਆ ਨੈਣਾ। ਪਰ ਹੁਣ ਦੇਖੋ ਇਹਨਾਂ ਤੋਂ ਦੇਖਿਆ ਨਹੀਂ ਜਾਂਦਾ, ਕਿਉਂਕਿ ਦੇਖਦੇ ਹਨ ਤਾਂ ਡਰਦੇ ਹਨ। ਉਹਨਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ, ਅੱਖਾਂ ਬੰਦ ਕਰਕੇ, ਘੁੱਟ ਕੇ, ਦੱਬ ਕੇ ਅੱਖਾਂ ਬੰਦ ਕਰਕੇ ਬੈਠੇ ਹਨ। ਕਹੈ ਪਰਸ ਪਰ ਅਬ ਭਾ ਮਰਨਾ। ਤੇ ਇੱਕ ਦੂਜੇ ਵੱਲ ਜਿਹੜਾ ਹੈ ਥੋੜਾ ਜਿਹਾ, ਜਿਹੜਾ ਇੱਕ ਦੂਜੇ ਨੂੰ ਜਿਹੜਾ ਹੈ ਦੇਖ ਕੇ ਕਹਿੰਦੇ ਆ ਅੱਜ ਤਾਂ ਮਰੇ, ਵੀ ਆਰ ਗੋਨ ਟੁਡੇ। ਹਾਂਜੀ ਮਰੇ ਅੱਜ ਨਹੀਂ ਆਪਾਂ ਬਚਦੇ, ਆ ਗਿਆ ਜੀ ਸਾਹਮਣੇ, ਅੱਜ ਤਾਂ ਦੰਦ ਵੀ ਤਿੱਖੇ ਕਰਕੇ ਲਿਆਇਆ, ਇਹ ਸੋਹਣੇ ਧੋ ਕੇ ਲਿਆਇਆ, ਇਹਨੂੰ ਤਾਂ ਚੰਗਾ ਆਪਾਂ ਨੂੰ ਚੱਬ ਜਾਣਾ ਅੱਜ।
ਤੇ ਅੱਡੀ ਵਿੱਚ ਟੱਚ ਚੱਕੀ ਫਿਰਦਾ, ਇਹਨੇ ਤਾਂ ਛੱਡਣਾ ਕਿਸੇ ਨੂੰ ਨਹੀਂ, ਸਾਰਿਆਂ ਨੂੰ ਅੱਗ ਲਾ ਦੇਣੀ ਆ। ਇੱਕ ਦੂਜੇ ਨੂੰ ਕਹਿੰਦੇ ਬਸ ਮਰ ਗਏ ਆਪਾਂ ਅੱਜ। ਜਾਵਹਿ ਕਹਿ ਚਰਨਨ ਕੀ ਸਰਨਾ। ਕਹਿਣ ਲੱਗੇ ਜਾਵੇ ਕਿ, ਕਹਿਣ ਲੱਗੇ ਹੁਣ ਜੇ ਗੁਰੂ ਨਾਨਕ ਨੇ ਨਾ ਬਚਾਇਆ ਆਪਾਂ ਕਿਹਦੇ ਕੋਲ ਜਾਵਾਂਗੇ, ਕਿਹਦੀ ਸ਼ਰਨ ਲਵਾਂਗੇ ਹੁਣ? ਜੇ ਇਹ ਗੁਰੂ ਨਾਨਕ ਨਾ ਬਚਾ ਸਕੇ ਆਪਾਂ ਨੂੰ, ਫਿਰ ਤਾਂ ਆਪਾਂ ਮਾਰੇ ਗਏ ਅੱਜ। ਆਗੇ ਘਰ ਜਲਨੇ ਕੀ ਚਿੰਤਾ। ਤੇ ਅੱਗੇ ਜਿਹੜੀ ਹੈ, ਅੱਗੇ ਤਾਂ ਸਿਰਫ ਇੰਨਾ ਹੀ ਡਰ ਰਹਿੰਦਾ ਸੀ ਵੀ ਸਾਡੇ ਘਰ ਸੜ ਜਾਣੇ ਨੇ, ਤੇ ਉਹਦਾ ਉਪਾਅ ਇਹੀ ਸੀਗਾ ਵੀ ਮੁੜ ਕੇ ਫੇਰ ਬਣਾ ਲਓ। ਪਰ ਕਹਿੰਦੇ ਜੇ ਅੱਜ ਆਪਾਂ ਮਰ ਗਏ, ਜੀਵਨ ਤਾਂ ਨਹੀਂ ਨਾ ਮੁੜ ਕੇ ਮਿਲਣਾ। ਹਾਂਜੀ, ਘਰ ਤਾਂ ਸੜੇ ਹੋਏ ਬਣ ਜਾਂਦੇ ਨੇ, ਜੇ ਆਪਾਂ ਸੜ ਗਏ ਆਪਾਂ ਨੂੰ ਕਿਹਨੇ ਬਣਾਉਣਾ ਮੁੜ ਕੇ? ਅਬ ਜਾਨੀ ਭਾ ਪ੍ਰਾਨਨ ਅੰਤਾ। ਤੇ ਉਹਨਾਂ ਨੇ ਜਾਣਿਆ ਜੀ ਆਪਣੇ ਪ੍ਰਾਣਾਂ ਦਾ ਅੰਤ ਹੋ ਗਿਆ, ਅੱਜ ਆਪਣੀ ਲਾਈਫ ਖਤਮ ਹੈ, ਦ ਲਾਸਟ ਡੇ ਆਫ ਆਵਰ ਲਾਈਫ ਹੈ। ਭਾਗ ਜਾਏ ਥੇ ਹਮ ਇਹ ਕਾਲਾ। ਦੇਖੋ ਜੇ ਅਸੀਂ ਭੱਜਣ ਜੋਗੇ ਹੁੰਦੇ ਤਾਂ ਭੱਜ ਵੀ ਜਾਂਦੇ, ਪਰ ਹੁਣ ਭੱਜੀਏ ਵੀ ਕਿੱਥੇ, ਤਾਂ ਸਾਹਮਣੇ ਆ ਗਿਆ ਹੁਣ। ਕਹਿ ਰਾਖੇ ਇਨ ਸੰਤ ਕਿਰਪਾਲਾ। ਕਹਿਣਗੇ ਕਹਿ ਰਾਖੇ, ਕਹਿਣਗੇ ਕੀ ਇਹ ਰੱਖ ਲੈਣਗੇ? ਆ ਜਿਹੜੇ ਸੰਤ ਹਨ, ਗੁਰੂ ਨਾਨਕ ਸਾਹਿਬ ਜੀ ਵੱਲ ਦੇਖ ਕੇ ਕਹਿੰਦੇ ਇਹ ਕਿਰਪਾ ਦੇ ਘਰ ਜਿਹੜੇ ਸੰਤ ਹਨ, ਕੀ ਇਹ ਆਪਾਂ ਨੂੰ ਬਚਾ ਲੈਣਗੇ ਕਿ ਨਹੀਂ? ਉਹ ਜਨ ਹੈ ਅਬ ਕੋ ਬਿਦ ਹੋਵਹਿ। ਪਰ ਹੁਣ ਪਤਾ ਨਹੀਂ ਕੀ ਹੋਵੇਗਾ। ਹੁਣ ਤਾਂ ਆਪਾਂ ਇਹਨਾਂ ਤੇ ਭਰੋਸਾ ਕੀਤਾ ਹੈ, ਇਹ ਸੰਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਤੇ ਕਹਿੰਦੇ ਹੁਣ ਨਹੀਂ ਪਤਾ ਕੀ ਹੋਣਾ ਹੈ, ਚੱਲ ਦੇਖੀ ਜਾਊ ਹੁਣ। ਜੀਵਤ ਬਚਾ ਕੇ ਪ੍ਰਾਨਨ ਖੋਵਹਿ। ਹੁਣ ਜਾਂ ਤਾਂ ਆਪਾਂ ਬਚਾਂਗੇ ਜਾਂ ਮਰਾਂਗੇ, ਬਸ ਇਹ ਦੋ ਹੀ ਗੱਲਾਂ ਹੋਣੀਆਂ ਆਪਣੇ ਨਾਲ ਹੁਣ। ਦੋਹਰਾ ਨਰ ਨਾਰਨ ਕੋ ਦੇਖ ਗੁਰ, ਜੇ ਕੰਪਤ ਭੈ ਪੀਤ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਾਰੀ ਸੰਗਤ ਵੱਲ ਦੇਖ ਰਹੇ ਨੇ, ਮਹਾਰਾਜ ਆਪਣੇ ਨੇਤਰਾਂ ਨਾਲ ਹਰ ਇੱਕ ਨੂੰ ਆਬਜ਼ਰਵ ਕਰ ਰਹੇ ਨੇ ਕਿ ਕੀ ਦੇਖਦੇ ਹਨ। ਹਰ ਇੱਕ ਨਰ ਅੱਖਾਂ ਬੰਦ ਕਰਕੇ ਕੰਬ ਰਿਹਾ ਹੈ, ਉਹਨਾਂ ਨੂੰ ਇੰਨਾ ਡਰ ਹੈ, ਸਾਰਾ ਸਰੀਰ ਉਹਨਾਂ ਦਾ ਕਾਂਬਾ ਛਿੜਿਆ ਹੋਇਆ ਹੈ ਉਹਨਾਂ ਨੂੰ। ਕਰੂਰ ਦ੍ਰਿਸ਼ਟ ਤਿਸ ਦੈਤ ਦਿਸ, ਕੀਨੀ ਹਰਨ ਅਨੀਤ। ਬਸ ਦੇਖੋ ਗੁਰੂ ਨਾਨਕ ਸਾਹਿਬ ਜੀ ਨੇ ਕੀ ਕੀਤਾ। ਮਹਾਰਾਜ ਨੇ ਗੁੱਸੇ ਵਾਲੀਆਂ ਅੱਖਾਂ ਦੇ ਨਾਲ, ਜੀ ਜੋ ਗੁੱਸਾ ਆਉਂਦਾ ਨਾ, ਕਹਿੰਦੇ ਉਹ ਅੱਖਾਂ ਜਿਹੜੀਆਂ ਛੋਟੀਆਂ ਹੋ ਜਾਂਦੀਆਂ ਨੇ, ਸੋ ਮਹਾਰਾਜ ਨੇ ਅੱਖਾਂ ਗੁੱਸੇ ਵਾਲੀਆਂ ਕਰਕੇ ਟੇਢੀ ਨਿਗਾਹ ਦੇ ਨਾਲ ਜਿੱਧਰੋਂ ਉਹ ਦੈਂਤ ਆਉਂਦਾ ਸੀ ਨਾ, ਉਹਦੇ ਵੱਲ ਦੇਖਿਆ। ਬੜੀਆਂ ਗੁੱਸੇ ਵਾਲੀ ਨਿਗਾਹ ਦੇ ਨਾਲ ਉਹਦੇ ਵੱਲ ਜਦੋਂ ਦੇਖਣਾ ਕੀਤਾ, ਚੌਪੇ ਤਿਸੀ ਸਮੇਂ ਮਹਿ ਦੈਂਤ ਵਿਸਾਲਾ। ਕੀ ਹੋਇਆ? ਜੋ ਵੱਡਾ ਦੈਂਤ ਸੀ, ਜਿਹਦੇ ਲੱਤਾਂ ਜਿਹੜੀਆਂ ਪਤਾਲ ਵਿੱਚ ਤੇ ਸਿਰ ਆਕਾਸ਼ ਵਿੱਚ ਲੱਗਦਾ ਸੀ, ਜੋ ਇਹ ਵੱਡਾ ਦੈਂਤ ਆ ਰਿਹਾ ਸੀ ਧੂਮ ਧਾਮ ਦੇ ਨਾਲ। ਬਿਕੁਲ ਪਰਿਓ ਧਰਨੀ ਮੁਰਛਾਲਾ। ਕੀ ਹੋਇਆ? ਅਚਾਨਕ ਕੀ ਹੋਇਆ ਕਿ ਉਹ ਜਿਹੜਾ ਹੈ ਫੇਂਟ ਹੋ ਗਿਆ, ਉਹਨੂੰ ਬੇਹੋਸ਼ ਹੋ ਕੇ ਉਹ ਡਿੱਗ ਪਿਆ ਜੀ ਧਰਤੀ ਤੇ। ਕੀ ਹੋਇਆ ਕਿ ਅਚਾਨਕ ਹੀ ਸਤਿਗੁਰਾਂ ਦੀ ਨੇਤਰਾਂ ਦੀ ਨਿਗਾਹ ਐਸੀ ਪਈ ਉਹਦੇ ਉੱਤੇ ਕਿ ਉਹਨੂੰ ਆਪਣੇ ਸਰੀਰ ਦੀ ਹੋਸ਼ ਨਾ ਰਹੀ। ਉਹ ਜਿਹੜਾ ਹੈ ਉਸ ਵੇਲੇ ਆਏ ਹੋਇਆ, ਉਹ ਜਿਹੜਾ ਧਰਤੀ ਤੇ ਉਸੇ ਵੇਲੇ ਡਿੱਗ ਪਿਆ ਜੀ। ਬਹੁਤ ਪੁਰਾਤਨ ਤਰਜਿਓ ਕੋ। ਜਿਵੇਂ ਕੋਈ ਪੁਰਾਣਾ ਵੱਡਾ ਦਰਖਤ ਟਰੀ ਹੁੰਦਾ ਹੈ, ਜੋ ਹਵਾ ਦੇ ਵਗਣ ਕਰਕੇ ਉਹ ਡਿੱਗ ਪੈਂਦਾ ਹੈ ਨਾ ਜੜਾਂ ਸਮੇਤ, ਤਾਂ ਇਸੇ ਤਰ੍ਹਾਂ ਹੀ ਉਹ ਦੈਂਤ ਡਿੱਗਿਆ। ਪਵਨ ਬੇਗ ਸੋ ਉਖਰਤ ਸੋ। ਹਾਂ, ਜਿਵੇਂ ਜਿਹੜਾ ਹਨ ਹਵਾ ਦੀ ਤੇਜ਼ੀ ਨਾਲ ਕੋਈ ਦਰਖਤ ਅਪਰੂਟ ਹੁੰਦਾ ਹੈ, ਤਿਸ ਬਿਦ ਗਿਰਿਓ ਭਿਆਨਕ ਭਾਰੀ। ਦੇਖੋ ਉਹ ਡਿੱਗ ਪਿਆ ਹਵਾ ਦੇ ਝੋਂਕੇ ਦੇ ਨਾਲ, ਜਿਵੇਂ ਦਰਖਤ ਡਿੱਗਦਾ ਹੈ, ਇਹ ਦੈਂਤ ਡਿੱਗ ਪਿਆ ਜੀ ਧਰਤੀ ਤੇ। ਜਿਹ ਤਨ ਸਰਬ ਚੇਸਤਾ ਹਾਰੀ। ਉਹਨੇ ਸਾਰੀ ਸਰੀਰ ਦੀ ਕੌਨਸ਼ੀਅਸਨੈਸ ਗਵਾ ਲਈ, ਉਹਨੂੰ ਕੋਈ ਹੋਸ਼ ਨਹੀਂ ਆਪਣੇ ਸਰੀਰ ਦੀ ਹੁਣ। ਜਹ ਚਰਨਾਰ ਬਿੰਦ ਜਗ ਗੁਰ ਕੋ। ਪਰ ਕੀ ਹੁੰਦਾ ਹੈ ਜਦੋਂ ਉਹ ਦੈਂਤ ਡਿੱਗਦਾ ਹੈ ਨਾ, ਉਹਦਾ ਸੀਸ, ਉਹਦਾ ਸਿਰ ਜਿਹੜਾ ਸੀ ਨਾ ਦੈਂਤ ਦਾ, ਉਹ ਐਨ ਉੱਥੇ ਡਿੱਗਿਆ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਹਨ। ਮਹਾਰਾਜ ਦੇ ਚਰਨਾਂ ਵੱਲ ਐਨ ਨੇੜੇ ਹੋ ਕੇ ਉਹ ਡਿੱਗਿਆ। ਗਿਰਤ ਸਮੇਂ ਤਹ ਗੇਰਿਓ ਸਿਰ ਕੋ। ਕਹਿਣ ਲੱਗੇ ਜਿਹੜਾ ਹਨ ਉਸ ਵੇਲੇ ਡਿੱਗਦਿਆਂ ਹੋਇਆਂ ਨੇ ਗੇਰਿਓ ਸਿਰ ਕੋ, ਉਹਦਾ ਸਿਰ ਡਿੱਗਿਆ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕੋਲ। ਕਰੁਣਾ ਨਿਧ ਪਿਖ ਕਰੁਣਾ ਆਈ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਦੇਖਿਆ ਨਾ ਉਹ ਦੈਂਤ ਡਿੱਗ ਪਿਆ, ਮਹਾਰਾਜ ਨੂੰ ਤਰਸ ਆ ਗਿਆ। ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਦੇ ਵੱਲ ਦੇਖ ਕੇ ਤਰਸ ਕੀਤਾ। ਅੰਤ ਦੀਨਤਾ ਜਾਹੇ ਜਨਾਈ। ਅੰਤ ਦੀਨਤਾ ਕਹਿਣ ਲੱਗੇ ਓੜਕ ਜਿਹੜਾ ਹਨ ਅਖੀਰ ਕਰ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਦੇ ਘਰ ਵਿੱਚ ਆ ਗਏ। ਸੀਸ ਚੁਹਾਇਓ ਤੇ ਪਦ ਪਦਮੰ। ਦੇਖੋ ਕਿੱਡੀ ਕਿਰਪਾ ਕੀਤੀ ਉਸ ਦੈਂਤ ਦੇ ਉੱਤੇ, ਸਤਿਗੁਰਾਂ ਦੇ ਕੋਲ ਉਹਦਾ ਸੀਸ, ਉਹਦਾ ਸਿਰ ਡਿੱਗਿਆ ਪਿਆ ਦੈਂਤ ਦਾ। ਮਹਾਰਾਜ ਨੇ ਆਪਣਾ ਚਰਨ ਪਸਾਰ ਕੇ ਨਾ ਉਹਦੇ ਸਿਰ ਨੂੰ ਆਪਣੇ ਚਰਨ ਲਾ ਦਿੱਤੇ, ਆਪਣਾ ਉਹਨਾਂ ਜਿਹੜਾ ਆਪਣੇ ਚਰਨ ਜਿਹੜੇ ਹਨ ਉਹਦੇ ਸਿਰ ਨਾਲ ਸੁਹਾ ਦਿੱਤੇ, ਟੱਚ ਕਰ ਦਿੱਤਾ ਉਹਦਾ ਸਿਰ ਆਪਣੇ ਚਰਨਾਂ ਦੇ ਨਾਲ। ਜੋ ਸਭ ਸਿੱਖਿਆ ਨ ਕਿਉ ਸੁਖ ਸਦਵੰ। ਉਹੀ ਚਰਨ ਨੇ ਜਿਹੜੇ ਸਿੱਖਾਂ ਨੂੰ ਸੁਖ ਦੇਣ ਵਾਲੇ ਨੇ, ਉਹੀ ਚਰਨ ਨੇ ਜਿਹੜਾ ਤੁਲਸਾਂ ਦਾਸੀ ਨੇ ਚੱਟ ਕੇ ਬ੍ਰਹਮ ਗਿਆਨ ਨੂੰ ਪ੍ਰਾਪਤ ਕੀਤਾ, ਉਹੀ ਚਰਨ ਨੇ ਜੋ ਸਿੱਖਾਂ ਨੂੰ ਤਾਰਨ ਵਾਲੇ ਹਨ। ਦੋਹਰਾ ਛੋਤ ਚਰਨ ਮੁਰਛਾ ਛੁਟੀ ਭਇਓ ਸਰੀਰ ਸੁਚੇਤ। ਦੇਖੋ ਮਹਾਰਾਜ ਦਾ ਚਰਨ ਲੱਗਣ ਦੀ ਦੇਰ ਸੀ ਉਹਦੇ ਸਿਰ ਨੂੰ,
ਲੱਗਦਿਆਂ ਸਾਰ ਹੀ ਕੀ ਹੋਇਆ, ਉਹਨੂੰ ਹੋਸ਼ ਆ ਗਈ ਦੈਂਤ ਨੂੰ। ਸ਼ਸਤਰ ਹਨੇ ਸੰਜੀਵਨੀ ਜਿਉ ਲਗਾਏ ਤੇ ਦੇਤ। ਕਹਿਣਗੇ ਇਹ ਤਾਂ ਹਾਲ ਇਵੇਂ ਹੋ ਗਿਆ ਜਿਵੇਂ ਕੋਈ ਜਿਹੜਾ ਹਾਂ ਯੁੱਧ ਵਿੱਚ ਕੋਈ ਜ਼ਖਮੀ ਪਿਆ ਹੁੰਦਾ ਹੈ, ਉਸ ਤਰ੍ਹਾਂ ਜਿਵੇਂ ਇੱਕ ਜਿਹੜਾ ਹਾਂ ਲక్ష్మణ ਜਿਹੜਾ ਹੈ ਉਹ ਮੁਰਸ਼ਾ ਖਾ ਗਿਆ ਸੀ, ਤਾਂ ਉਹਨੂੰ ਜਿਉਣ ਵਾਸਤੇ ਸੰਜੀਵਨੀ ਬੂਟੀ ਲਿਆ ਕੇ ਉਹਦੇ ਮੂੰਹ ਵਿੱਚ ਪਾਈ ਤੇ ਉਸੇ ਵੇਲੇ ਉਹ ਜਿਹੜਾ ਹੈ ਉੱਠ ਕੇ ਖੜਾ ਹੋ ਗਿਆ ਸੀ। ਕਹਿੰਦੇ ਇਸੇ ਪ੍ਰਕਾਰ ਹੀ ਇਸ ਤਰ੍ਹਾਂ ਹੀ ਹੋਇਆ, ਸਤਿਗੁਰਾਂ ਦਾ ਚਰਨ ਉਹਦੇ ਸਿਰ ਨੂੰ ਲੱਗਿਆ ਤੇ ਸਿਰ ਨੂੰ ਲੱਗਣ ਸਾਰ ਹੀ ਉਹਨੂੰ ਹੋਸ਼ ਆ ਗਈ। ਚੌਪੇ ਤੇਜ ਪ੍ਰਭਾਵ ਹੇਰ ਗੁਰ ਕੇਰੋ। ਜਦੋਂ ਉਹ ਦੈਂਤ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਤੇਜ ਪ੍ਰਭਾਵ ਦੇਖਿਆ, ਮਹਾਰਾਜ ਦਾ ਜਿਹੜਾ ਹੈ ਉਹਨਾਂ ਨੇ ਰੂਪ ਦੇ ਦਰਸ਼ਨ ਕੀਤੇ, ਨਿਮਰ ਭਇਓ ਮਨ ਦੀਨ ਕਨੇਰੋ। ਉਹਨਾਂ ਦਾ ਮਨ ਜਿਹੜਾ ਨਿਮਰਤਾ ਵਿੱਚ ਆ ਗਿਆ, ਉਹ ਦੈਂਤ ਨਿਮਰਤਾ ਵਿੱਚ ਆ ਗਿਆ, ਉਹਦਾ ਹੰਕਾਰ ਛੁੱਟ ਗਿਆ। ਤੇ ਮਹਾਰਾਜ ਦੀ ਦੇਖੋ ਨਿਗਾਹ ਕੈਸੀ ਹੈ, ਮਹਾਰਾਜ ਦੇ ਇੱਕ ਵਾਰੀ ਦਰਸ਼ਨ ਕਰਕੇ ਉਹਦਾ ਮਨ ਸਾਫ਼ ਹੋ ਗਿਆ ਦੈਂਤ ਦਾ। ਬੋਲਿਓ ਬਚਨ ਛਿਮਹੋ ਅਪਰਾਧੂ। ਤੇ ਹੱਥ ਜੋੜ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ ਖੜ ਕੇ ਕਹਿੰਦਾ, ਮਹਾਰਾਜ ਮੈਨੂੰ क्षमा ਕਰ ਦਿਓ, ਮੈਨੂੰ ਮੁਆਫ ਕਰ ਦਿਓ। ਪਰਮੇਸ਼ਰ ਤੁਮ ਬੇਖ ਸੋ ਸਾਧੂ। ਕਹਿਣ ਲੱਗੇ ਹੇ ਸਾਧੂ, ਮੈਂ ਤੁਹਾਡਾ ਨਾਂ ਨਹੀਂ ਜਾਣਦਾ, ਪਰ ਤੁਹਾਡੇ ਵਿੱਚ ਤੇ ਪਰਮੇਸ਼ਰ 'ਚ ਕੋਈ ਫਰਕ ਨਹੀਂ ਹੈ। ਹਉ ਅਣਜਾਣ ਨਾ ਮਹਿਮਾ ਜਾਨੀ। ਮੈਂ ਜਿਹੜਾ ਹੈ ਮੈਨੂੰ ਇਸ ਕਰਕੇ ਜਿਹੜੀ ਹੈ ਮੁਆਫੀ ਦਿਓ, ਕਿਉਂਕਿ ਮੈਂ ਅਜਾਣ ਹਾਂ। ਮੈਂ ਅਣਜਾਣ ਹੋਣ ਕਰਕੇ ਮੈਂ ਤੁਹਾਡੇ ਤੇ ਹਮਲਾ ਕਰਕੇ ਆ ਰਿਹਾ ਸੀਗਾ, ਮੈਂ ਤੁਹਾਨੂੰ ਜਾਣਦਾ ਨਹੀਂ ਸੀ। ਇਸ ਕਰਕੇ ਮਹਾਰਾਜ ਮੈਨੂੰ ਅਣਜਾਣ ਨੂੰ ਤੁਹਾਡੀ ਮਹਿਮਾ ਤੁਹਾਡੀ ਪ੍ਰੇਸ ਦਾ ਪਤਾ ਨਹੀਂ ਸੀ, ਮਾਫ ਕਰ ਦਿਓ ਮੈਨੂੰ। ਤੁਮ ਹੋ ਮਹਾਪੁਰਖ ਗੁਣ ਖਾਨੀ। ਤੁਮ ਹੋ ਮਹਾਪੁਰਖ, ਪਰ ਤੁਹਾਡੇ ਦਰਸ਼ਨ ਕਰਕੇ ਮੈਨੂੰ ਪਤਾ ਤੁਸੀਂ ਮਹਾਪੁਰਸ਼ ਹੋ, ਤੁਸੀਂ ਗੁਣ ਖਾਨ, ਗੁਣਾ ਦੇ ਟ੍ਰੈਸ਼ਰ ਹੋ। ਤੇ ਜੇ ਮੇਰੇ ਜਿਹੜੇ ਪਾਪ ਵੱਡੇ ਨੇ ਤਾਂ ਤੁਸੀਂ ਬਖਸ਼ਣ ਵਾਲੇ ਵੀ ਵੱਡੇ ਹੋ। ਇਨ ਲੋਕਨ ਤੇ ਆਨ ਮਨਾਉ। ਮਹਾਰਾਜ ਇਨ ਲੋਕਨ ਤੇ ਆਨ ਮਨਾਉ, ਮੈਂ ਇਹਨਾਂ ਦੇ ਘਰ ਪਤਾ ਕਿਉਂ ਸਾੜਦਾ ਸੀ, ਮੈਂ ਇਹਨਾਂ ਨੂੰ ਆਪਣਾ ਪਾਵਰ ਦਿਖਾਉਂਦਾ ਸੀ, ਮੈਂ ਇਹਨਾਂ ਲੋਕਾਂ ਨੂੰ ਆਪਣੇ ਕੰਟਰੋਲ ਵਿੱਚ ਕਰਨਾ ਚਾਹੁੰਦਾ ਹਾਂ। ਮੈਂ ਇਹ ਚਾਹੁੰਦਾ ਹਾਂ ਕਿ ਰੱਬ ਨਾਲੋਂ ਮੈਨੂੰ ਜ਼ਿਆਦੇ ਇਹ ਮੰਨਣ, ਪਰਮੇਸ਼ਰ ਦਾ ਡਰ ਨਾ ਇਹਨਾਂ ਕੋਲ ਹੋਵੇ, ਮੇਰਾ ਡਰ ਜ਼ਿਆਦੇ ਹੋਵੇ। ਮੈਂ ਇਹਨਾਂ ਨੂੰ ਆਪਣੀ ਈਨ ਮਰਜ਼ੀ ਮਨਾਉਂਦਾ ਸੀ। ਜਾਂ ਤੇ ਇਨਕੇ ਧਾਮ ਜਲਾਉ। ਇਸ ਕਰਕੇ ਮੈਂ ਇਹਨਾਂ ਦੇ ਘਰ ਹਰ ਵੇਲੇ 6 ਮਹੀਨਿਆਂ ਬਾਅਦ ਆ ਕੇ ਸਾੜਦਾ ਸੀ, ਕਿਉਂਕਿ ਬੰਦਾ ਵੀ ਉਹਨੂੰ ਮੰਨਦਾ ਹੈ ਨਾ ਜਿੱਤੋਂ ਡਰਦਾ ਹੈ। ਅਬ ਤੁਮਰੇ ਪਦ ਪਦਮ ਸੁਹਾਏ। ਮਹਾਰਾਜ ਹੁਣ ਤੁਹਾਡੇ ਜਿਹੜੇ ਹਨ ਬਖਸ਼ਾਂ ਭਰੇ, ਜਿਹੜੇ ਹਨ ਮੁਕਤੀ ਦੇਣ ਵਾਲੇ ਚਰਨ ਕਮਲਾਂ ਦੀ ਸ਼ੋਭ ਮੈਨੂੰ ਪ੍ਰਾਪਤ ਹੋ ਗਈ। ਇਨਕੇ ਭਾਗ ਜਗੇ ਜਬ ਆਏ। ਮਹਾਰਾਜ ਇਨਕੇ ਭਾਗ, ਇਹਨਾਂ ਦੇ ਵੀ ਭਾਗ ਜਾਗ ਗਏ ਜਿਨ੍ਹਾਂ ਨੇ ਤੁਹਾਡੀ ਸੇਵਾ ਕਰ ਲਈ, ਤੁਹਾਡੇ ਦਰਸ਼ਨ ਕਰ ਲਏ ਪਿੰਡ ਵਾਲਿਆਂ ਨੇ। ਕਰੋ ਸਬਨ ਕੋ ਅਬ ਕਲਿਆਣਾ। ਮਹਾਰਾਜ ਹੁਣ ਸਾਰਿਆਂ ਦਾ ਕਲਿਆਣ ਕਰ ਦਿਓ, ਮੇਰੇ ਸਮੇਤ ਮੇਰਾ ਵੀ ਕਰ ਦਿਓ ਤੇ ਇਹਨਾਂ ਦਾ ਵੀ ਕਲਿਆਣ ਕਰ ਦਿਓ। ਮੁਕਤੀ ਇਹਨਾਂ ਨੂੰ ਵੀ ਦੇ ਦਿਓ ਤੇ ਮੈਨੂੰ ਵੀ ਦੇ ਦਿਓ। ਉਪਕਾਰੀ ਤੁਮ ਕਿਰਪਾ ਨਿਧਾਨਾ। ਮਹਾਰਾਜ ਤੁਸੀਂ ਪਰ ਉਪਕਾਰ ਦੂਸਰੇ ਦਾ ਭਲਾ ਕਰਨ ਵਾਲੇ ਹੋ, ਸਤਿਗੁਰੂ ਜੀ ਕਿਰਪਾ ਦੇ ਖਜ਼ਾਨੇ ਹੋ ਤੁਸੀਂ। ਦੋਹਰਾ ਮੈਂ ਤੁਮ ਦਾਸਨ ਦਾਸ ਹੋ, ਜਿਹ ਬਿਦ ਦੇਹੋ ਰਜਾਏ। ਮਹਾਰਾਜ ਮੈਂ ਤੁਹਾਡੇ ਦਾਸਾਂ ਦਾ ਵੀ ਦਾਸ ਹਾਂ, ਤੁਹਾਡੇ ਨੌਕਰਾਂ ਦਾ, ਸੇਵਕਾਂ ਦਾ ਵੀ ਅੱਗੇ ਸੇਵਕ ਹਾਂ। ਸਤਿਗੁਰੂ ਜੀ ਕਿਰਪਾ ਕਰਕੇ ਆਪਣੀ ਮੈਨੂੰ ਰਜਾ ਦੱਸੋ, ਮੈਂ ਹੁਣ ਕੀ ਕਰਾਂ। ਮਹਾਰਾਜ ਦੱਸੋ, ਮੈਂ ਤੁਹਾਡੇ ਹੁਕਮ ਵਿੱਚ ਹਾਂ, ਜੋ ਤੁਸੀਂ ਕਹੋਗੇ ਮੈਂ ਉਹੀ ਕਰਾਂਗਾ। ਇਹ ਦੈਂਤ ਕਹਿੰਦਾ, ਇਹ ਡੀਮਨ ਕਹਿੰਦਾ ਸਤਿਗੁਰਾਂ ਨੂੰ, ਸੋ ਕਰਹੁ ਨਿਸ਼ਚੈ ਸਦਾ ਜਾਤੇ ਕਸ਼ਟ ਮਿਟਾਏ। ਮਹਾਰਾਜ ਜੋ ਤੁਸੀਂ ਕਹੋਗੇ ਨਿਸ਼ਚੈ ਮੈਂ ਉਹੀ ਕਰਾਂਗਾ, ਮੈਂ ਬਿਲਕੁਲ ਉਹੀ ਕਰਾਂਗਾ ਜਿਵੇਂ ਤੁਸੀਂ ਹੁਕਮ ਕਰੋਗੇ ਪਾਤਸ਼ਾਹ ਜੀ, ਜਿਹਦੇ ਕਰਕੇ ਮੇਰੇ ਕਸ਼ਟ, ਮੇਰਾ ਦੁੱਖ ਮਿਟ ਜਾਵੇ। ਮੈਂ ਵੀ ਤਾਂ ਇੱਕ ਜੂਨ ਵਿੱਚ ਹਾਂ ਨਾ, ਮੈਨੂੰ ਵੀ ਤਾਂ ਦੁੱਖ ਹੈ ਸਤਿਗੁਰੂ ਜੀ, ਮੈਂ ਵੀ ਕਲਿਆਣ ਚਾਹੁੰਦਾ ਹਾਂ। ਇਸ ਕਰਕੇ ਕਿਰਪਾ ਕਰਕੇ ਮਹਾਰਾਜ ਦੱਸੋ ਮੈਂ ਕੀ ਕਰਾਂ। ਚੌਪੇ ਸ੍ਰੀ ਨਾਨਕ ਜੀ ਸੁਨ ਅਸਬਾਨੀ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਦੈਂਤ ਦੀ ਬੇਨਤੀ ਨੂੰ ਸੁਣਿਆ, ਸਰਦਾ ਬਹੁਤ ਪ੍ਰੀਤ ਮੈਂ ਸਾਨੀ। ਮਹਾਰਾਜ ਨੇ ਇਹ ਪਰਖਿਆ ਕਿ ਬਹੁਤ ਸ਼ਰਧਾ ਵਿੱਚ, ਬੜੇ ਪ੍ਰੇਮ ਵਿੱਚ, ਪਿਆਰ ਵਿੱਚ ਆ ਕੇ ਸਵੱਛ ਮਨ ਦੇ ਨਾਲ ਇਹਨੇ ਬੇਨਤੀ ਕੀਤੀ ਹੈ। ਬੋਲੇ ਬਚਨ ਦੀਨ ਕੇ ਦਿਆਲਾ। ਮਹਾਰਾਜ ਦੀਨਾਂ ਤੇ ਦਇਆ ਦੇ ਘਰ ਹਨ ਸਤਿਗੁਰੂ ਜੀ, ਦੀਨਾਂ ਵਾਸਤੇ ਦਇਆ ਦੇ ਘਰ ਸਤਿਗੁਰੂ ਜੀ ਨੇ ਬੋਲਣਾ ਕੀਤਾ। ਰਾਮ ਬਿਖੇ ਰਚੀਏ ਧਰਮਸ਼ਾਲਾ। ਮਹਾਰਾਜ ਨੇ ਹੁਕਮ ਕੀ ਕੀਤਾ, ਉਹ ਦੈਂਤ ਨੂੰ ਕਹਿੰਦਾ ਇਹ ਪਿੰਡ ਦੇ ਵਿੱਚ ਧਰਮਸ਼ਾਲਾ ਬਣਾ, ਧਰਮਸ਼ਾਲਾ ਤੂੰ ਜਿਹੜੀ ਹੈ ਉਹ ਬਣਾਉਣੀ ਕਰੋ ਕੀਰਤਨ ਮਿਲਤ ਹੈ ਮਾਹੀ। ਤੇ ਉਸ ਧਰਮਸ਼ਾਲਾ ਵਿੱਚ ਪਰਮੇਸ਼ਰ ਦਾ ਜਿਹੜਾ ਹਨ ਕੀਰਤਨ ਕਰੋ, ਸ਼ਬਦ
ਕਿ ਜਿਹੜਾ ਹਨ ਗੁਰਬਾਣੀ ਦਾ ਕੀਰਤਨ ਕਰੋ ਇੱਥੇ ਸਤਨਾਮ ਉਚਰੋ ਅਗ ਜਾਹੀ। ਤੇ ਹਮੇਸ਼ਾ ਹੀ ਸਤਨਾਮ ਵਾਹਿਗੁਰੂ ਦਾ ਨਾਮ ਜਪਣਾ ਕਰੋ, ਜਿਹਦੇ ਕਰਕੇ ਸਾਰੇ ਹੀ ਪਾਪ ਮਿਟ ਜਾਂਦੇ ਹਨ। ਭਰ ਜਲ ਅੰਨ ਹੋ ਤਹਿ ਨਿਜ ਸੀਸਾ। ਦੇਖੋ ਹੁਣ ਉਹ ਦੈਂਤ ਦੀ ਸੇਵਾ ਕੀ ਲਾਈ। ਸਤਿਗੁਰੂ ਕਹਿੰਦੇ ਇੱਥੇ ਜਿਹੜੀ ਸੰਗਤ ਜੁੜਿਆ ਕਰੇਗੀ ਨਾ ਧਰਮਸਾਲ ਦੇ ਵਿੱਚ, ਇਹਨਾਂ ਵਾਸਤੇ ਪਾਣੀ ਭਰ ਕੇ ਲਿਆਇਆ ਕਰ। ਤੂੰ ਪਾਣੀ ਢੋਣ ਦੀ, ਪਾਣੀ ਦੀ ਸਪਲਾਈ ਕਰਨ ਦੀ ਸੇਵਾ ਸੰਭਾਲ। ਉਦੈਂਤ ਨੂੰ ਕਹਿੰਦੇ ਤੂੰ ਜਾ ਕਰਕੇ ਪਾਣੀ ਲਿਆਇਆ ਕਰ ਤੇ ਇਹ ਸੰਗਤ ਦੀ ਤੂੰ ਸੇਵਾ ਕਰਿਆ ਕਰ। ਭਗਤ ਕਰ ਹੈ ਜਹ ਨਰ ਜਗਦੀਸਾ। ਜਿਹੜੇ ਲੋਕ ਭਗਤੀ ਕਰਦੇ ਹਨ, ਜੋ ਪਰਮੇਸ਼ਰ ਨੂੰ ਆਪਣਾ ਈਸ਼ਵਰ, ਆਪਣਾ ਮਾਲਕ ਮੰਨ ਕੇ ਉਸ ਪਰਮੇਸ਼ਰ ਦੀ ਭਗਤੀ ਕਰਦੇ ਹਨ, ਉਹਨਾਂ ਦੀ ਸੇਵਾ ਕਰਿਆ ਕਰ। ਉਹਨਾਂ ਦੀ ਸੇਵਾ ਕਰਨ ਕਰਕੇ ਤੇਰਾ ਮਨ ਵੀ ਪਵਿੱਤਰ ਹੋਵੇਗਾ। ਦੇਖੋ ਸਤਿਗੁਰਾਂ ਨੇ ਉਹ ਦੈਂਤ ਜੋ ਡਰਾਉਂਦਾ ਸੀ, ਪਿੰਡਾਂ ਨੂੰ ਸਾੜਦਾ ਸੀ, ਕਿੰਨਾ ਤਾਕਤਵਰ ਸੀ, ਉਹਨੂੰ ਸੇਵਾ ਵਿੱਚ ਲਾ ਦਿੱਤਾ। ਮਹਾਰਾਜ ਕਹਿੰਦੇ ਪਾਣੀ ਢੋਇਆ ਕਰ। ਜਿਨ੍ਹਾਂ ਨੂੰ ਡਰਾਉਂਦਾ ਹੁੰਦਾ ਸੀ ਉਹ ਸੰਗਤ ਰੂਪ ਹਨ। ਹੁਣ ਜਿਹੜੇ ਸੰਗਤ ਰੂਪ ਹੋ ਕੇ ਰਹਿਣਗੇ ਉਹਨਾਂ ਦੀ ਤੂੰ ਸੇਵਾ ਕਰਿਆ ਕਰ। ਸੇਵਾ ਕਰਤ ਬਿਮਲ ਮਨ ਹੋਵੈ। ਦੇਖੋ ਤੇਰੇ ਸੇਵਾ ਕਰਦਿਆਂ ਤੇਰਾ ਮਨ ਪਵਿੱਤਰ ਹੋ ਜਾਏਗਾ, ਮਨ ਵਿੱਚੋਂ ਵਿਸ਼ੇ ਵਿਕਾਰ ਹੰਕਾਰ ਦੂਰ ਹੋ ਜਾਏਗਾ। ਜਨਮ ਜਨਮ ਕੇ ਕਿਲ ਬਿਖ ਖੋਵੈ। ਦੇਖੋ ਇਹ ਸੇਵਾ ਐਸੀ ਹੈ ਜੋ ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਉਹ ਮਿਟ ਜਾਂਦੇ ਹਨ। ਉਹ ਜਿਹੜੇ ਹਨ ਐਸੀ ਸੇਵਾ ਜਿਹੜੀ ਹੈ ਜੋ ਕਿ ਪਿਛਲੇ ਕਰਮ ਵੀ ਨਾਸ਼ ਕਰਦੀ ਹੈ ਤੇ ਹੁਣ ਦੇ ਕਰਮ ਵੀ ਨਾਸ਼ ਕਰਦੀ ਹੈ। ਸੰਚਿਤ ਕਰਮ ਬਿਲਕੁਲ ਖਤਮ ਕਰ ਦਿੰਦੀ ਹੈ। ਸਤਨਾਮ ਜਪ ਹੋਏ ਅਧਿਕਾਰੀ। ਇਸ ਕਰਕੇ ਵਾਹਿਗੁਰੂ ਸਤਨਾਮ ਜਪਣ ਕਰਕੇ ਤੂੰ ਅਧਿਕਾਰੀ ਬਣ। ਹੌਲੀ ਹੌਲੀ ਜਦੋਂ ਮਨ ਸਾਫ਼ ਹੋਇਆ ਸੇਵਾ ਕਰਕੇ, ਤਾਂ ਉਦੋਂ ਤੂੰ ਵੀ ਨਾਲੋਂ ਨਾਲ ਨਾਮ ਜਪ, ਜਿਹਦੇ ਕਰਕੇ ਤੂੰ ਵੀ ਅਧਿਕਾਰੀ ਬਣ ਜਾ ਉਹ ਗਿਆਨ ਦਾ, ਉਹ ਪਰਮੇਸ਼ਰ ਦੇ ਪਿਆਰ ਦਾ। ਤਾਂ ਉਹ ਗੁਰਬਾਣੀ ਦੇ ਅਨੁਸਾਰ ਫਿਰ ਤੂੰ ਵੀ ਮੁਕਤੀ ਪਾਏਗਾ। ਅੰਤ ਸਮੇਂ ਗਤ ਪਾਏ ਸੁਖਾਰੇ। ਦੇਖੋ ਮਹਾਰਾਜ ਨੇ ਬਚਨ ਕਰਤੇ, ਕਹਿੰਦੇ ਅੰਤ ਸਮੇਂ ਤੂੰ ਵੀ ਗਤ ਪਾਏਗਾ, ਤੇਰੀ ਵੀ ਮੁਕਤੀ ਹੋ ਜਾਏਗੀ ਬਹੁਤ ਸੌਖੀ, ਬਹੁਤ ਸੌਖੇ ਤਰੀਕੇ ਨਾਲ ਤੂੰ ਵੀ ਮੁਕਤ ਹੋ ਜਾਏਗਾ। ਦੋਹਰਾ ਸੁਨ ਕਰ ਜਗ ਗੁਰ ਕੋ ਬਚਨ ਮਾਨ ਸੀਸ ਪੈ ਲੀਨ। ਸੋ ਇਹ ਜਿਹੜੇ ਹਨ ਸਤ ਜਗਤ ਗੁਰੂ ਦੇ ਬਚਨ ਮੰਨ ਕਰਕੇ ਉਹਨੇ ਜਿਹੜਾ ਆਪਣੇ ਸਿਰ ਤੇ ਧਰੇ, ਮਤਲਬ ਉਹਨੇ ਮੰਨ ਲਏ ਵੀ ਠੀਕ ਆ ਜੋ ਗੁਰੂ ਨਾਨਕ ਸਾਹਿਬ ਨੇ ਦੱਸਿਆ ਹੈ, ਉਹਨੇ ਆਪਣਾ ਗੁਰੂ ਮੰਨ ਲਿਆ ਗੁਰੂ ਨਾਨਕ ਸਾਹਿਬ ਜੀ ਨੂੰ। ਰਚੀ ਧਰਮਸਾਲਾ ਰੁਚਿਰ ਪੁਨ ਸੇਵ ਹੈ ਮਨ ਦੀਨ। ਦੇਖੋ ਜਿਵੇਂ ਸਤਿਗੁਰਾਂ ਨੇ ਕਿਹਾ ਸੀ ਧਰਮਸਾਲ ਬਣਾ ਲਈ ਤੇ ਉੱਥੇ ਪਾਣੀ ਢੋਣ ਦੀ ਸੇਵਾ ਕਰਦਾ ਰਿਹਾ। ਚੌਪੇ ਸ੍ਰੀ ਗੁਰ ਧਰਮਸਾਲ ਮਹਿ ਬੈਸੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਧਰਮਸਾਲ 'ਚ ਜਾ ਬੈਠੇ। ਨਾਮ ਜਪੋ ਮਨ ਜਨ ਉਪਦੇਸੇ। ਮਹਾਰਾਜ ਨੇ ਉੱਥੇ ਨਾਮ ਜਪਾਇਆ, ਸਾਰਿਆਂ ਤੋਂ ਵਾਹਿਗੁਰੂ ਦਾ ਨਾਮ ਜਪਾਇਆ ਤੇ ਕਹਿੰਦੇ ਮਨ ਜਨ ਉਪਦੇਸ਼ੇ। ਉਹਨਾਂ ਸਾਰਿਆਂ ਨੂੰ ਮਹਾਰਾਜ ਨੇ ਉਪਦੇਸ਼ ਸੱਚ ਦਾ ਦਿੱਤਾ, ਸਿੱਖੀ ਨਾਲ ਜੋੜਿਆ, ਸਿੱਖੀ ਧਰਮ ਉਹਨਾਂ ਨੂੰ ਪ੍ਰਦਾਨ ਕੀਤਾ। ਕਰਨ ਕੀਰਤਨ ਲਗੇ ਵਿਸਾਲਾ। ਦੇਖੋ ਉਹ ਲੋਕ ਜਿਹੜੇ ਸਨ ਉੱਥੇ ਉਹ ਕੀਰਤਨ ਕਰਨ ਲੱਗੇ, ਜੋ ਸ਼ਬਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਦਿੱਤੇ, ਉਹੀ ਗੁਰਬਾਣੀ ਦਾ ਕੀਰਤਨ ਕਰਨ ਲੱਗੇ ਉੱਥੇ ਪਿਆਰ ਦੇ ਨਾਲ। ਭਗਤ ਰੀਤ ਸਿੱਖਈ ਸੁਖ ਆਲਾ। ਦੇਖੋ ਭਗਤੀ ਦੀ ਰੀਤੀ ਸਿੱਖੀ ਦੇ ਨਾਲ ਉਹਨਾਂ ਦੇ ਵਿੱਚ ਸਤਿਗੁਰੂ ਜੀ ਨੇ ਪ੍ਰਚਾਰਤੀ, ਉਹਨਾਂ ਨੂੰ ਸਿੱਖੀ ਦਿੱਤੀ, ਸਿੱਖੀ ਕਰਕੇ ਫਿਰ ਉਹਨਾਂ ਨੂੰ ਭਗਤੀ ਵਿੱਚ ਲਾਇਆ। ਗ੍ਰਾਮ ਨਿਕਟ ਸੁਨ ਕਰ ਅਸ ਰੀਤੀ। ਜਿੰਨੇ ਵੀ ਆਲੇ ਦੁਆਲੇ ਦੇ ਪਿੰਡ ਸਨ, ਜਦੋਂ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗਿਆ ਸਾਰਿਆਂ ਨੂੰ, ਆਵਹਿ ਦਰਸ਼ਨ ਕੀ ਕਰ ਪ੍ਰੀਤੀ। ਉਹ ਵੀ ਚੱਲ ਕੇ ਆਏ, ਬੜੇ ਪ੍ਰੇਮ ਨਾਲ ਸਤਿਗੁਰਾਂ ਦੇ ਅਕੇ ਦਰਸ਼ਨ ਕੀਤੇ। ਹੇਰ ਹੇਰ ਹਰਖੈ ਕਰ ਬੰਦਨ। ਮਹਾਰਾਜ ਦੇ ਦਰਸ਼ਨ ਕਰ ਕਰਕੇ ਉਹ ਬੜੇ ਖੁਸ਼ ਹੁੰਦੇ ਹਨ, ਬੜੇ ਆਨੰਦ ਵਿੱਚ ਆਉਂਦੇ ਹਨ। ਭਗਤ ਸਿੱਖਿਆ ਕਰ ਕੁਮਤ ਨਿਕੰਦਨ। ਦੇਖੋ ਭਗਤ ਭਗਤੀ ਕੀਤੀ, ਸਿੱਖੀ ਦੀ ਰੀਤ ਨੂੰ ਧਾਰਨ ਕੀਤਾ, ਜਿਹਦੇ ਕਰਕੇ ਸਾਰੀ ਹੀ ਕੁਮਤ ਭੈੜੀ ਮਤ ਦੂਰ ਹੋ ਗਈ। ਸਿੱਖੀ ਰੀਤ ਬਿਦਤ ਭੀ ਦੇਸਾ। ਦੇਖੋ ਸਾਰੀ ਸਿੱਖੀ ਦੀ ਰੀਤ ਸਾਰੇ ਦੇਸ਼ ਵਿੱਚ ਫੈਲ ਗਈ, ਸਾਰਿਆਂ ਨੇ ਸਿੱਖੀ ਧਾਰਨ ਕੀਤੀ ਉੱਥੇ। ਜਿਸ ਤੇ ਛੁੱਟ ਹੈ ਜਗਤ ਕਲੇਸਾ। ਜਿਹਦੇ ਕਰਕੇ ਜਿਹੜੀ ਸਿੱਖੀ ਨੂੰ ਧਾਰਨ ਕਰਨ ਕਰਕੇ, ਭਗਤੀ ਕਰਨ ਕਰਕੇ ਸਾਰੇ ਹੀ ਜਗਤ ਦੇ ਕਲੇਸ਼ ਮਿਟ ਜਾਂਦੇ ਹਨ, ਦੁੱਖ ਮਿਟ ਜਾਂਦੇ ਹਨ। ਕਹ ਹੈ ਪਰਸ ਪਰ ਮਿਲ ਨਰ ਨਾਰੀ। ਸੋ ਸਾਰੇ ਆਪਸ ਮਿਲ ਕਰਕੇ ਇਹੀ ਗੱਲ ਕਹਿੰਦੇ ਹਨ, ਪਰਮੇਸ਼ਰ ਤਨ ਇਹ ਉਪਕਾਰੀ। ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਸਾਖਸ਼ਾਤ ਪਰਮੇਸ਼ਰ ਹਨ। ਆਪ ਪਰਮੇਸ਼ਰ ਇੱਕ ਸਰਗੁਣ ਰੂਪ ਦੇ ਵਿੱਚ ਪ੍ਰਗਟ ਹੋ ਕੇ ਆਏ ਹਨ। ਦੋਹਰਾ ਚਿਰਿਆਨ ਸੇਵ ਸਿਚਾਨ ਤੇ ਕਰਵਾਈ ਕਰ ਦੀਨ। ਦੇਖੋ ਮਹਾਰਾਜ ਦੀ ਲੀਲਾ ਕੈਸੀ ਹੈ, ਦੇਖੋ ਮਹਾਰਾਜ ਕੈਸੀ ਜਿਹੜੀ ਹੈ ਰਹਿਮਤਾਂ ਕਰਦੇ ਹਨ। ਇੱਥੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਚਿੜੀਆਂ ਦੀ ਸੇਵਾ ਵਾਸਤੇ ਇੱਕ ਬਾਜ ਲਾ ਦਿੱਤਾ। ਉਹ ਬਾਜ ਕੌਣ ਆ? ਦੈਂਤ। ਦੇਖੋ ਦੈਂਤ ਤਕੜਾ ਸੀ, ਲੋਕ ਕਮਜ਼ੋਰ ਸਨ, ਪਰ ਦੇਖੋ ਉਹਨਾਂ ਦਾ ਪਾਣੀ ਢੋਣ ਵਾਸਤੇ ਉਹ ਦੈਂਤ ਨੂੰ ਲਾ ਦਿੱਤਾ। ਮਾਨੋ
ਇੱਕ ਜਿਹੜੀ ਫੈਲਕਨ ਹੈ ਉਹਨੂੰ ਆਮ ਚਿੜੀਆਂ ਦੀ ਸੇਵਾ ਵਿੱਚ ਲਾ ਦਿੱਤਾ। ਅਜਨ ਚਰਨ ਪਰ ਕੇ ਹਰੀ ਪਾਏ ਸਵਾਰਨ ਕੀਨ। ਦੇਖੋ ਦੂਜਾ ਐਗਜ਼ਾਮਪਲ, ਜਿਵੇਂ ਬੱਕਰੀਆਂ ਨੂੰ ਚਾਰਨ ਵਾਸਤੇ ਸ਼ੇਰ ਦੀ ਡਿਊਟੀ ਲਾਤੀ। ਜਿਹੜਾ ਸ਼ੇਰ ਬੱਕਰੀਆਂ ਨੂੰ ਖਾਂਦਾ ਹੈ ਉਹਦੀ ਡਿਊਟੀ ਲਾਤੀ ਕਿ ਤੂੰ ਬੱਕਰੀਆਂ ਦਾ ਖਿਆਲ ਰੱਖਣਾ ਹੈ। ਦੇਖੋ ਸਤਿਗੁਰੂ ਜੀ ਕਿਸ ਤਰ੍ਹਾਂ ਆਪਣੀ ਕੁਦਰਤ ਦੇ ਵਿੱਚ ਵਰਤਦੇ ਹਨ। ਮਹਾਰਾਜ ਐਸੇ ਹਨ ਜਿਹੜੇ ਕਿ ਵੱਡੇ ਤੋਂ ਵੱਡੇ ਤਾਕਤਵਰ ਹੰਕਾਰੀਆਂ ਨੂੰ ਵੀ ਸੇਵਾ ਵਿੱਚ ਲਾ ਕੇ ਉਹਨਾਂ ਦੀ ਵੀ ਮੁਕਤੀ ਕਰਦੇ ਹਨ। ਚੌਪੇ ਕੇਤਕ ਦਿਵਸ ਬਸੇ ਤੇ ਥਾਨਾ। ਮਹਾਰਾਜ ਕੁਝ ਕੁ ਦਿਨ ਉੱਥੇ ਜਿਹੜੇ ਹਨ ਰਹਿਣਾ ਕੀਤਾ ਉਸ ਪਿੰਡ ਦੇ ਵਿੱਚ। ਸਿੱਖੀ ਮਾਰਗ ਕੋ ਪ੍ਰਗਟਾਨਾ। ਸਤਿਗੁਰੂ ਮਹਾਰਾਜ ਨੇ ਸਿੱਖੀ ਦਾ ਮਾਰਗ ਉੱਥੇ ਪ੍ਰਗਟ ਕੀਤਾ। ਸਤ ਨਾਮ ਕੋ ਜਾਪ ਜਪਾਇਓ। ਉੱਥੇ ਸਤਨਾਮ ਵਾਹਿਗੁਰੂ ਦਾ ਜਾਪ ਨੂੰ ਜਪਾਉਣਾ ਕੀਤਾ ਸਾਰਿਆਂ ਤੋਂ। ਦੇਸ ਕੁਮਗ ਤੇ ਸੁਮਗ ਹੈ ਪਠਾਇਓ। ਦੇਖੋ ਇਹ ਜਿਹੜਾ ਪਿੰਡ ਸੀਗਾ ਜੋ ਕੁਮਾਰਗ ਖੋਟੇ ਰਾਹ ਤੇ ਤੁਰਿਆ ਹੋਇਆ ਸੀ ਉਹਨੂੰ ਚੰਗੇ ਰਸਤੇ ਪਾ ਦਿੱਤਾ। ਜੋ ਸਿਰਫ ਉਹਨਾਂ ਦੇ ਜੀਵਨ ਵਿੱਚ ਇੱਕ ਦੈਂਤ ਦਾ ਡਰ ਸੀ, ਬਾਕੀ ਕੁਝ ਵੀ ਨਹੀਂ ਸੀਗਾ। ਦੇਖੋ ਉੱਥੇ ਮਹਾਰਾਜ ਨੇ ਕੈਸੀ ਕੁਸ਼ਾਲਤਾ ਲੈ ਕੇ ਆਏ। ਸਤਿਗੁਰਾਂ ਨੇ ਉੱਥੇ ਭਗਤੀ ਦਾ ਮਾਰਗ ਤੋਰ ਦਿੱਤਾ, ਸਿੱਖੀ ਦੇ ਦਿੱਤੀ, ਡਰ ਮੁਕਾ ਦਿੱਤਾ। ਸਾਰਿਆਂ ਦੇ ਅੰਦਰ ਜਿਹੜਾ ਹੈ 6 ਮਹੀਨਿਆਂ ਬਾਅਦ ਘਰ ਸੜਦੇ ਸਨ ਉਹ ਵੀ ਮੁਕਾ ਦਿੱਤਾ। ਸਾੜਨ ਵਾਲੇ ਨੂੰ ਪਾਣੀ ਢੋਣ ਵਿੱਚ ਲਾ ਦਿੱਤਾ। ਦੇਖੋ ਕਿ ਮਹਾਰਾਜ ਨੇ ਕੈਸੀ ਕਿਰਪਾ ਕੀਤੀ। ਅਨੰਤ ਚਲਨ ਕੀ ਮਨਸਾ ਧਾਰੀ। ਦੇਖੋ ਫਿਰ ਸਤਿਗੁਰਾਂ ਨੇ ਆਪਣੇ ਅਹੋਰ ਥਾਂ ਜਾਣ ਦੀ ਜਿਹੜੀ ਇੱਛਾ ਨੂੰ ਪ੍ਰਗਟ ਕੀਤਾ। ਸ੍ਰੀ ਨਾਨਕ ਜੀ ਪਰ ਉਪਕਾਰੀ। ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਪਰ ਉਪਕਾਰੀ ਨੇ, ਦੁਨੀਆ ਦਾ ਭਲਾ ਕਰਨ ਵਾਲੇ ਹਨ। ਵਿਦਾ ਹੋਏ ਤਿਨ ਤੇ ਪ੍ਰਸਥਾਨੇ। ਮਹਾਰਾਜ ਉਹਨਾਂ ਤੋਂ ਵਿਦਾ ਹੋ ਕੇ ਅੱਗੇ ਮਹਾਰਾਜ ਨੇ ਚੱਲਣਾ ਕੀਤਾ। ਪਹੁੰਚੇ ਸਿੰਧ ਤੀਰ ਇੱਕ ਥਾਨੇ। ਮਹਾਰਾਜ ਪਹੁੰਚ ਗਏ ਹਨ ਇੱਕ ਸਮੁੰਦਰ ਦੇ ਕਿਨਾਰੇ ਤੇ। ਤਹ ਇੱਕ ਗ੍ਰਾਮ ਦੇਖ ਜਗ ਸਾਈ। ਉੱਥੇ ਇੱਕ ਗ੍ਰਾਮ, ਇੱਕ ਪਿੰਡ ਸੀ ਜੋ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਨਜ਼ਰੀ ਪਿਆ। ਤਰ ਕੇ ਤਰ ਬੈਠੇ ਸੁਠ ਥਾਈ। ਸਤਿਗੁਰੂ ਮਹਾਰਾਜ ਨੇ ਇੱਕ ਸੁੰਦਰ ਥਾਂ ਦੇਖ ਕਰਕੇ ਇੱਕ ਦਰਖਤ ਦੇ ਥੱਲੇ ਬੈਠਣਾ ਕੀਤਾ। ਛਠੇ ਮਹੀਨੇ ਸਿੰਧ ਤਰੰਗਾ। ਦੇਖੋ ਉੱਥੇ ਜਿਹੜਾ ਹੈ ਕਹਿੰਦੇ ਛਠੇ ਮਹੀਨੇ ਸਿੰਧ ਤਰੰਗਾ। 6 ਮਹੀਨਿਆਂ ਬਾਅਦ ਉੱਥੇ ਇੱਕ ਬਹੁਤ ਉੱਚੀ ਲਹਿਰ ਆਉਂਦੀ ਹੈ, ਜਿਵੇਂ ਆਪਾਂ ਕਹਿ ਦਈਏ ਸੁਨਾਮੀ ਹੈ। ਇੱਕ ਸੁਨਾਮੀ ਉੱਥੇ ਆਉਂਦੀ ਹੈ ਜਿਹਦੇ ਕਰਕੇ ਸਾਰਾ ਪਿੰਡ ਜਿਹੜਾ ਵਾਈਪ ਆਫ ਹੋ ਜਾਂਦਾ ਹੈ। ਐਸੀ ਉਹ ਤਰੰਗ ਜਿਹੜੀ ਹੈ ਸਮੁੰਦਰ ਤੋਂ ਉੱਠ ਕੇ ਆਉਂਦੀ ਹੈ। ਤੇ ਰੁੜਾਏ ਗ੍ਰਾਮ ਜਲ ਸੰਗਾ। ਉੱਥੇ ਜਿਹੜੇ ਜਿੰਨੇ ਵੀ ਪਿੰਡ ਹੁੰਦੇ ਹਨ ਉਹ ਜਿਹੜੀ ਤਰੰਗ, ਉਹ ਜਿਹੜਾ ਐਸਾ ਭੁਚਾਲ ਆਉਂਦਾ ਹੈ ਜੋ ਸਾਰਾ ਕੁਝ ਰੋੜ ਕੇ ਲੈ ਜਾਂਦਾ, ਸਭ ਕੁਝ ਖਤਮ ਕਰ ਦਿੰਦਾ ਹੈ। ਦੋਏ ਦਿਵਸ ਤਬ ਤਹਾਂ ਬਿਤਾਏ। ਮਹਾਰਾਜ ਉੱਥੇ ਬੈਠਿਆਂ ਨੂੰ 2 ਦਿਨ ਹੋ ਗਏ ਸਨ। ਨਰ ਤਬ ਚਲੇ ਅਪਰ ਹੀ ਥਾਏ। ਸੋ ਉੱਥੇ ਦੇ ਲੋਕ ਤਿਆਰੀਆਂ ਕਰਕੇ ਕਿਤੇ ਹੋਰ ਚੱਲੇ ਸਨ, ਗੱਡਿਆਂ ਤੇ ਸਮਾਨ ਰੱਖ ਲਿਆ। ਜਿਵੇਂ ਪਹਿਲੇ ਪਿੰਡ ਵਿੱਚ ਮਹਾਰਾਜ ਜੀ ਗਏ ਸੀ ਉਸੇ ਤਰ੍ਹਾਂ ਇਹਨਾਂ ਦਾ ਵੀ ਇਹੀ ਹਾਲ ਸੀ। ਇਹਨਾਂ ਨੇ ਗੱਡੇ ਭਰ ਲਏ ਤੇ ਹੋਰ ਥਾਂ ਜਿਹੜਾ ਹਨ ਟ੍ਰਾਂਸਫਰ ਹੋਣ ਵਾਸਤੇ ਚੱਲੇ ਸਨ। ਆਪਣੀ ਸਰਬ ਸੰਭਾਰ ਸੰਭਾਰੀ। ਉਹਨਾਂ ਨੇ ਆਪਣੀਆਂ ਸਾਰੀਆਂ ਚੀਜ਼ਾਂ ਸੰਭਾਲ ਕੇ ਗੱਡੇ ਤੇ ਚੜਾ ਲੀਆਂ। ਗੁਰੂ ਬਿਲੋਕਤ ਗਿਰਾ ਉਚਾਰੀ। ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਵੱਲ ਦੇਖ ਕੇ ਇਹ ਪੁੱਛਿਆ, ਦੋਹਰਾ ਕਹਾਂ ਤਿਆਰੀ ਤੁਮ ਕਰੀ ਕਿਉਂ ਤਿਆਗਿਓ ਨਿਜ ਗ੍ਰਾਮ। ਕਹਿਣਗੇ ਇਹ ਤਿਆਰੀ ਕਿੱਥੇ ਜਾਣ ਦੀ ਕੀਤੀ ਹੈ, ਕਿਉਂ ਤੁਸੀਂ ਜਾ ਰਹੇ ਹੋ ਤੇ ਕਿੱਥੇ ਜਾ ਰਹੇ ਹੋ। ਸੁਨ ਨਰ ਬੋਲੇ ਤੁਮ ਚਲੋ ਰਹੋ ਨਾ ਅਬ ਇਹ ਥਾਂ। ਉਹ ਲੋਕ ਜਿਨ੍ਹਾਂ ਨੂੰ ਪੁੱਛਿਆ ਗੁਰੂ ਨਾਨਕ ਸਾਹਿਬ ਜੀ ਨੇ ਵੀ ਤੁਸੀਂ ਕਿੱਥੇ ਚੱਲੇ ਹੋ, ਕਹਿੰਦੇ ਮਹਾਰਾਜ ਤੁਸੀਂ ਵੀ ਇੱਥੇ ਨਾ ਬੈਠੋ, ਤੁਸੀਂ ਵੀ ਸਾਡੇ ਨਾਲ ਹੀ ਚੱਲੋ। ਹੁਣ ਜਿੱਥੇ ਅਸੀਂ ਜਾਣਾ ਤੁਸੀਂ ਵੀ ਨਾਲ ਤੁਰ ਪੋ ਸਾਡੇ। ਹੁਣ ਚੌਪੇ ਅਬ ਆਵਹਿਗੀ ਸਾਗਰ ਝਾਲੇ। ਕਹਿਣ ਲੱਗੇ ਇੱਥੇ ਸਾਗਰ ਝਾਲੇ ਆਉਣੀ ਆ, ਇੱਕ ਸਮੁੰਦਰ ਦੀ ਵੱਡੀ ਛਾਲ ਇੱਥੇ ਆਉਣੀ ਹੈ ਸਾਡੇ ਪਿੰਡ ਵਿੱਚ। ਦੇਹ ਰੁੜਾਏ ਸਦਨ ਜਲ ਨਾਲੇ। ਕਹਿਣਗੇ ਉਹ ਐਸੀ ਹੈ ਜੋ ਸਾਰੇ ਸਾਡੇ ਘਰ ਰੋੜ ਕੇ ਲੈ ਜਾਂਦੀ ਹੈ। ਆਏ ਬਹੋਰ ਉਸਾਰੈ ਧਾਮੂ। ਤੇ ਫੇਰ ਅਸੀਂ ਵਾਪਸ ਆਵਾਂਗੇ ਤੇ ਆ ਕੇ ਫੇਰ ਆਪਣੇ ਘਰ ਬਣਾਵਾਂਗੇ ਤੇ ਪਿੰਡ ਨੂੰ ਫੇਰ ਵਸਾਵਾਂਗੇ। ਇਹ ਠਾ ਰਹਿਣ ਨਹੀਂ ਅਬ ਕੰਮ। ਮਹਾਰਾਜ ਇੱਥੇ ਹੁਣ ਰਹਿਣ ਦਾ ਕੋਈ ਕੰਮ ਨਹੀਂ ਰਹਿ ਗਿਆ, ਤੁਸੀਂ ਚੱਲੋ ਸਾਡੇ ਨਾਲ, ਅਸੀਂ ਵੀ ਚੱਲੇ, ਤੁਸੀਂ ਵੀ ਚੱਲੋ। ਸੁਣ ਕੇ ਬੋਲੇ ਬਚਨ ਕਿਰਪਾਲਾ। ਮਾਂ ਕਿਰਪਾ ਦੇ ਘਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਸੁਣ ਕਰਕੇ ਉਹਨਾਂ ਨੂੰ ਕਿਹਾ, ਸਿੱਖੀ ਮਨ ਹੋ ਹਿਰਦੈ ਵਿਸਾਲਾ। ਮਹਾਰਾਜ ਨੇ ਕਿਹਾ ਕਿ ਸਾਡੀ ਸਿੱਖੀ ਨੂੰ ਤੁਸੀਂ ਧਾਰਨ ਕਰੋ, ਸਿੱਖ ਬਣ ਜਾਓ ਤੁਸੀਂ ਤੇ ਹਿਰਦੈ ਵਿਸਾਲਾ, ਤੇ ਬਹੁਤ ਖੁਸ਼ੀ ਤੁਹਾਨੂੰ ਮਿਲੇਗੀ। ਤੁਹਾਡਾ ਦਿਲ ਜਿਹੜਾ ਹੈ ਇਸ ਵਿਪਤਾ ਤੋਂ ਤੁਸੀਂ ਬਚ ਜਾਓਗੇ। ਸੁਣ ਉਪਦੇਸ਼ ਪਨਹੁ ਸਤਨਾਮ। ਤੇ ਸਾਡਾ ਉਪਦੇਸ਼ ਸੁਣ ਕਰਕੇ ਸਤਨਾਮ ਵਾਹਿਗੁਰੂ ਦਾ ਜਾਪ ਜਪਣਾ ਕਰੋ। ਬਹਰ ਨਾ ਗਿਰਹਿ ਤੁਮਰੇ ਧਾਮੂ। ਹਾਂ ਕਹਿਣਗੇ ਫੇਰ ਤੁਹਾਡੇ ਘਰ ਨਹੀਂ ਕਿਤੇ ਡਿੱਗਣਗੇ,
ਤੁਹਾਡੇ ਘਰ ਬਚ ਜਾਣਗੇ, ਭੁਜਾਲ ਵੀ ਨਹੀਂ ਆਏਗਾ। ਜੋ ਤੁਮਕੋ ਨਹਿ ਅਸ ਪਤਿਆਰਾ, ਜੇ ਤੁਹਾਨੂੰ ਸਾਡੀ ਗੱਲ ਤੇ ਯਕੀਨ ਨਹੀਂ, ਤੁਸੀਂ ਸਾਡੀ ਗੱਲ ਤੇ ਟਰਸਟ ਨਹੀਂ ਕਰਦੇ, ਅਬ ਕੇ ਜਾਵੋ ਛੋੜ ਅਗਾਰਾ, ਤਾਂ ਫੇਰ ਕੋਈ ਨਹੀਂ, ਤੁਸੀਂ ਆਪਣੇ ਘਰ ਛੱਡ ਕੇ ਚਲੇ ਜਾਓ। ਹੁਣ ਹਮ ਬੈਠੇ ਹੈ ਇਸ ਹੀ ਥਾਂ, ਮਹਾਰਾਜ ਕਹਿੰਦੇ ਅਸੀਂ ਇੱਥੇ ਹੀ ਬੈਠੇ ਹਾਂ, ਅਸੀਂ ਨਹੀਂ ਕਿਤੇ ਜਾਂਦੇ। ਜੇ ਤੁਹਾਨੂੰ ਸਾਡੀ ਗੱਲ ਤੇ ਭਰੋਸਾ ਨਹੀਂ, ਤੁਸੀਂ ਚਲੇ ਜਾਓ, ਅਸੀਂ ਇੱਥੇ ਹੀ ਬੈਠੇ ਹਾਂ। ਫਿਰ ਇਹੋ ਸਦਨ ਨਿਜ ਬਨੇ ਬਣਾਏ, ਤੇ ਦੇਖਿਓ ਤੁਸੀਂ ਜਦੋਂ ਵਾਪਸ ਆਓਗੇ ਤੁਹਾਡੇ ਘਰ ਇਸੇ ਤਰ੍ਹਾਂ ਹੀ ਬਣੇ ਬਣਾਏ ਤੁਹਾਨੂੰ ਮਿਲਣਗੇ, ਇਹ ਨਹੀਂ ਰੁੜਨਗੇ। ਬਹੁਰ ਆਏ ਲੀਜੈ ਉਪਦੇਸੂ, ਫਿਰ ਤੁਸੀਂ ਜਦੋਂ ਵਾਪਸ ਆਓਗੇ ਉਦੋਂ ਸਿੱਖੀ ਨੂੰ ਧਾਰਨ ਕਰ ਲਿਓ, ਉਦੋਂ ਜਿਹੜਾ ਹੈ ਸਾਡੀ ਸਿੱਖਿਆ ਲੈ ਕੇ ਤੁਸੀਂ ਸਿੱਖੀ ਨੂੰ ਧਾਰਨ ਕਰ ਲਿਓ। ਫਿਰ ਅਸ ਕਹਿ ਬੈਸ ਰਹੇ ਜਗ ਤੇਸੂ, ਉਹ ਲੋਕ ਜਿਹੜੇ ਹਨ ਇਹ ਗੱਲ ਨੂੰ ਸੁਣ ਕੇ ਉਹ ਤਾਂ ਚਲੇ ਗਏ, ਜਿਵੇਂ ਗੱਡਿਆਂ ਤੇ ਅੱਗੇ ਜਾਂਦੇ ਨੇ ਉਵੇਂ ਚਲੇ ਗਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਭਾਈ ਬਾਲਾ ਤੇ ਭਾਈ ਮਰਦਾਨਾ ਉੱਥੇ ਹੀ ਬੈਠੇ ਰਹੇ। ਅਪਰ ਥਾਨ ਸੋ ਮਾਨਵ ਗਵਨੇ, ਉਹ ਤਾਂ ਚਲੇ ਗਏ ਜਿੱਥੇ ਉਹਨਾਂ ਨੇ ਜਾਣਾ ਸੀ, ਹੋਰ ਨਗਰ ਵਿੱਚ। ਸਿੰਧ ਨਾ ਢਾਹੇ ਸਕਿਓ ਤਿਨ ਭਵਨੇ, ਦੇਖੋ ਸਤਿਗੁਰਾਂ ਦੇ ਉੱਥੇ ਬੈਠਿਆਂ ਉਹ ਸਾਗਰ ਦੀ ਛੱਲ ਜਿਹੜੀ ਸੀਗੀ, ਉਹ ਜਿਹੜੀ ਸੁਨਾਮੀ ਸੀ ਉਹ ਨਾ ਆ ਸਕੀ, ਮਹਾਰਾਜ ਨੇ ਰੋਕ ਦਿੱਤੀ। ਅੱਗੇ ਜਿਵੇਂ ਆਉਂਦੀ ਹੈ ਜ਼ਰੂਰ ਆਉਂਦੀ ਹੈ, ਐਤਕੀ ਉਹ ਨਹੀਂ ਆਈ। ਸਮਾਂ ਬਿਤਾਏ ਬਹੁਰ ਨਰ ਆਏ, ਉਹ ਲੋਕ ਜਿਹੜੇ ਹਨ ਸਮਾਂ ਬਿਤਾ ਕੇ ਵਾਪਸ ਫੇਰ ਆਪਣੇ ਪਿੰਡ 'ਚ ਜਦੋਂ ਆਏ, ਸਦਨ ਬਿਲੋਕੇ ਬਣੇ ਬਣਾਏ, ਉਹਨਾਂ ਨੇ ਦੇਖਿਆ ਕਿ ਪਿੰਡ ਤਾਂ ਬਣੇ ਬਣਾਏ ਪਏ ਹਨ, ਕੁਝ ਵੀ ਨਾ ਟੁੱਟਿਆ ਉੱਥੇ। ਕਲਾਵਾਨ ਜਾਣੇ ਮਨ ਮਾਹੀ, ਉਹਨਾਂ ਨੇ ਜਾਣਿਆ ਵੀ ਸ਼ਕਤੀ ਵਾਲੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ। ਸਿੱਖੀ ਲੈਣ ਹਿਰਦੇ ਤਬ ਚਾਹੀ, ਉਹਨਾਂ ਨੇ ਆਪਣੇ ਹਿਰਦੇ ਵਿੱਚ ਚਾਅ ਉੱਠਿਆ ਕਿ ਇਹਨਾਂ ਦੀ ਸਿੱਖੀ ਨੂੰ ਧਾਰਨ ਕਰੀਏ, ਇਹਨਾਂ ਦੇ ਸਿੱਖ ਅਸੀਂ ਬਣ ਜਾਈਏ, ਇਹਨਾਂ ਨੂੰ ਆਪਣਾ ਗੁਰੂ ਬਣਾ ਲਈਏ। ਮਿਲ ਕਰ ਸਬਨ ਉਪਾਇਨ ਲੀਨੀ, ਉਹਨਾਂ ਨੇ ਸਾਰਿਆਂ ਨੇ ਆ ਕਰਕੇ ਆਪਣੇ ਹੱਥਾਂ ਵਿੱਚ ਭੇਟਾ ਲੈ ਕੇ, ਜਿੰਨੇ ਵੀ ਸਰਦੀ ਬਲਦੀ ਸੀ ਲੈ ਕੇ ਆਏ, ਸਤਿਗੁਰਾਂ ਦੇ ਚਰਨਾਂ ਤੇ ਆ ਕੇ ਮੱਥਾ ਟੇਕਿਆ। ਆਏ ਗੁਰੂ ਕੋ ਬੰਧਨ ਕੀਨੀ, ਆ ਕੇ ਮੱਥਾ ਟੇਕਿਆ ਜੀ ਸਾਰਿਆਂ ਨੇ। ਪਾਹਲ ਪਗ ਕੀ ਲੀਨੀ ਤਬ ਹੀ, ਉਸ ਵੇਲੇ ਸਤਿਗੁਰਾਂ ਦੇ ਚਰਨਾ ਮਿਰਤ ਉਹਨਾਂ ਨੇ ਜਾਚਨਾ ਕੀਤੀ ਕਿ ਸਾਨੂੰ ਚਰਨਾ ਮਿਰਤ ਦਿਓ। ਮਹਾਰਾਜ ਨੇ ਆਪਣਾ ਚਰਨਾ ਮਿਰਤ ਉਹਨਾਂ ਨੂੰ ਛਕਾਉਣਾ ਕੀਤਾ, ਸਿੱਖ ਬਣਾ ਲਿਆ। ਨਿਕਟ ਸਿੰਧ ਕਹਿ ਗ੍ਰਾਮ ਜੇ ਸਭ ਹੀ, ਹੋਰ ਵੀ ਜਿਹੜੇ ਪਿੰਡ ਸਨ ਉਹ ਸਮੁੰਦਰ ਦੇ ਆਲੇ ਦੁਆਲੇ ਜਿਹੜੇ ਹਨ ਉੱਥੇ ਰਹਿੰਦੇ ਸਨ ਲੋਕ, ਜਿਨ੍ਹਾਂ ਨੂੰ ਇਹ ਜਿਹੜੀ ਛੱਲ ਆ ਕੇ ਸਭ ਕੁਝ ਉਹਨਾਂ ਦਾ ਵੀ ਖਤਮ ਕਰਦੀ ਸੀ, ਉਹਨਾਂ ਨੇ ਵੀ ਆ ਕੇ ਸਿੱਖੀ ਨੂੰ ਧਾਰਨ ਕੀਤਾ। ਧਰਮਸਾਲ ਸਿੱਖੀ ਪ੍ਰਗਟਾਨੀ, ਦੇਖੋ ਸਤਿਗੁਰਾਂ ਨੇ ਉੱਥੇ ਧਰਮਸਾਲ ਬਣਾ ਕੇ ਸਿੱਖੀ ਦਾ ਪ੍ਰਚਾਰ ਸ਼ੁਰੂ ਕੀਤਾ। ਨਾਮਦਾਨ ਜਪ ਭੇ ਇਸਨਾਨੀ, ਦੇਖੋ ਨਾਮ ਦਾਨ ਇਸ਼ਨਾਨ ਸਤਿਗੁਰਾਂ ਨੇ ਦ੍ਰਿੜ ਕਰਾਇਆ, ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਾਉਣਾ ਕੀਤਾ। ਸਤਿਗੁਰ ਕੇ ਸਿਮਰਨ ਮਹਿ ਲਾਗੇ, ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿਮਰਨ ਵਿੱਚ ਲੱਗੇ। ਮਹਾਰਾਜ ਦਾ ਦਿੱਤਾ ਹੋਇਆ ਨਾਮ ਦੇ ਸਿਮਰਨ ਵਿੱਚ ਸਾਰੇ ਜਿਹੜੇ ਪਿੰਡ ਦੇ ਲੋਕ, ਆਲੇ ਦੁਆਲੇ ਦੇ ਨਗਰ ਦੇ ਲੋਕ ਸਾਰੇ ਸਿਮਰਨ ਕਰਨ ਲੱਗ ਪਏ। ਭਗਤ ਭਾਉ ਮੈਂ ਮਨ ਅਨੁਰਾਗੇ, ਉਹਨਾਂ ਦਾ ਮਨ ਜਿਹੜਾ ਹੈ ਭਗਤੀ ਵਿੱਚ ਲੱਗ ਗਿਆ। ਭਗਤੀ ਕਰਕੇ ਉਹਨਾਂ ਦਾ ਮਨ ਜਿਹੜਾ ਹੈ ਪਰਮੇਸ਼ਰ ਦੇ ਪਿਆਰ ਵਿੱਚ ਆ ਗਿਆ। ਕਿਤਕ ਦਿਵਸ ਰਹਿ ਦੇ ਉਪਦੇਸਾ, ਮਹਾਰਾਜ ਕੁਝ ਕੁ ਦਿਨ ਉੱਥੇ ਰਹੇ, ਉਹਨਾਂ ਨੂੰ ਉਪਦੇਸ਼ ਦਿੱਤਾ ਪਰਮੇਸ਼ਰ ਦੇ ਨਾਮ ਦਾ। ਵਿਦਾ ਹੋਏ ਗਮਨੇ ਜਗ ਤੇਸਾ, ਮਹਾਰਾਜ ਫਿਰ ਉੱਥੋਂ ਵਿਦਾ ਹੋ ਕੇ ਮਹਾਰਾਜ ਜੀ ਅੱਗੇ ਚੱਲੇ ਹਨ। ਹਾਰੂਪੁਰ ਇੱਕ ਟਾਪੂ ਮਾਹੀ, ਇੱਕ ਹਾਰੂਪੁਰ ਹੈ, ਇੱਕ ਆਈਲੈਂਡ ਹੈ ਹਾਰੂ। ਸੋ ਕਈਆਂ ਨੇ ਮੰਨਿਆ ਹੈ ਕਿ ਇਹ ਗੁਜਰਾਤ ਵੱਲ ਹੈ, ਕਈਆਂ ਦਾ ਇਹ ਵੀ ਖਿਆਲ ਹੈ ਇਤਿਹਾਸਕਾਰਾਂ ਦਾ ਕਿ ਇਹ ਰੋਮ, ਜਿਹੜਾ ਰੋਮ ਦੇਸ਼ ਹੈ ਉਹਦਾ ਇੱਕ ਆਈਲੈਂਡ ਹੈ। ਸੋ ਕਹਿੰਦੇ ਉੱਥੇ ਮਹਾਰਾਜ ਨੇ ਜਾਣਾ ਕੀਤਾ। ਤਾਹਾ ਚਲਨ ਕੀ ਭਾ ਮਨ ਚਾਹੀ, ਮਹਾਰਾਜ ਨੇ ਉੱਥੇ ਜਾਣ ਦੀ ਚਾਹਨਾ ਕੀਤੀ, ਇੱਛਾ ਕੀਤੀ। ਮਰਦਾਨੇ ਸੋ ਬੋਲੇ ਤਬ ਹੀ, ਉਸ ਵੇਲੇ ਭਾਈ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਗੱਲ ਕਹੀ ਜਾਣ ਤੋਂ ਪਹਿਲਾਂ, ਕਿਉਂਕਿ ਅੱਗੇ ਸਮੁੰਦਰ ਆ ਗਿਆ ਸੀ। ਹੁਣ ਸਮੁੰਦਰ ਦੇ ਉੱਤੇ ਚੱਲਣ ਦਾ ਸਮਾਂ ਆ ਗਿਆ ਸੀ ਵੀ ਜੇ ਸਮੁੰਦਰ ਨੂੰ ਤੁਰ ਕੇ ਪਾਰ ਕਰਨਾ ਹੈ। ਉਸ ਵੇਲੇ ਭਾਈ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਇਹ ਉਪਦੇਸ਼ ਦਿੱਤਾ। ਵਾਹਿਗੁਰੂ ਜਪ ਆਵਹੋ ਸਭ ਹੀ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਅਸੀਂ ਅੱਗੇ ਅੱਗੇ ਤੁਰਦੇ ਹਾਂ ਸਮੁੰਦਰ ਦੇ ਉੱਤੇ, ਜੀ ਸੀ ਦੇ ਉੱਤੇ ਮਹਾਰਾਜ ਜੀ ਤੁਰਨ ਲੱਗੇ ਹਨ, ਵਾਸ ਵਾਕਿੰਗ ਔਨ ਵਾਟਰ, ਸੀ ਵਾਟਰ, ਸੀ ਓਸ਼ਨ ਦੇ ਉੱਤੇ ਤੁਰਨ ਲੱਗੇ ਹਨ। ਤੇ ਭਾਈ ਮਰਦਾਨੇ ਨੂੰ ਉਪਦੇਸ਼ ਕੀ ਦਿੱਤਾ ਕਿ ਅਸੀਂ ਸਾਹਮਣੇ ਤੁਰੇ ਜਾਂਦੇ ਹਾਂ, ਤੁਸੀਂ ਪਿੱਛੋਂ ਪਿੱਛੋਂ ਵਾਹਿਗੁਰੂ 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 ਕਰਦੇ ਤੁਰੇ ਆਓ ਸਾਡੇ ਪਿੱਛੇ ਪਿੱਛੇ। ਉੱਪਰ ਸਾਗਰ ਕੇਰ ਕਿਰਪਾਲਾ, ਮਹਾਰਾਜ ਆਪ ਉਹ ਸਾਗਰ ਦੇ ਓਸ਼ਨ ਦੇ ਉੱਤੇ ਸਤਿਗੁਰੂ ਜੀ ਤੁਰਨ ਲੱਗ ਪਏ, ਜੋ ਕਿਰਪਾ ਦੇ ਘਰ ਹਨ ਸਤਿਗੁਰੂ ਜੀ। ਹਮ ਕੋ ਲੈ ਗਮਨੇ ਤਤਕਾਲਾ, ਤੇ ਸਾਨੂੰ ਭਾਈ ਬਾਲਾ ਕਹਿੰਦਾ ਸਾਨੂੰ ਵੀ ਨਾਲ ਲੈ ਲਿਆ, ਅਸੀਂ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਿੱਛੇ ਪਿੱਛੇ ਭਾਈ ਮਰਦਾਨੇ ਨਾਲ ਤੁਰੇ ਜਾਂਦੇ ਸਾਂ।
ਗੁਰੂ ਕਰੈ ਸੋਹੰ ਕੋ ਜਾਪੋ। ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੇ ਤੁਰੇ ਜਾਂਦੇ ਹਨ ਤੇ ਮਹਾਰਾਜ ਸੋਹੰ 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 ਦਾ ਉਚਾਰਨ ਕਰਦੇ ਕਰਦੇ ਜਾ ਰਹੇ ਹਨ। ਸਮੁੰਦਰ ਦੇ ਉੱਤੇ ਤੁਰੇ ਜਾ ਰਹੇ ਹਨ, ਜਿਵੇਂ ਧਰਤੀ ਤੇ ਤੁਰੀਦਾ ਹੁੰਦਾ ਹੈ। ਚਲੇ ਜਾਤ ਕਿਵ ਛੁਵੈ ਨਾ ਆਪੂ। ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਮੁੰਦਰ ਤੇ ਤੁਰੇ ਜਾਂਦੇ ਹਨ, ਪਰ ਮਹਾਰਾਜ ਦੇ ਚਰਨ ਜਿਹੜੇ ਹਨ ਉਹ ਜਿਹੜਾ ਪਾਣੀ ਹੈ ਸਮੁੰਦਰ ਦਾ ਉਹ ਟੱਚ ਵੀ ਨਹੀਂ ਕਰਦਾ। ਇਉਂ ਕਰਕੇ ਮਹਾਰਾਜ ਜੀ ਸਮੁੰਦਰ ਦੇ ਪਾਣੀ ਦੇ ਉੱਤੇ ਉੱਤੇ ਤੁਰੇ ਜਾਂਦੇ ਹਨ, ਜਿਹਦੇ ਕਰਕੇ ਮਹਾਰਾਜ ਦੀਆਂ ਜਿਹੜੇ ਖੜਾਵਾਂ ਪਾਈਆਂ ਹੋਈਆਂ ਹਨ ਉਹ ਵੀ ਨਹੀਂ ਭਿੱਜੀਆਂ। ਸਾਗਰ ਬੀਚ ਪਹੁੰਚੇ ਜਬ ਹੀ। ਜਦੋਂ ਸਮੁੰਦਰ ਦੇ ਵਿਚਾਲੇ ਪਹੁੰਚ ਗਏ, ਕਾਫੀ ਦੂਰ 100 ਤੋਂ ਕਾਫੀ ਦੂਰ ਆ ਗਏ, ਜਾਪ ਵਾਹਿਗੁਰੂ ਤਜ ਕਰ ਤਬ ਹੀ। ਉਸ ਵੇਲੇ ਭਾਈ ਮਰਦਾਨੇ ਨੇ ਸੋਚਿਆ ਕਿ ਮੈਨੂੰ ਵਾਹਿਗੁਰੂ ਵਾਹਿਗੁਰੂ ਕਿਹਾ ਹੈ ਤੇ ਮਹਾਰਾਜ ਆਪ ਸੋਹੰ ਸੋਹੰ ਕਰਦੇ ਜਾਂਦੇ ਹਨ। ਭਾਈ ਮਰਦਾਨਾ ਕਹਿਣ ਲੱਗਾ ਵੀ ਮੈਂ ਵੀ ਸੋਹੰ ਸੋਹੰ ਕਰ ਲਵਾਂ, ਮੈਂ ਕਿਉਂ ਵਾਹਿਗੁਰੂ ਕਰਦਾ ਹਾਂ। ਉਹਨਾਂ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰੀਸ ਕੀਤੀ। ਸੋਹੰ ਕਰਨ ਲਗਾ ਮਰਦਾਨਾ। ਭਾਈ ਮਰਦਾਨਾ ਸੋਹੰ ਸੋਹੰ ਕਰਨ ਲੱਗਿਆ, ਵਾਹਿਗੁਰੂ ਜਾਪ ਛੱਡ ਕੇ ਉਹ ਸੋਹੰ ਸੋਹੰ ਕਰਨ ਲੱਗ ਪਿਆ। ਸ੍ਰੀ ਗੁਰ ਸਮਤਾ ਚਹਿਤ ਅਯਾਨਾ। ਦੇਖੋ ਉਹ ਇਆਣਾ ਵਿਚਾਰਾ ਮਰਦਾਨਾ ਸਤਿਗੁਰੂ ਦੀ ਬਰਾਬਰੀ ਕਰਨਾ ਚਾਹੁੰਦਾ ਸੀ, ਸਤਿਗੁਰੂ ਦੀਆਂ ਰੀਸਾਂ ਕਰਦਾ ਸੀਗਾ, ਉਹ ਇਮੀਟੇਟ ਕਰਨਾ ਚਾਹੁੰਦਾ ਸੀ, ਜਿਵੇਂ ਗੁਰੂ ਨਾਨਕ ਕਰਦਾ ਮੈਂ ਵੀ ਉਵੇਂ ਕਰ ਲਵਾਂ। ਡੁੱਬਣ ਲਗਾ ਸਿੰਧ ਕੇ ਮਾਹੀ। ਕੀ ਹੋਇਆ ਕਿ ਸਮੁੰਦਰ ਵਿੱਚ ਡੁੱਬਣ ਲੱਗਿਆ ਭਾਈ ਮਰਦਾਨਾ। ਜਦੋਂ ਵਾਹਿਗੁਰੂ ਦਾ ਜਾਪ ਛੱਡਿਆ, ਸੋਹੰ ਕਰਨ ਲੱਗਿਆ, ਤਾਂ ਭਾਈ ਮਰਦਾਨਾ ਉਹ ਸਮੁੰਦਰ ਵਿੱਚ ਡੁੱਬਣ ਲੱਗਿਆ, ਡਰਾਊਨ ਹੋਣ ਲੱਗਿਆ। ਬਹੁਤ ਡੁਬਕੀ ਲੀਨੀ ਜਬ ਤਾਹੀ। ਜਦੋਂ ਬਹੁਤ ਗੋਤੇ ਖਾਦੇ ਵਿਚਾਰੇ ਨੇ ਸਮੁੰਦਰ ਦੇ ਵਿੱਚ, ਡੁੱਬਿਆ, ਉਹਨੇ ਆਪਣਾ ਸਿਰ ਬਾਹਰ ਕੱਢਿਆ, ਫੇਰ ਡੁੱਬ ਗਿਆ। ਇਸ ਤਰ੍ਹਾਂ ਬਹੁਤ ਚਿਰ ਕਰਦਾ ਰਿਹਾ ਵਿਚਾਰਾ। ਦੋਹਰਾ ਗਰੀਬ ਫੇਰ ਸ੍ਰੀ ਗੁਰ ਪਿਖਾ ਭੀਗ ਗਏ ਜਿਹੇ ਚੀਰ। ਮਹਾਰਾਜ ਨੇ ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਿੱਛੇ ਵੱਲ ਆਪਣਾ ਚਿਹਰਾ ਕਰਕੇ ਮੂੰਹ ਕਰਕੇ ਦੇਖਿਆ ਤੇ ਦੇਖਿਆ ਵੀ ਭਾਈ ਮਰਦਾਨਾ ਡੁੱਬ ਰਿਹਾ ਹੈ। ਉਸ ਵੇਲੇ ਮਹਾਰਾਜ ਨੇ ਦੇਖਿਆ ਕਿ ਮਰਦਾਨੇ ਦੇ ਸਾਰੇ ਕੱਪੜੇ ਵੀ ਭਿੱਜੇ ਪਏ ਹਨ, ਡੁੱਬ ਰਿਹਾ ਹੈ, ਕਿਤੇ ਸਿਰ ਉੱਤੇ ਆਉਂਦਾ, ਕਿਤੇ ਪਾਣੀ ਥੱਲੇ ਜਾਂਦਾ ਹੈ। ਉਡਤ ਤੇ ਕੋ ਜਾਣ ਕੇ ਬੋਲੇ ਗੁਣੀ ਗਹੀਰ। ਉਹਨੂੰ ਡੁੱਬਦੇ ਨੂੰ ਜਾਣ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਪੜਿਆ। ਸਿਰੇ ਮੁਖ ਵਾਕ ਗੁਰ ਕਹਿਆ ਸਾਕਾਰ ਕਮਾਵਹੋ, ਗੁਰ ਕੀ ਕਰਨੀ ਕਾਹੇ ਧਾਵਹੋ। ਦੇਖੋ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਕੀ ਕਿਹਾ, ਗੁਰ ਕਹਿਆ ਸਾਕਾਰ ਕਮਾਵੋ। ਕਹਿੰਦੇ ਸਿੱਖ ਦਾ ਫਰਜ਼ ਕੀ ਹੈ, ਜੋ ਗੁਰੂ ਕਹਿੰਦਾ ਉਹ ਸਿੱਖ ਨੂੰ ਕਰਨਾ ਚਾਹੀਦਾ ਹੈ। ਸਿੱਖ should follow or obey the directions and the order of the Guru, ਨਾ ਕਿ ਗੁਰ ਕੀ ਕਰਨੀ ਕਾਹੇ ਧਾਵਹੋ। ਗੁਰੂ ਕੀ ਕਰਨੀ, ਗੁਰੂ ਨੂੰ ਇਮੀਟੇਟ ਨਾ ਕਰ, ਗੁਰੂ ਦੀਆਂ ਰੀਸਾਂ ਨਾ ਕਰ, ਗੁਰੂ ਨੂੰ ਜਿਹੜਾ ਹੈ ਫੋਲੋ, ਗੁਰੂ ਦਾ ਕਹਿਆ ਫੋਲੋ ਕਰ, ਗੁਰੂ ਨੂੰ ਜਿਹੜਾ ਹੈ ਗੁਰੂ ਦੀ ਰੀਸ ਨਾ ਕਰ, ਗੁਰੂ ਦੀ ਬਰਾਬਰੀ ਨਾ ਕਰ। ਗੁਰ ਕੀ ਕਰਨੀ ਕਾਹੇ ਧਾਵੋ, ਕਿਉਂ ਤੇਰੇ ਮਨ ਵਿੱਚ ਇਹ ਉਛਾਲਾ ਆਇਆ ਕਿ ਮੈਂ ਗੁਰੂ ਦੀ ਰੀਸ ਕਰਾਂ। ਤੋ ਇਸ ਕਰਕੇ ਜਿਹੜਾ ਹੈ ਗੁਰੂ ਦਾ ਉਪਦੇਸ਼ ਸਿੱਖ ਵਾਸਤੇ ਇਹ ਹੈ, ਤੇ ਸਿੱਖ ਨੂੰ ਉਹੀ ਕਰਨਾ ਚਾਹੀਦਾ ਜੋ ਗੁਰੂ ਕਹਿੰਦਾ ਹੈ। ਜਿਹੜਾ ਹਨ ਸਿੱਖ ਨੂੰ ਇਹ ਨਹੀਂ ਕਰਨਾ ਚਾਹੀਦਾ ਜੋ ਗੁਰੂ ਕਰਦਾ ਵੀ ਮੈਂ ਵੀ ਕਰਾਂ। ਸੋ ਇਹ ਜਿਹੜੀ ਹਨ ਇੱਕ ਵੱਡੀ ਸਿੱਖਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਦਿੱਤੀ ਕਿ ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਨਹੀਂ ਕਤਾਵੋ, ਨਹੀਂ ਕਰਨੀ ਚਾਹੀਦੀ। ਚੌਪੇ ਸੁਨ ਸਮਝਿਓ ਪੁਨ ਮਨ ਮਰਦਾਨਾ। ਉਸ ਵੇਲੇ ਇਹ ਉਪਦੇਸ਼ ਭਾਈ ਮਰਦਾਨੇ ਦੇ ਮਨ ਵਿੱਚ ਸਮਝ ਪਿਆ। ਵਾਹਿਗੁਰੂ ਕੋ ਜਪ ਬਖਾਨਾ। ਉਸ ਵੇਲੇ ਉਹਨੇ ਸੋਹੰ ਸ਼ਬਦ ਛੱਡ ਕੇ ਵਾਹਿਗੁਰੂ ਵਾਹਿਗੁਰੂ ਕਰਨਾ ਸ਼ੁਰੂ ਕੀਤਾ ਭਾਈ ਮਰਦਾਨੇ ਨੇ। ਅਗਰਜ ਹੀ ਸਮ ਚਲਤਾ ਭਇਓ। ਫਿਰ ਉਸੇ ਤਰ੍ਹਾਂ ਹੀ ਤੁਰਨ ਲੱਗ ਗਿਆ ਜਿਵੇਂ ਪਹਿਲਾਂ ਤੁਰਦਾ ਸੀ ਸਮੁੰਦਰ ਦੇ ਉੱਤੇ। ਸਿੰਧ ਬੂਡਨੇ ਤੇ ਰਹਿ ਗਇਓ। ਤੇ ਸਮੁੰਦਰ ਤੋਂ ਡੁੱਬਣ ਤੋਂ ਬਚ ਗਿਆ ਭਾਈ ਮਰਦਾਨਾ। ਇਸ ਪ੍ਰਕਾਰ ਗਏ ਸਾਗਰ ਪਾਰ। ਇਸ ਪ੍ਰਕਾਰ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਭਾਈ ਬਾਲਾ ਤੇ ਭਾਈ ਮਰਦਾਨਾ ਪਾਰ ਹੋਏ ਉਸ ਓਸ਼ਨ ਤੋਂ। ਹਾਂਜੀ, ਇਹ ਸਾਗਰ ਨੂੰ ਪਾਰ ਕੀਤਾ। ਪਹੁੰਚੇ ਟਾਪੂ ਕੇਰ ਮਝਾਰਾ। ਤੇ ਮਹਾਰਾਜ ਪਹੁੰਚ ਗਏ ਹਨ ਉਸ ਓਸ਼ਨ ਤੇ। ਹਾਰੂ ਨਗਰ ਵਿਖੇ ਜਬ ਗਏ। ਸੋ ਜਦੋਂ ਹਾਰੂ ਦੇ ਨਗਰ ਵਿੱਚ ਸਤਿਗੁਰੂ ਜੀ ਨੇ ਜਾਣਾ ਕੀਤਾ, ਇੱਕ ਤਰ ਨੀਚੇ ਬੈਠਤ ਭਏ। ਮਹਾਰਾਜ ਇੱਕ ਸੁੰਦਰ ਦਰਖਤ ਨੂੰ ਦੇਖ ਕੇ ਉੱਥੇ ਥੱਲੇ ਬੈਠ ਗਏ। ਭੂਪ ਪ੍ਰਜਾ ਤੇ ਦੇਸ ਮਝਾਰੀ। ਉੱਥੇ ਇੱਕ ਰਾਜਾ ਹੋਇਆ ਕਰਦਾ ਸੀ ਜਿਹਦੀ ਪ੍ਰਜਾ ਸੀ, ਜਿਹਦੇ ਜਿਹੜਾ ਹਨ ਸਾਰਾ ਮੁਲਕ ਉਹਦਾ ਚੇਲਾ ਸੀ। ਸਭ ਸਰੇਵਰੇ ਕੇ ਅਨੁਸਾਰੀ। ਤੇ ਉਹ ਜਿਹੜਾ ਰਾਜਾ ਤੇ ਉਹ ਚੇਲੇ ਜਿਹੜਾ ਉਹਦੇ ਜਿਹੜੇ ਹਨ ਉਹਦੇ ਪ੍ਰਜਾ ਸੀਗੀ, ਉੱਥੇ ਇੱਕ ਸਰੇਵੜਾ ਰਹਿੰਦਾ ਸੀ। ਸਰੇਵੜੇ ਦੇ ਅਰਥ ਕਈ ਬਣਦੇ, ਕਈ ਤਾਂ ਜੈਨੀ ਬਣ ਜਾਂਦੇ ਨੇ, ਤੇ ਜਿਹੜਾ ਹਨ ਉਹਦਾ ਇਹ ਵੀ ਅਰਥ ਹੈ ਜਿਹੜਾ ਉਪਦੇਸ਼ ਦੇਣ ਵਾਲਾ, ਜਿਹੜਾ ਗੁਰੂ ਬਣਿਆ ਬੈਠਾ ਹੋਵੇ। ਸੋ ਕਹਿੰਦਾ ਉੱਥੇ ਇੱਕ ਸਰੇਵੜਾ ਗੁਰੂ ਬਣਿਆ ਬੈਠਾ ਸੀ, ਤੇ ਸਾਰਾ ਹੀ ਮੁਲਕ ਜਿੱਥੇ ਉਹ ਰਾਜੇ ਦਾ ਰਿਸਪੈਕਟ ਕਰਦੇ ਸਨ, ਰਾਜਾ ਇਸ ਸਰੇਵੜੇ ਦਾ ਚੇਲਾ ਸੀ ਤੇ ਲੋਕਾਂ ਨੂੰ ਵੀ ਕਹਿੰਦਾ ਸੀ ਵੀ ਇਹਨੂੰ ਆਪਣਾ ਗੁਰੂ ਮੰਨ ਕੇ
ਇਹ ਸਰੇਵੜੇ ਨੂੰ ਇਹਦੀ ਗੱਲ ਮੰਨਿਆ ਕਰੋ ਜੋ ਇਹ ਕਹਿੰਦਾ ਹੈ। ਤਿਹ ਕੇ ਢਿਗ ਤੇ ਲੈ ਉਪਦੇਸਾ ਕਹਿਣ ਲੱਗੇ ਲੋਕ ਉਹਦੇ ਤੋਂ ਉਪਦੇਸ਼ ਲਿਆ ਕਰਦੇ ਸਨ, ਉਹਨੂੰ ਆਪਣਾ ਗੁਰੂ ਬਣਾ ਕੇ। ਤੋ ਸਿੱਖ ਸਗਰੋ ਈ ਦੇਸਾ ਦੇਖੋ ਸਾਰਾ ਹੀ ਦੇਸ਼ ਇੱਕ ਬੰਦੇ ਦਾ ਚੇਲਾ ਸੀ ਜੋ ਆਪਣੇ ਆਪ ਨੂੰ ਗੁਰੂ ਬਣਾਈ ਬੈਠਾ ਸੀ ਉੱਥੇ। ਜਬ ਬਰਖਾ ਕੀ ਹੋਵਹਿ ਚਾਹੀ ਦੇਖੋ ਜਦੋਂ ਉਹਨਾਂ ਨੂੰ ਲੋੜ ਸੀ ਨਾ ਵੀ ਇੱਥੇ ਬਰਖਾ ਹੋਵੇ, ਮੀਂਹ ਪਵੇ, ਖੇਤੀਬਾੜੀ ਕਿਸਾਨਾਂ ਨੂੰ ਜੋ ਫਿਕਰ ਹੁੰਦਾ ਹੈ, ਜਦੋਂ ਉਹਨਾਂ ਨੂੰ ਮੀਂਹ ਦੀ ਲੋੜ ਹੋਵੇ ਤਾਂ ਉਹਦੇ ਕੋਲੇ ਜਾਇਆ ਕਰਦੇ ਸਨ। ਚਾਚਤ ਨਰ ਸਭ ਤਿਹ ਕੇ ਉਹ ਪਾਹੀ ਸਰੇਵੜੇ ਕੋਲ ਜਾ ਕੇ ਮੰਗਿਆ ਕਰਦੇ ਸਨ ਵੀ ਤੁਸੀਂ ਕਿਰਪਾ ਕਰੋ ਮੀਂਹ ਪਾ ਦਿਓ। ਜੰਤਰ ਮੰਤਰ ਕਰ ਸੋ ਬਰਖਾਵੈ ਉਹ ਸਰੇਵੜਾ ਜਿਹੜਾ ਸੀ ਜੰਤਰ ਮੰਤਰ ਜਾਣਦਾ ਸੀਗਾ, ਉਹ ਜੰਤਰ ਮੰਤਰ ਪੜ ਕੇ ਜਿਹੜਾ ਹੈ ਆਪਣਾ ਘਰ ਸਾਰ ਲੈਂਦਾ ਸੀ, ਮੀਂਹ ਪੈ ਜਾਂਦਾ ਸੀ। ਸਭ ਤੇ ਆਪਣੋ ਮਾਨ ਜਪਾਵੈ ਇਸ ਕਰਕੇ ਉਹ ਸਾਰਿਆਂ ਤੋਂ ਆਪਣਾ ਮਾਣ ਆਪਣਾ ਹੰਕਾਰ ਹੀ ਜਪਾਉਂਦਾ ਸੀ, ਆਪਣੇ ਆਪ ਨੂੰ ਗੁਰੂ ਕਹਾਉਂਦਾ ਸੀ। ਲੋਕਾਂ ਨੂੰ ਕਹਿੰਦਾ ਮੈਨੂੰ ਹੀ ਜਪਿਆ ਕਰੋ, ਮੈਨੂੰ ਹੀ ਰੱਬ ਮੰਨੋ ਤੁਸੀਂ। ਦੋਹਰਾ ਤਾਤ ਕਾਮਨਾ ਕਰਹਿ ਜੋ ਸੁਤ ਦੇਵ ਹੈ ਤਿਹ ਧਾਮ ਦੇਖੋ ਇੱਥੋਂ ਤੱਕ ਉਹ ਸਰੇਵੜਾ ਜਿਹੜਾ ਸੀ ਕਾਫੀ ਪਾਵਰਫੁਲ ਸੀਗਾ। ਜੇ ਕਿਸੇ ਦੇ ਘਰ ਵਿੱਚ ਪੁੱਤਰ ਦੀ ਲੋੜ ਹੋਵੇ ਤਾਂ ਉਹ ਪੁੱਤਰ ਦੀ ਲੋੜ ਵੀ ਪੂਰੀ ਕਰ ਦਿੰਦਾ ਸੀਗਾ। ਕਹਿੰਦੇ ਉਹ ਇਹੋ ਜਿਹਾ ਜੰਤਰ ਮੰਤਰ ਕਰਦਾ ਸੀ, ਜਿੰਨੀਆਂ ਇੱਛਾਵਾਂ ਹੁੰਦੀਆਂ ਸੀ ਲੋਕਾਂ ਦੀਆਂ ਉਹ ਪੂਰੀਆਂ ਕਰ ਦਿੰਦਾ ਸੀ। ਅਪਰ ਪਦਾਰਥ ਚਾਹੇ ਕੋ ਪੂਰ ਹੈ ਸਭ ਹੀ ਕਾਮ ਜਾਂ ਹੋਰ ਵੀ ਕੋਈ ਪਦਾਰਥਾਂ ਦੀ ਲੋੜ ਹੋਵੇ ਉਹ ਵੀ ਪੂਰੀ ਕਰ ਦਿੰਦਾ ਸੀ। ਚੌਪਈ ਤਿਹ ਕੋ ਭਜਨ ਕਰੈ ਨਰ ਸਭ ਹੀ ਉਹਦਾ ਭਜਨ ਲੋਕ ਕਰਿਆ ਕਰਦੇ ਸਨ, ਜਿਵੇਂ ਉਹ ਕਹਿੰਦਾ ਸੀ ਉਵੇਂ ਹੀ ਕਰਦੇ ਸਨ ਤੇ ਉਹਨੂੰ ਗੁਰੂ ਬਣਾ ਕੇ ਉਹਨੂੰ ਹੀ ਰੱਬ ਵਾਹਿਗੁਰੂ ਸਮਝਦੇ ਸਨ ਵੀ ਇਹ ਸਾਡਾ ਜਿਹੜਾ ਹਨ ਪਰਮਾਤਮਾ ਸਾਡਾ ਇਹੀ ਹੈ ਸਰੇਵੜਾ ਜਿਹੜਾ ਹੈ। ਸਤਨਾਮ ਸਿਮਰਹਿਨ ਹੈ ਕਬ ਹੀ ਸੋ ਸਤਨਾਮ ਪਰਮੇਸ਼ਰ ਦਾ ਸਿਮਰਨ ਤਾਂ ਉਹ ਕਿਤੇ ਨਹੀਂ ਲੋਕਾਂ ਨੇ ਕੀਤਾ। ਲੋਕਾਂ ਨੂੰ ਪਤਾ ਹੀ ਨਹੀਂ ਵੀ ਵਾਹਿਗੁਰੂ ਹੈਗਾ ਹੈ ਤੇ ਨਾ ਕਿਤੇ ਵਾਹਿਗੁਰੂ ਦਾ ਕੋਈ ਨਾਮ ਹੀ ਜਪਿਆ, ਨਾ ਉਹ ਪਰਮੇਸ਼ਰ ਨੂੰ ਕਿਤੇ ਉਹਨਾਂ ਨੇ ਜਿਹੜਾ ਉਹਨਾਂ ਦੀ ਵਿਚਾਰ ਕੀਤੀ। ਉਹ ਉੱਥੇ ਹੀ ਖੜੇ ਸਨ ਜਿੱਥੇ ਸਰੇਵੜਾ ਖੜਾ ਸੀ। ਗਾਵਨ ਲਗਾ ਬੈਠ ਮਰਦਾਨਾ ਸੋ ਉਸ ਵੇਲੇ ਭਾਈ ਮਰਦਾਨੇ ਨੇ ਆਪਣੀ ਰਬਾਬ ਛੇੜੀ ਤੇ ਕੀਰਤਨ ਕਰਨ ਲੱਗਿਆ। ਉਪਮਾ ਸ੍ਰੀ ਕਰਤਾਰ ਮਹਾਨਾ ਉਹ ਸ਼ਬਦ ਦੇ ਵਿੱਚ ਜਿਹੜਾ ਸ਼ਬਦ ਉਸ ਵੇਲੇ ਭਾਈ ਮਰਦਾਨੇ ਨੇ ਗਾਇਆ ਉਹਦੇ ਵਿੱਚ ਪਰਮਾਤਮਾ ਦੀ ਕੀਰਤੀ ਸੀ, ਪਰਮਾਤਮਾ ਨੂੰ ਪ੍ਰੇਸ਼ ਕੀਤਾ। ਤਿਹ ਛਿਨ ਨਰ ਸਮੀਪ ਬਹੁ ਆਏ ਇਹ ਮਧੁਰ ਆਵਾਜ਼ ਨੂੰ ਸੁਣ ਕਰਕੇ ਰਬਾਬ ਦੀ ਜਿਹੜੀ ਹਨ ਆਵਾਜ਼ ਦੇ ਵਿੱਚ ਜਦੋਂ ਭਾਈ ਮਰਦਾਨੇ ਨੇ ਬੜੀ ਸੁਰੀਲੀ ਆਵਾਜ਼ ਨਾਲ ਜਿਹੜਾ ਹਨ ਕੀਰਤਨ ਕੀਤਾ, ਲੋਕ ਮੋਹਿਤ ਹੋ ਗਏ, ਸਾਰੇ ਆਲੇ ਦੁਆਲੇ ਆ ਕੇ ਬੈਠ ਗਏ। ਸੁਨਹਿ ਸ਼ਬਦ ਕੋ ਪ੍ਰੀਤ ਵਡਾਏ ਉਹਨਾਂ ਨੇ ਬੜੀ ਪ੍ਰੀਤੀ ਦੇ ਨਾਲ ਪ੍ਰੇਮ ਦੇ ਨਾਲ ਸਾਰਾ ਹੀ ਸ਼ਬਦ ਸਰਵਣ ਕੀਤਾ, ਸੁਣਿਆ। ਪਾਛੇ ਤੇ ਸੋ ਪੁੱਛਣ ਲਾਗੇ ਤੇ ਜਦੋਂ ਸ਼ਬਦ ਦੀ ਸਮਾਪਤੀ ਹੋਈ ਉਹ ਪੁੱਛਣ ਲੱਗੇ ਸਾਰੇ ਲੋਕ ਇਕੱਠੇ ਹੋ ਕੇ, ਇਸ ਕੋ ਅਰਥ ਕਹੋ ਹਮ ਆਗੇ ਕਹਿਣ ਲੱਗੇ ਇਹਦੇ ਅਰਥ ਸਾਨੂੰ ਦੱਸੋ, ਇਹ ਸ਼ਬਦ ਜਿਹੜਾ ਤੁਸੀਂ ਪੜਿਆ ਹੈ ਇਹਦੇ ਅਰਥ ਕੀ ਹਨ, ਇਹਦੇ ਮੀਨਿੰਗਸ ਕੀ ਹਨ, ਸਾਨੂੰ ਸਮਝਾਓ। ਸ੍ਰੀ ਗੁਰ ਕਹੈ ਭਜੋ ਹਰ ਨਾਮੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਸ਼ਬਦ ਦੇ ਅਰਥ ਕਰਦਿਆਂ ਹੋਇਆਂ ਸਤਿਗੁਰਾਂ ਨੇ ਬਚਨ ਕੀਤੇ ਕਿ ਸਾਰੇ ਇਹਦਾ ਸ਼ਬਦ ਦਾ ਅਰਥ ਇਹੀ ਹੈ ਕਿ ਵਾਹਿਗੁਰੂ ਨੂੰ ਤੁਸੀਂ ਜਪਿਆ ਕਰੋ, ਪਰਮਾਤਮਾ ਨੂੰ ਚੇਤੇ ਰੱਖੋ। ਅੰਤ ਸਮਹਿ ਜੋ ਆਵ ਹੈ ਕਾਮੂ ਦੇਖੋ ਉਹ ਪਰਮਾਤਮਾ ਇੱਕੋ ਇੱਕ ਹੈ ਜਿਹੜਾ ਅੰਤ ਮੌਤ ਦੇ ਸਮੇਂ ਆ ਕੇ ਮਦਦ ਕਰਦਾ ਹੈ, ਜਿਹਦੀ ਮਦਦ ਹੁੰਦੀ ਹੈ ਉਹ ਪਰਮਾਤਮਾ ਹੀ ਇੱਕੋ ਇੱਕ ਹੈ ਜੋ ਮੌਤ ਦੇ ਸਮੇਂ ਤੇ ਮੌਤ ਤੋਂ ਬਾਅਦ ਰੱਖਿਆ ਕਰਦਾ ਹੈ। ਵਿਖੈ ਵਿਕਾਰ ਅਲਪ ਸੁਖ ਤਿਆਗ ਹੋ ਜਿਹੜੇ ਇਹ ਵਿਸ਼ੇ ਵਿਕਾਰ ਨੇ, ਇਹ ਡਿਜ਼ਾਇਰਸ ਨੇ, ਇਹ ਸਾਰੇ ਜਿਹੜੇ ਨੇ ਇਹ ਜਿਹੜੇ ਅਲਪ ਸੁੱਖ ਥੋੜੇ ਸੁੱਖ ਵਾਲੇ ਨੇ, ਇਹ ਥੋੜਾ ਸੁੱਖ ਦੇਣ ਵਾਲੇ, ਕਿਉਂਕਿ ਜੀਵਨ ਛੋਟਾ ਹੀ ਹੈ। ਇਸ ਅਲਪ ਸੁੱਖ ਛੋਟਾ ਸੁੱਖ ਥੋੜਾ ਸੁੱਖ ਕਰਕੇ ਉਹ ਵੱਡਾ ਸੁੱਖਾਂ ਦਾ ਦਾਤਾ ਪਰਮੇਸ਼ਰ ਨੂੰ ਨਾ ਵਿਸਾਰੋ, ਨਾ ਭੁਲਾਓ। ਭਾਉ ਭਗਤ ਸੋ ਅਰ ਅਨੁਰਾਗ ਹੋ ਇਸ ਕਰਕੇ ਪ੍ਰੇਮਾ ਭਗਤੀ ਕਰਕੇ ਉਹ ਪਰਮੇਸ਼ਰ ਦਾ ਪਿਆਰ ਆਪਣੇ ਹਿਰਦੇ ਵਿੱਚ ਵਸਾਓ। ਦੋਹਰਾ ਸੁਨ ਕੇ ਨਰ ਬੋਲਤ ਭਏ ਹਮਰੋ ਗੁਰ ਹੈ ਜੋਏ ਸੋ ਉਸ ਵੇਲੇ ਇਹ ਸਾਰੀ ਗੱਲ ਨੂੰ ਸੁਣ ਕੇ ਲੋਕਾਂ ਨੇ ਕਿਹਾ ਕਿ ਸਾਡਾ ਵੀ ਇੱਥੇ ਗੁਰੂ ਹੈ। ਉਹ ਸਰੇਵੜੇ ਨੂੰ ਰਿਫਰ ਕਰ ਰਹੇ ਸਨ ਵੀ ਸਾਡਾ ਇੱਥੇ ਇੱਕ ਗੁਰੂ ਹੈ, ਸਾਨੂੰ ਵੀ ਉਹ ਉਪਦੇਸ਼ ਦਿੰਦਾ ਸੀ, ਉਹਦਾ ਦਿੱਤਾ ਹੋਇਆ ਨਾਮ ਹੀ ਜਪਦੇ ਹਾਂ। ਨਾਮ ਜਪਾਵਤ ਆਪਨੋ ਕਹੈ ਨਾ ਕਰਤਾ ਕੋਏ ਤੇ ਜਿਹੜਾ ਹੈ ਉਹ ਨਾਮ ਕਿਹਦਾ ਜਪਾਉਂਦਾ? ਸਰੇਵੜਾ ਕਹਿੰਦਾ ਆਪਣਾ ਹੀ ਨਾਮ ਜਪਾਈ ਜਾਂਦਾ, ਲੋਕਾਂ ਨੂੰ ਕਹਿੰਦਾ ਮੇਰਾ ਹੀ ਨਾਮ ਜਪਿਆ ਕਰੋ। ਤੇ ਉਹਨੇ ਕਿਤੇ ਵੀ ਕੋਈ ਹੋਰ ਕਰਤਾਰ ਹੋਰ ਪਰਮੇਸ਼ਰ ਦੀ ਗੱਲ ਨਹੀਂ ਕੀਤੀ, ਉਹ ਤਾਂ ਕਹਿੰਦਾ ਉਹੀ ਰੱਬ ਹੈ। ਚੌਪੇ ਜੈਸੇ ਬ੍ਰਿਖ ਬੀਜ ਤੇ ਜਮ ਹੈ ਤੇ ਕਹਿੰਦੇ ਦੇਖੋ ਸਾਡਾ ਗੁਰੂ ਸਾਨੂੰ ਇਹ ਗੱਲ ਸਮਝਾਉਂਦਾ ਹੈ, ਕਹਿੰਦੇ ਜਿਵੇਂ ਇੱਕ ਬ੍ਰਿਖ ਇੱਕ ਟਰੀ ਇੱਕ ਬੀਜ ਤੋਂ ਜੰਮਦਾ ਹੈ, ਬੀਜ ਬ੍ਰਿਖ ਤੇ ਹੋਇ ਅਬਿਰਾਮ ਹੈ ਤੇ ਫਿਰ ਉਹੀ ਟਰੀ ਨੂੰ ਉਹੀ ਬੀਜ ਲੱਗਦਾ ਹੈ ਤੇ ਉਹੀ ਬੀਜ ਤੋਂ ਫਿਰ ਉਹ ਦਰਖਤ ਹੁੰਦਾ ਹੈ। ਕਹਿੰਦਾ ਇਸੇ ਤਰ੍ਹਾਂ ਹੀ ਜਿਹੜਾ ਹੈ ਇਹ ਸਾਰਾ ਸੰਸਾਰ ਐਸਾ ਹੀ ਹੈ ਤੇ ਰੱਬ ਕੁਛ ਨਹੀਂ ਹੈਗਾ, ਇੱਥੇ ਪਰਮੇਸ਼ਰ ਨਹੀਂ ਹੈਗਾ, ਵਾਹਿਗੁਰੂ ਨਹੀਂ ਹੈਗਾ, ਇਹ ਤਾਂ
ਸਿਰਫ ਇੱਕ ਸਾਈਕਲ ਹੈ। ਬੀਜ ਤੋਂ ਟਰੀ ਬਣ ਗਿਆ, ਟਰੀ ਤੇ ਬੀਜ ਆ ਗਏ, ਉਹ ਬੀਜ ਤੋਂ ਫਿਰ ਟਰੀ ਲੱਗ ਗਿਆ। ਕਹਿੰਦੇ ਜਨਮ ਮਰਨ ਜਿਹੜਾ ਸੰਸਾਰ ਦਾ ਇਸੇ ਤਰ੍ਹਾਂ ਹੀ ਆਪਣੇ ਆਪ ਚੱਲਦਾ ਹੈ। ਇੱਥੇ ਕੋਈ ਰੱਬ ਨਹੀਂ ਹੈਗਾ, ਕੋਈ ਪਰਮਾਤਮਾ ਨਹੀਂ ਹੈਗਾ ਫੈਸਲੇ ਕਰਨ ਵਾਲਾ, ਬਣਾਉਣ ਵਾਲਾ। ਤੇ ਉਹ ਮਾਨੁਖ ਤੇ ਮਾਨੁਖ ਹੋਏ। ਇਸੇ ਕਰਕੇ ਕਹਿੰਦੇ ਜਿਵੇਂ ਇੱਕ ਮਨੁੱਖ ਤੋਂ ਇੱਕ ਮਨੁੱਖ ਪੈਦਾ ਹੁੰਦਾ ਹੈ ਅੱਗੇ, ਅਪਰ ਨਾ ਕਰਤਾ ਲਖੀਏ ਕੋਏ। ਇਸ ਕਰਕੇ ਹੋਰ ਕੋਈ ਕਰਤਾ ਨਹੀਂ ਹੈਗਾ, ਕੋਈ ਹੋਰ ਕ੍ਰੀਏਟਰ ਨਹੀਂ ਹੈਗਾ। ਬੰਦਾ ਹੀ ਦੂਜੇ ਮਨੁੱਖ ਨੂੰ ਪੈਦਾ ਕਰਦਾ ਹੈ, ਉਹ ਅਗਾਂਹ ਜਾ ਕੇ ਹੋਰਾਂ ਨੂੰ ਪੈਦਾ ਕਰਦਾ ਹੈ। ਕਹਿੰਦੇ ਇਸੇ ਤਰ੍ਹਾਂ ਹੀ ਸਿਲਸਿਲਾ ਚੱਲਦਾ ਰਹਿੰਦਾ ਹੈ। ਇੱਥੇ ਹੋਰ ਕੋਈ ਕਰਤਾਰ ਪਰਮਾਤਮਾ ਨਹੀਂ ਹੈਗਾ। ਸੋ ਹਮ ਹੈ ਉਪਦੇਸ਼ ਦ੍ਰਿੜਾਇਓ। ਕਹਿਣਗੇ ਇਹੀ ਉਪਦੇਸ਼ ਸਾਨੂੰ ਦ੍ਰਿੜ ਕਰਾਇਆ, ਪੱਕਾ ਕਰਾਇਆ ਹੋਇਆ ਹੈ ਉਸਨੇ। ਨਾਨਾ ਜੁਗਤ ਸੰਗ ਸਮਝਾਇਓ। ਕਹਿਣਗੇ ਇਹ ਨਾਨਾ ਬੜੀਆਂ ਜਿਹੜੀਆਂ ਹਨ ਦ੍ਰਿਸ਼ਟਾਂਤ ਦੇ ਕੇ, ਐਗਜ਼ਾਮਪਲਸ ਦੇ ਕੇ, ਦਲੀਲਾਂ ਦੇ ਕੇ ਸਾਨੂੰ ਇਹ ਗੱਲਾਂ ਸਮਝਾਈਆਂ ਸਾਡੇ ਗੁਰੂ ਨੇ। ਅਸ ਸੰਭਾਖਣ ਕਰ ਨਰ ਤਬ ਹੀ। ਕਹਿਣਗੇ ਇਸ ਕਰਕੇ ਜਿਹੜਾ ਭਲੀ ਭਾਂਤ ਕਹਿੰਦੇ ਇਸੇ ਤਰ੍ਹਾਂ ਹੀ ਸਾਰੀ ਗੱਲ ਮਹਾਰਾਜ ਨੂੰ ਦੱਸ ਦਿੱਤੀ, ਉਹਨਾਂ ਨੇ ਕਲੀਅਰ ਕਰਕੇ ਦੱਸ ਦਿੱਤੀ ਕਿ ਵੀ ਇਸੇ ਤਰ੍ਹਾਂ ਹੀ ਸਾਡੇ ਨਾਲ ਹੋ ਰਿਹਾ ਹੈ ਤੇ ਅਸੀਂ ਆਪਣੇ ਗੁਰੂ ਨੂੰ ਮੰਨਣ ਵਾਲੇ ਹਾਂ। ਆਪ ਆਪਣੇ ਘਰ ਗਏ ਸਭ ਹੀ। ਫਿਰ ਉਸ ਤੋਂ ਬਾਅਦ ਸ਼ਾਮਾਂ ਪਈਆਂ ਤੇ ਸਾਰੇ ਲੋਕ ਆਪੋ ਆਪਣੇ ਘਰਾਂ ਨੂੰ ਚਲੇ ਗਏ। ਦੋਹਰਾ ਬਰਖਾ ਤਬ ਤੇ ਹਟ ਗਈ, ਜਬ ਕੇ ਬੈਠੇ ਜਾਏ। ਦੇਖੋ ਜਿੱਦਣ ਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਾ ਕੇ ਉਹ ਮੁਲਕ 'ਚ ਬੈਠੇ ਤਾਂ ਉਸ ਦਿਨ ਤੋਂ ਬਰਖਾ, ਮੀਂਹ ਪੈਣਾ ਬੰਦ ਹੋ ਗਿਆ। ਹੁਣ ਮੀਂਹ ਨਹੀਂ ਪੈ ਰਿਹਾ ਜੀ। ਲਗੇ ਖੇਤ ਸੂਕਨ ਸਰਬ ਕੋ ਨਹਿ ਹੋਤ ਉਪਾਏ। ਉਹ ਖੇਤ ਲੋਕਾਂ ਦੀਆਂ ਜਿਹਨਾਂ ਜ਼ਮੀਨਾਂ ਸਨ, ਜਿਹੜੇ ਖੇਤ ਸਨ, ਉਹ ਸਾਰੇ ਸੁੱਕਣ ਲੱਗੇ। ਉਹਨਾਂ ਦੀ ਖੇਤੀ ਸੁੱਕਣ ਲੱਗੀ ਤੇ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਪਾਣੀ ਦੀ, ਕੋਈ ਪਾਣੀ ਨਹੀਂ ਉਹਨਾਂ ਕੋਲ ਆ ਰਿਹਾ ਸੀ। ਚੌਪੇ ਖਿੰਚੀ ਕਲਾ ਤਾਹੇ ਕੀ ਸਗਰੀ। ਦੇਖੋ ਮਹਾਰਾਜ ਨੇ ਉਸ ਸਰੇਵੜੇ ਦੀ ਸਾਰੀ ਸ਼ਕਤੀ ਜਿਹੜੀ ਸੀ ਨਾ ਖਿੱਚ ਲਈ। ਜਿਹੜੀ ਉਹ ਜੰਤਰਾਂ ਮੰਤਰਾਂ ਦਾ ਕਾਲਾ ਜਿਹੜਾ ਇਲਮ ਸੀ ਨਾ ਉਹਦੇ ਕੋਲ, ਜਿਹੜਾ ਕਿ ਬਲੈਕ ਮੈਜਿਕ ਨਾਲ ਉਹ ਲੋਕਾਂ ਨੂੰ ਪਿੱਛੇ ਲਾਈ ਬੈਠਾ ਸੀ, ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਰਾ ਹੀ ਖਿੱਚ ਲਿਆ। ਉਹ ਸਾਰੇ ਆਪਣੇ ਕੋਲ ਕਰ ਲਿਆ। ਜੋ ਗੁਰ ਬਣਿਓ ਹੋਤ ਸਭ ਨਗਰੀ। ਹਾਂ, ਜਿਹੜਾ ਗੁਰੂ ਬਣਿਆ ਬੈਠਾ ਸੀ ਸਾਰੀ ਨਗਰੀ ਵਿੱਚ। ਜਬ ਬਰਖਾ ਕੀ ਭੀ ਬਹੁ ਚਾਹੀ। ਜਦੋਂ ਲੋਕਾਂ ਨੂੰ ਬਰਖਾ ਦੀ ਬਹੁਤ ਲੋੜ ਪਈ, ਬਹੁਤ ਚਾਹਨਾ ਉੱਠੀ ਕਿ ਸਾਡੀਆਂ ਤੱਕ ਜਿਹੜਾ ਹਨ ਇਹ ਜ਼ਮੀਨਾਂ ਸੁੱਕ ਜਾਣੀਆਂ, ਸਾਡੇ ਖੇਤ ਸੁੱਕ ਜਾਣੇ ਹਨ। ਨਰ ਮਿਲ ਗਏ ਸਰੇਵਰ ਪਾਹੀ। ਸੋ ਸਾਰੇ ਜਿਹੜਾ ਹਨ ਮਿਲ ਕੇ ਉਹ ਸਰੇਵੜੇ ਉਹ ਝੂਠੇ ਗੁਰੂ ਕੋਲ ਚਲੇ ਗਏ। ਆਪਣਾ ਮੰਤਰ ਬਿਦ ਸੰਗ ਉਚਾਰਿਓ। ਉਹ ਸਰੇਵੜਾ ਜਿਵੇਂ ਅੱਗੇ ਮੰਤਰ ਪੜਦਾ ਸੀ, ਇਹਨੇ ਮੰਤਰ ਪੜੇ ਜੀ, ਆਪਣੇ ਮੰਤਰ ਪੂਰੇ ਜ਼ੋਰ ਨਾਲ ਉਹਨੇ ਪੜੇ। ਮੇਹੋ ਨਾ ਪਰਾ ਜਤਨ ਕਰ ਹਾਰਿਓ। ਪਰ ਐਤਕੀ ਉਹ ਮੰਤਰ ਪੜਦਾ ਹਾਰ ਗਿਆ, ਪਰ ਮੀਂਹ ਨਾ ਪਿਆ। ਹੁਣ ਭਏ ਨਿਰਾਸ਼ ਲੋਕ ਘਰ ਆਏ। ਲੋਕੀ ਨਾਰਾਜ਼ ਹੋ ਗਏ ਜੀ, ਹੁਣ ਤਾਂ ਸਰੇਵੜਾ ਮੀਂਹ ਨਹੀਂ ਪਾ ਰਿਹਾ, ਸਾਡੇ ਖੇਤ ਸੁੱਕ ਜਾਣੇ ਹਨ ਜੀ। ਉਹਨਾਂ ਦਾ ਭਰੋਸਾ ਉੱਠ ਗਿਆ ਉਹਦੇ ਉੱਤੇ, ਝੂਠੇ ਗੁਰੂ ਤੋਂ। ਔਰ ਚਿੰਤਾਤੁਰ ਦੁੱਖ ਕੋ ਪਾਏ। ਉਹ ਬੜੇ ਚਿੰਤਾਤੁਰ ਹੋਏ, ਬੜੇ ਫਿਕਰਮੰਦ ਹੋਏ ਵੀ ਹੁਣ ਅੱਗੇ ਸਾਡਾ ਕੀ ਹੋਏਗਾ। ਦੁੱਖ ਬੜਾ ਪਾਇਆ ਉਹਨਾਂ ਨੇ। ਚਿੰਤਕ ਜੇ ਬੈਠੇ ਗੁਰ ਢਿਗ ਆਏ। ਕੁਝ ਕਰਨਾ ਆ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕੋਲ ਆ ਕੇ ਬਹਿ ਗਏ। ਉਹਨਾਂ ਨੂੰ ਹੋਰ ਕੋਈ ਕੰਮ ਨਹੀਂ ਰਿਹਾ, ਪਤਾ ਨਹੀਂ ਲੱਗਦਾ ਹੋਰ ਕੀ ਕਰੀਏ। ਆ ਕੇ ਬਹਿ ਗਏ ਜੀ ਗੁਰੂ ਨਾਨਕ ਸਾਹਿਬ ਜੀ ਦੇ ਕੋਲ। 300 ਬੂਝਤ ਗਿਰਾ ਅਲਾਏ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਪੁੱਛਿਆ, ਕਿਉਂ ਚਿੰਤਾਤੁਰ ਤੁਮ ਹੋ ਬੈਸੇ। ਯਾਨੀ ਕਿਉਂ ਚਿੰਤਾਤੁਰ, ਤੁਸੀਂ ਕਿਉਂ ਫਿਕਰਮੰਦ ਹੋ ਕੇ ਬੈਠੇ ਹੋ? ਕਾਹਦਾ ਫਿਕਰ ਲੱਗਿਆ ਹੋਇਆ ਤੁਹਾਨੂੰ? ਵਾਈ ਆਰ ਯੂ ਸੋ ਵਰੀਡ? ਕੀ ਗੱਲ, ਤੁਹਾਨੂੰ ਕੀ ਗੱਲ ਹੋ ਗਈ, ਕੀ ਦੁੱਖ ਹੋ ਗਿਆ? ਕਹੋ ਕੁਕਾਜ ਭਇਓ ਹੈ ਕੈਸੇ। ਹਾਂ, ਕੀ ਕੁਕਾਜ ਹੋ ਗਿਆ, ਕੀ ਮਾੜਾ ਕਰਮ ਹੋ ਗਿਆ ਤੁਹਾਡਾ, ਕੀ ਜਿਹੜਾ ਵਿਗੜ ਗਿਆ ਜਿਹਦੇ ਕਰਕੇ ਤੁਸੀਂ ਇੰਨੇ ਦੁਖੀ ਹੋਏ ਬੈਠੇ ਹੋ? ਸੁਨ ਬੋਲੇ ਜੇ ਮਨੁਜ ਦੁਖਾਰੇ। ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੁਐਸਚਨ ਜਿਹੜਾ ਹੈ, ਪ੍ਰਸ਼ਨ ਸੁਣ ਕਰਕੇ ਉਹ ਲੋਕ ਬੋਲੇ, ਜਲ ਬਿਨ ਸੂਕੇ ਸਰਬ ਕਿਦਾਰੇ। ਮਹਾਰਾਜ ਦੇਖੋ ਸਾਡੀਆਂ ਖੇਤੀਆਂ ਸੁੱਕ ਰਹੀਆਂ ਹਨ ਪਾਣੀ ਤੋਂ ਬਗੈਰ, ਮੀਂਹ ਨਹੀਂ ਪੈ ਰਿਹਾ। ਮੇਹੋ ਦੇਤ ਥੋ ਗੁਰੂ ਹਮਾਰਾ। ਦੇਖੋ ਅੱਗੇ ਤਾਂ ਮੀਂਹ ਪਾਉਣ ਵਾਲਾ ਸਾਡਾ ਗੁਰੂ ਸੀ, ਉਹ ਸਰੇਵੜਾ ਜਿਹੜਾ ਸੀਗਾ, ਕਹਿੰਦੇ ਉਹ ਮੀਂਹ ਪਾਉਂਦਾ ਹੁੰਦਾ ਸੀ ਸਾਡੇ ਵਾਸਤੇ। ਅਬ ਕਹਿ ਰਹੇ ਹੋ ਨਾ ਬਰਖਿਓ ਬਾਰਾ। ਹੁਣ ਅਸੀਂ ਬੇਨਤੀਆਂ ਵੀ ਕਰ ਚੁੱਕੇ ਹਾਂ, ਉਹਨਾਂ ਨੂੰ ਕਹਿ ਵੀ ਚੁੱਕੇ ਹਾਂ, ਪਰ ਹੁਣ ਮੀਂਹ ਨਹੀਂ ਪੈ ਰਿਹਾ, ਪਤਾ ਨਹੀਂ ਕੀ ਗੱਲ ਹੈ। ਇਸ ਪ੍ਰਕਾਰ ਤੇ ਚਿੰਤਾ ਹੋਈ। ਇਸ ਕਰਕੇ ਸਾਨੂੰ ਚਿੰਤਾ ਹੋ ਰਹੀ ਹੈ, ਸਾਡੀ ਖੇਤੀ ਸਾਰੀ ਖਤਮ ਹੋ ਜਾਣੀ ਹੈ, ਬਰਬਾਦ ਹੋ ਜਾਣਾ ਸਾਡਾ ਸਾਰਾ ਕੰਮ। ਕਿਰਖ ਕੋ ਹੋਏ ਉਪਾਏ ਨਾ ਕੋਈ। ਇਸ ਕਰਕੇ ਹੁਣ ਇਹ ਕਿਰਖੀ ਸਾਡੀ ਜਿਹੜੀ ਖੇਤੀ ਨੂੰ ਕੌਣ ਸੰਭਾਲੇਗਾ, ਕੌਣ ਬਚਾਏਗਾ? ਹੁਣ ਕੋਈ ਵੀ ਉਪਾਅ, ਕੋਈ ਹੋਰ ਤਰੀਕਾ ਨਹੀਂ ਸਾਨੂੰ ਸੁਝਦਾ। ਸ੍ਰੀ ਗੁਰ ਕਹੈ ਸਿਮਰੋ ਸਤਨਾਮੁ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਉਪਦੇਸ਼ ਦਿੱਤਾ ਕਿ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰੋ। ਤਹੂ ਲੋਕ ਮਹਿ ਆਵੇ ਕੰਮ। ਦੇਖੋ ਤੁਸੀਂ ਇੱਕ ਦੁਨੀਆ ਦੀ ਗੱਲ ਕਰਦੇ ਹੋ, ਪਰਮੇਸ਼ਰ ਤਾਂ ਦੋਨੋਂ ਦੁਨੀਆ ਵਿੱਚ ਰੱਖਣ ਵਾਲਾ ਹੈ। ਦੋਨੋਂ ਜਿਹੜਾ ਲੋਕ ਪਰਲੋਕ ਦਾ ਸਹਾਇਕ ਹੈ ਪਰਮੇਸ਼ਰ। ਤਜ ਸਰੇਵਰੇ ਕੀ ਅਬ ਸੇਵਾ। ਤੁਸੀਂ ਪਹਿਲਾਂ ਇਹ ਕਰੋ ਕਿ ਉਹ ਸਰੇਵੜੇ ਦਾ ਜਿਹੜਾ ਝੂਠਾ ਗੁਰੂ ਬਣਿਆ ਬੈਠਾ, ਉਹਦੀ ਸੇਵਾ ਨੂੰ ਛੱਡ ਦਿਓ। ਹੁਣ ਉਹਦੇ ਤੇ ਭਰੋਸਾ ਨਾ ਰੱਖੋ। ਹੁਣ ਜਚੋ ਏਕੰਕਾਰ ਅਭੇਵਾ। ਤੇ ਹੁਣ ਜੇ ਮੰਗਣਾ ਹੈ
ਕੋਈ ਬੇਨਤੀ ਕਰਨੀ ਹਾਂ ਤਾਂ ਉਹ ਇੱਕ ਓੰਕਾਰ ਉਹ ਪਰਮਾਤਮਾ ਪਾਰ ਬ੍ਰਹਮ ਪਰਮੇਸ਼ਰ ਅੱਗੇ ਬੇਨਤੀ ਕਰੋ, ਉਸ ਕ੍ਰੀਏਟ ਅੱਗੇ ਕਰਤੇ ਅੱਗੇ ਹੁਣ ਬੇਨਤੀ ਕਰੋ। ਚਾਹੋ ਹਿਰਦੇ ਜੋ ਪਾਵ ਹੋ ਸੋ, ਕਹਿਣ ਲੱਗੇ ਜੋ ਤੁਸੀਂ ਚਾਹੋਗੇ ਉਹੀ ਤੁਹਾਨੂੰ ਮਿਲੇਗਾ। ਬਹੁਰ ਨਾ ਚਿੰਤਾ ਵਿਆਪ ਹੈ ਕੋ, ਫੇਰ ਤੁਹਾਨੂੰ ਮੁੜ ਕੇ ਕੋਈ ਚਿੰਤਾ ਨਹੀਂ ਹੋਏਗੀ। ਜੇ ਉਹ ਤੁਸੀਂ ਪਰਮੇਸ਼ਰ ਨੂੰ ਜਪਣਾ ਸ਼ੁਰੂ ਕਰੋਗੇ, ਉਹ ਪਰਮੇਸ਼ਰ ਆਪੇ ਤੁਹਾਡੀ ਰੱਖਿਆ ਕਰੇਗਾ, ਤੁਹਾਨੂੰ ਮੁੜ ਕੇ ਫਿਰ ਕਿਤੇ ਦੁੱਖ ਨਹੀਂ ਆਏਗਾ। ਧਰੋ ਅਡੋਲੰਗ ਸਰਦਾ ਜੀ ਕੀ, ਕਹਿਣਗੇ ਧਰੋ, ਕਹਿਣਗੇ ਆਪਣੇ ਹਿਰਦੇ ਵਿੱਚ ਤੁਸੀਂ ਇੱਕ ਸ਼ਰਧਾ ਧਰੋ ਉਸ ਪਰਮੇਸ਼ਰ ਦੀ। ਕਰੋ ਤੇ ਹਾਵਲ ਅਬ ਬਿਦਨੀ ਕੀ, ਤੇ ਹੁਣ ਜਿਹੜਾ ਹਨ ਜੇ ਤੁਸੀਂ ਹੁਣ ਪ੍ਰਾਰਥਨਾ ਕਰਨੀ ਹੈ ਉਸ ਪਰਮੇਸ਼ਰ ਅੱਗੇ ਤਾਂ ਕੜਾ ਪ੍ਰਸ਼ਾਦ ਦੇਗ ਤਿਆਰ ਕਰੋ ਉਹਦੀ ਵਿਧੀ ਅਨੁਸਾਰ। ਜਬ ਅਰਦਾਸ ਕਰੋਗੇ ਤਾਂ ਕੀ, ਜਦੋਂ ਪਰਮੇਸ਼ਰ ਅੱਗੇ ਤੁਸੀਂ ਕੜਾ ਪ੍ਰਸ਼ਾਦ ਦੀ ਭੇਟਾ ਰੱਖ ਕੇ ਤੁਸੀਂ ਅਰਦਾਸ ਕਰੋਗੇ, ਬਰਖਾ ਬਰਖਾ ਮਿਤ ਨਹਿ ਜਾ ਕੀ, ਤੇ ਉਦੋਂ ਫਿਰ ਬਰਖਾ ਹੋਵੇਗੀ, ਮੀਂਹ ਪਵੇਗਾ ਜਿਹਦਾ ਕੋਈ ਅੰਤ ਹੀ ਨਹੀਂ ਹੋਵੇਗਾ। ਕਿੰਨੀ ਕੁ ਬਰਖਾ ਪਏਗੀ, ਕਹਿੰਦੇ ਬਰਖਾ ਜਿਹੜੀ ਖੁੱਲੀ ਪੈ ਜਾਣੀ ਹੈ। ਉਸ ਤੋਂ ਬਾਅਦ ਇਹ ਬਿਦ ਸੁਣ ਕੇ ਗੁਰੂ ਸਮੀਪਾ, ਜਦੋਂ ਇਸ ਚੀਜ਼ ਬਚਨ ਜਿਹੜੇ ਹਨ ਸਤਿਗੁਰਾਂ ਦੇ ਉਸ ਲੋਕਾਂ ਨੇ ਸੁਣਨਾ ਕੀਤੇ ਜਿਹੜੇ ਕੋਲੇ ਬੈਠੇ ਸਨ, ਨਰ ਚੱਲ ਗਏ ਨਿਕਟ ਅਬ ਨੀਪਾ, ਉਹ ਸਾਰੇ ਲੋਕ ਇਕੱਠੇ ਹੋ ਕੇ ਉਸ ਨਗਰ ਦੇ ਰਾਜੇ ਕੋਲ ਚਲੇ ਗਏ। ਸਰਬ ਬ੍ਰਿਤਾਂਤ ਤਬਹਿ ਕਹਿ ਦੀਨਾ, ਰਾਜੇ ਨੂੰ ਜਾ ਕੇ ਸਾਰੀ ਗੱਲ ਦੱਸੀ, ਜੋ ਗੁਰੂ ਨਾਨਕ ਨੇ ਬਚਨ ਕੀਤੇ ਉਹ ਰਾਜੇ ਨੂੰ ਦੱਸੇ ਜਾ ਕੇ। ਹਿਤ ਸੋ ਮਿਲੇ ਤੇ ਹਾਵਲ ਕੀਨਾ, ਉਹਨੇ ਕੀ ਕੀਤਾ, ਰਾਜੇ ਨੇ ਹਿਤ ਸੋ ਮਿਲੇ ਆ ਕੇ ਸਤਿਗੁਰਾਂ ਨੂੰ ਮਿਲਿਆ। ਉਹ ਰਾਜਾ ਆ ਕੇ ਆਪ ਤੇ ਕੜਾ ਪ੍ਰਸ਼ਾਦ ਦੇਗ ਤਿਆਰ ਕਰਵਾਈ, ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ। ਕਿ ਅਰਦਾਸ ਜਬੈ ਕਰ ਜੋਰੀ, ਫਿਰ ਹੱਥ ਜੋੜ ਕੇ ਉਹਨਾਂ ਨੇ ਅਰਦਾਸ ਕੀਤੀ ਉਹ ਪਾਰ ਬ੍ਰਹਮ ਪਰਮੇਸ਼ਰ ਅੱਗੇ। ਤਬ ਹੀ ਉੱਠੀ ਘਟਾ ਘਨ ਕੋਰੀ, ਬਸ ਅਰਦਾਸ ਕਰਨ ਦੀ ਲੋੜ ਸੀ, ਉਨੀ ਦੇਰੀ ਸੀ ਤੇ ਆ ਗਈਆਂ ਜੀ ਕਾਲੀਆਂ ਘਟਾਵਾਂ, ਕਾਲੇ ਬੱਦਲ ਚੜ ਕੇ ਆ ਗਏ ਉਸ ਨਗਰ ਦੇ ਉੱਤੇ। ਬਾਰ ਧਰਾ ਪਰ ਪਰਿਓ ਵਿਸਾਲਾ, ਬਹੁਤ ਭਾਰੀ ਜਿਹੜਾ ਹੈ ਮੀਂਹ ਪਿਆ। ਉਸ ਵੇਲੇ ਡਾਊਨਫਾਲ ਹੋਈ ਜੀ। ਹਰਖ ਭਇਓ ਸਭ ਕੋ ਤਹਿ ਕਾਲਾ, ਉਸ ਵੇਲੇ ਲੋਕਾਂ ਨੂੰ ਬੜੀ ਖੁਸ਼ੀ ਹੋਈ ਵੀ ਮੀਂਹ ਪੈ ਗਿਆ, ਸਾਡੀ ਖੇਤੀ ਹੁਣ ਬਚ ਜਾਏਗੀ। ਧੂਪ ਪ੍ਰਜਾ ਯੁਤ ਗੁਰੂ ਅਗਾਰੀ, ਦੇਖੋ ਜਿਹੜਾ ਰਾਜਾ ਸੀ ਪ੍ਰਜਾ ਸਮੇਤ ਸਤਿਗੁਰਾਂ ਦੇ ਚਰਨਾਂ ਵਿੱਚ ਆ ਹਾਜ਼ਰ ਹੋਇਆ ਤੇ ਬੇਨਤੀ ਕੀਤੀ। ਆਏ ਨਮੋ ਕੇ ਬਿਨੈ ਉਚਾਰੀ, ਉਹਨਾਂ ਨੇ ਆ ਕੇ ਪਹਿਲਾਂ ਤਾਂ ਨਮਸਕਾਰ ਕੀਤੀ, ਮੱਥਾ ਟੇਕਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਤੇ ਕੋਲੇ ਬਹਿ ਕੇ ਬੇਨਤੀ ਕੀਤੀ। ਤੁਮ ਆਨੰਦ ਕੇ ਕੰਦ ਮੁਕੰਦਾ, ਹੇ ਗੁਰੂ ਨਾਨਕ ਸੱਚੇ ਪਾਤਸ਼ਾਹ ਤੁਸੀਂ ਆਨੰਦ ਨੂੰ ਦੇਣ ਵਾਲੇ ਹੋ, ਆਨੰਦ ਦੇ ਮੂਲ ਹੋ, ਸਾਰੇ ਹੀ ਤੁਸੀਂ ਸੁਖ ਦੇਣ ਵਾਲੇ ਹੋ ਤੇ ਮੁਕਤੀ ਦੇ ਦਾਤੇ ਹੋ। ਸਭ ਜਗ ਬੰਦ ਦੁਤੀਏ ਜਗ ਚੰਦਾ, ਮਹਾਰਾਜ ਤੁਸੀਂ ਜਗਤ ਦੇ ਜਿਹੜੇ ਹਨ ਬੰਧਨ ਯੋਗ ਹੋ, ਤੁਹਾਨੂੰ ਸਾਰਾ ਹੀ ਜਗਤ ਨਮਸਕਾਰ ਕਰਨ ਯੋਗ ਹੋ। ਤੁਸੀਂ ਸਾਰਾ ਜਗਤ ਤੁਹਾਡੇ ਚਰਨਾਂ ਤੇ ਹੈ। ਦੁਤੀਏ ਹੈ ਜਗ ਚੰਦਾ, ਜਿਵੇਂ ਕਹਿੰਦੇ ਚੰਦਰਮਾ ਰਾਤ ਨੂੰ ਪ੍ਰਕਾਸ਼ ਕਰਦਾ ਹੈ, ਤੁਸੀਂ ਵੀ ਸੰਸਾਰ ਤੇ ਪ੍ਰਕਾਸ਼ ਕਰਨ ਵਾਲੇ ਤੁਸੀਂ ਵੀ ਚੰਦਰਮਾ ਹੋ। ਨਿਜ ਉਪਦੇਸ਼ ਦੀਜੀਏ ਅਬ ਹੀ, ਮਹਾਰਾਜ ਤੁਸੀਂ ਸਾਨੂੰ ਆਪਣਾ ਉਪਦੇਸ਼ ਦਿਓ। ਕਰੋ ਸਿੱਖ ਸੇਵ ਹੈ ਹਮ ਸਭ ਕੀ, ਮਹਾਰਾਜ ਸਾਨੂੰ ਆਪਣੇ ਸਿੱਖ ਬਣਾ ਲਓ, ਜਿਹਦੇ ਕਰਕੇ ਅਸੀਂ ਦਿਨ ਰਾਤ ਤੁਹਾਡੀ ਸੇਵਾ ਕਰਿਆ ਕਰਾਂਗੇ। ਕਲਾ ਵਿਸਾਲ ਬਿਲੋਕ ਤੁਮਾਰੇ, ਮਹਾਰਾਜ ਤੁਹਾਡੀ ਵੱਡੀ ਕਰਾਮਾਤ ਅਸੀਂ ਦੇਖ ਲਈ ਹੈ, ਕਿਉਂਕਿ ਤੁਸੀਂ ਆਪ ਜਿਹੜਾ ਬਚਨ ਕੀਤਾ ਉਹ ਪੂਰਾ ਹੋ ਗਿਆ ਉਸੇ ਵਕਤ। ਸਰਨ ਗਹੀ ਅਬ ਕਰੋ ਸੰਭਾਲੀ, ਮਹਾਰਾਜ ਤੁਸੀਂ ਕੋਈ ਪਖੰਡ ਨਹੀਂ ਕੀਤਾ, ਤੁਸੀਂ ਸਿੱਧਾ ਸਾਦਾ ਸਾਡੇ ਤੋਂ ਹੀ ਕਾਰਜ ਕਰਾਇਆ, ਜਿਹੜੇ ਕਾਰਜ ਕਰਕੇ ਮੀਂਹ ਆ ਗਿਆ। ਇਸ ਕਰਕੇ ਅਸੀਂ ਤੁਹਾਡੀ ਸ਼ਰਨ ਹੁਣ ਲੈ ਲਈ ਹੈ, ਅਸੀਂ ਤੁਹਾਡੀ ਜਿਹੜੇ ਹਨ ਚਰਨ ਸ਼ਰਨ ਵਿੱਚ ਆ ਗਏ ਹਾਂ। ਦੋਹਰਾ ਪਗ ਕੀ ਪਾਹੁਲ ਦੀਨ ਗੁਰ ਕੀਨੇ ਸਰਬ ਨਿਹਾਲ, ਮਹਾਰਾਜ ਨੇ ਸਾਰੇ ਪਿੰਡ ਦੇ ਜਿਹੜੇ ਹਨ ਨਗਰ ਦੇ ਲੋਕਾਂ ਨੂੰ ਨਿਹਾਲ ਕੀਤਾ, ਉਹਨਾਂ ਨੂੰ ਚਰਨਾ ਮਿਰਤ ਪਿਲਾਉਣਾ ਕੀਤਾ, ਸਿੱਖ ਬਣਾ ਲਿਆ ਸਤਿਗੁਰਾਂ ਨੇ। ਸਤਨਾਮ ਉਪਦੇਸ਼ ਕਰ ਕਾਟੇ ਬੰਦ ਵਿਸਾਲ, ਮਹਾਰਾਜ ਨੇ ਵਾਹਿਗੁਰੂ ਉਪਦੇਸ਼ ਦੇ ਕਰਕੇ, ਵਾਹਿਗੁਰੂ ਦੇ ਨਾਮ ਦੀ ਬਖਸ਼ਿਸ਼ ਉਹਨਾਂ ਨੂੰ ਕਰਕੇ ਉਹਨਾਂ ਦੇ ਸਾਰੇ ਬੰਧਨ ਕੱਟ ਦਿੱਤੇ, ਸਾਰੇ ਦੁੱਖ ਕੱਟ ਦਿੱਤੇ, ਉਹਨਾਂ ਦੇ ਜਨਮ ਮਰਨ ਤੋਂ ਉਹਨਾਂ ਨੂੰ ਰਹਿਤ ਕਰ ਦਿੱਤਾ। ਚੌਪੇ ਪੁਨ ਸਰੇਵਰਾ ਲੱਜਾ ਧਰ ਕੇ, ਉਸ ਵੇਲੇ ਇਹ ਜਿਹੜਾ ਝੂਠਾ ਗੁਰੂ ਸੀ ਨਾ ਸਰੇਵੜਾ, ਉਹ ਜਿਹੜਾ ਹੈ ਬੜਾ ਸ਼ਰਮਸ਼ਾਰ ਹੋਇਆ ਵੀ ਮੇਰਾ ਮੀਂਹ ਪਾਇਆ ਨਹੀਂ ਪਿਆ ਤੇ ਇਹਨਾਂ ਨੇ ਮੀਂਹ ਪਾਤਾ। ਉਹ ਸ਼ਰਮਸ਼ਾਰ ਹੁੰਦਿਆਂ ਹੋਇਆਂ ਆਇਓ ਚਰਚਾ ਹੇਤ ਵਿਚਰ ਕੇ, ਉਹ ਆਇਆ ਜੀ ਥੋੜਾ ਜਿਹਾ ਹੰਕਾਰ ਲੈ ਕੇ ਵੀ ਮੈਂ ਸਤਿਗੁਰਾਂ ਨਾਲ ਚਰਚਾ ਕਰਨੀ ਹੈ, ਮੈਂ ਥੋੜੀ ਜਿਹੀ ਡਿਬੇਟ ਕਰਾਂਗਾ। ਮਹਾਰਾਜ ਨਾਲ ਆਰਗੂਮੈਂਟ ਕਰਨ ਵਾਸਤੇ ਆਇਆ ਤੇ ਲੋਕਾਂ ਵਿੱਚ ਆਪਣਾ ਪ੍ਰਭਾਵ ਫੇਰ ਪਾਉਣ ਆਇਆ ਵੀ ਮੈਂ ਗੁਰੂ ਨਾਨਕ ਨਾਲੋਂ ਵੱਡਾ ਹਾਂ, ਇਹ ਦਿਖਾਉਣ ਵਾਸਤੇ ਆਇਆ। ਬੈਠ ਸਮੀਪ ਕਹੀ ਨਿਜ ਗਾਥਾ, ਉਹ ਆ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੋਲ ਬੈਠ ਗਿਆ ਆ ਕੇ ਉਸ ਰੇਵੜਾ। ਤਬ ਸਲੋਕ ਉਚਰਿਓ ਜਗਨਾਥਾ, ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੋ ਜਗਤ ਦੇ ਨਾਥ ਹਨ, ਉਹਨਾਂ ਨੇ ਇਹ ਸ਼ਬਦ ਸ਼ਲੋਕਾਂ ਦੇ ਵਿੱਚ ਉਚਾਰਨ ਕੀਤਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਗ ਜਿਹੜਾ ਹੈ ਮਹਾਰਾਜ ਦਾ ਜਿਹੜਾ ਹੈ 400 ਉਹ ਅੰਗ ਤੇ ਹੈ, ਮਾਝ ਰਾਗ ਦਾ ਸ਼ਬਦ ਹੈ। ਸ੍ਰੀ ਮੁਖ ਵਾਕ ਸਲੋਕ ਮਹੱਲਾ ਪਹਿਲਾ,
ਸਿਰ ਖੋਹਾਏ ਪੀਐ ਮਲਵਾਣੀ ਝੂਠਾ ਮੰਗ ਮੰਗ ਖਾਹੀ ਫੋਲ ਫਦੀਹਤ ਮੋਹਿ ਲੈਣ ਪੜਾਸਾ ਪਾਣੀ ਦੇਖ ਸਗਾਹੀ ਭੇਡਾ ਵਾਗੀ ਸਿਰ ਖੋਹਾਇਨ ਭਰੀਨ ਹੱਥ ਸੁਆਹੀ ਮਾਊ ਪੀਊ ਕਿਰਤ ਗਵਾਇਨ ਟੱਬਰ ਰੋਵਨ ਧਾਹੀ ਓਨਾ ਪਿੰਡ ਨਾ ਪੱਤਲ ਕਿਰਿਆ ਨਾ ਦੀਵਾ ਮੋਇ ਕਿਥਾਊ ਪਾਹੀ 68 ਤੀਰਥ ਦੇਨ ਨਾ ਢੋਈ ਬ੍ਰਾਹਮਣ ਅੰਨ ਨਾ ਖਾਹੀ ਸਦਾ ਕੁਚੀਲ ਰਹੇ ਦਿਨ ਰਾਤੀ ਮੱਥੈ ਟਿੱਕੇ ਨਾਹੀ ਝੁੰਡੇ ਪਾਏ ਬਹਿਨ ਨਿਤ ਮਰਨੈ ਦੜ ਦੀ ਬਾਣ ਨਾ ਜਾਹੀ ਲੱਕੀ ਕਾਸੇ ਹੱਥੀ ਫੁੰਮਣ ਅੱਗੋ ਪਿੱਛੀ ਜਾਹੀ ਨਾ ਓਏ ਜੋਗੀ ਨਾ ਓਏ ਜੰਗਮ ਨਾ ਓਏ ਕਾਜੀ ਮੁੱਲਾ ਦਈਏ ਵਿਗੋਏ ਫਿਰ ਹੈ ਵਿਗੁੱਤੇ ਫਿੱਟਾ ਵਤੈ ਗੱਲਾ ਜੀਆ ਮਾਰ ਜੀ ਵਾਲੇ ਸੋਈ ਅਵਰ ਨਾ ਕੋਈ ਰੱਖੈ ਦਨ ਹੋ ਤੈ ਇਸ ਨਨ ਹੋ ਵੰਜੇ ਭਸ ਪਈ ਸਿਰ ਖੁੱਥੈ ਪਾਣੀ ਵਿੱਚ ਹੋ ਰਤਨ ਉਪੰਨੇ ਮੇਰ ਕੀਆ ਮਾਧਾਣੀ 68 ਤੀਰਥ ਦੇਵੀ ਥਾਪੇ ਪੁਰਬੀ ਲੱਗੈ ਬਾਣੀ ਨਾਏ ਨਿਵਾਜਾ ਨਾਤੈ ਪੂਜਾ ਨਾਵਨ ਸਦਾ ਸੁਜਾਨੀ ਮੋਇਆ ਜੀਵ ਦਿਆ ਗਤ ਹੋਵੈ ਜਾਂ ਸਿਰ ਪਾਈਐ ਪਾਣੀ ਨਾਨਕ ਸਿਰ ਖੁੱਥੇ ਸਹਿਤਾਣੀ ਇਨਾ ਗੱਲ ਨਾ ਭਾਣੀ ਉੱਠੈ ਹੋਇਐ ਹੋਏ ਬਿਲਾਵਲ ਜੀਆ ਜੁਗਤ ਸਮਾਣੀ ਉੱਠੈ ਅੰਨ ਕਮਾਦ ਕਪਾਹਾ ਸਭ ਸੈ ਪੜਦਾ ਹੋਵੈ ਉੱਠੈ ਘਾਹੋ ਚਰਹਿ ਨਿਤ ਸੁਰਹੀ ਸਾ ਧਨ ਦਹੀ ਵਿਲੋਵੈ ਤਿਤ ਕੇ ਹੋਮ ਜਗ ਸਦ ਪੂਜਾ ਪਈਐ ਕਾਰਜ ਸੋਹੈ ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੈ ਜਿਤ ਵਡਿਆਈ ਨਾਨਕ ਜੇ ਸਿਰ ਖੁੱਤੇ ਨਾਵਨ ਨਾਹੀ ਤਾ ਸਤ ਚੱਟੇ ਸਿਰ ਛਾਈ। ਇਹ ਸ਼ਬਦ ਜੋ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਗ 150 ਅੰਗ ਤੇ ਹੈ 150 ਅੰਗ ਤੇ ਇਹ ਸ਼ਬਦ ਜਿਹੜਾ ਸ਼ਸ਼ੋਭਤ ਹੈ ਜਿਹਦਾ ਜਿਹੜਾ ਹੈ ਸੰਖੇਪ ਕਰਕੇ ਜਿਹੜਾ ਅਰਥ ਹੈ ਉਹ ਅੱਗੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਵੇਂ ਮਹਾਰਾਜ ਨੇ ਬਚਨ ਕੀਤੇ ਉਹਨਾਂ ਦੇ ਵਿੱਚ ਹੀ ਇਹ ਸਾਰ ਆਉਂਦਾ ਹੈ ਸਾਰੇ ਸ਼ਬਦ ਦਾ ਉਹ ਆਪ ਜੀ ਸਰਵਣ ਕਰੋ ਜਿਵੇਂ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਹੈ। ਚੌਪੇ ਸੁਨ ਸ਼ਲੋਕ ਕੋ ਅਧਿਕ ਲੱਜਾਵਾ। ਦੇਖੋ ਇਹ ਸ਼ਲੋਕ ਦੇ ਵਿੱਚ ਜਿਹੜਾ ਪਖੰਡ ਸੀ ਮਹਾਰਾਜ ਨੇ ਉਜਾਗਰ ਕਰਤਾ ਜਿਹਨੂੰ ਸੁਣ ਕਰਕੇ ਉਹ ਜਿਹੜਾ ਸਰੇਵੜਾ ਸੀ ਉਹਨੂੰ ਸ਼ਰਮ ਆ ਗਈ। ਉਹਨ ਆਪਣੀ ਚਾਹੇ ਕਲਾ ਦਿਖਾਵਾ ਫਿਰ ਆਪਣੀ ਉਹ ਸ਼ਕਤੀ ਦਿਖਾਉਣੀ ਚਾਹਿਆ ਵੀ ਮੈਂ ਆਪਣੀ ਸ਼ਕਤੀ ਦਿਖਾਵਾਂ ਗੁਰੂ ਨੂੰ ਕਿ ਮੈਂ ਵੀ ਵੱਡਾ ਹਾਂ ਮੈਂ ਵੀ ਕੁਝ ਕਰ ਸਕਦਾ ਹਾਂ। ਜੰਤਰ ਮੰਤਰ ਕੋ ਜ਼ੋਰ ਲਗਾਵਾ ਉਹਨੇ ਆਪਣੇ ਮੰਤਰ ਪੜ੍ਹੇ ਤੇ ਜੰਤਰਾਂ ਮੰਤਰਾਂ ਰਾਹੀਂ ਉਹਨੇ ਆਪਣਾ ਜ਼ੋਰ ਦਿਖਾਉਣਾ ਚਾਹਿਆ ਉਹਨੇ ਆਪਣੀ ਸ਼ਕਤੀ ਦਿਖਾਉਣੀ ਚਾਹੀ ਗੁਰੂ ਨਾਨਕ ਨੂੰ। ਤਿਨ ਤੇ ਗੁਰ ਪਰ ਕਛ ਨਾ ਬਸਾਵਾ। ਪਰ ਦੇਖੋ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਪਰਮਾਤਮਾ ਹਨ। ਉਹ ਪਰਮਾਤਮਾ ਤੇ ਉਹਦੀਆਂ ਕਾਲੀ ਜਿਹੜੀ ਹੈ ਮੈਜਿਕ ਜਿਹੜੀ ਹੈ ਬਲੈਕ ਮੈਜਿਕ ਜਿਹੜੀ ਹੈ ਇਹ ਜਿਹੜੇ ਜੰਤਰ ਮੰਤਰ ਗੁਰੂ ਨਾਨਕ ਤੇ ਕੀ ਅਸਰ ਕਰਨੇ ਸਨ ਕੋਈ ਨਾ ਅਸਰ ਕੀਤਾ। ਜਾਣੇ ਜਬ ਵਿਸਾਲ ਬਿਦਨੀ ਕੀ ਜਦੋਂ ਉਹਨੇ ਜਾਣਿਆ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੇਰੇ ਨਾਲੋਂ ਵੱਡੇ ਹਨ ਜਿਹਦੇ ਕਰਕੇ ਮੇਰਾ ਜੰਤਰ ਮੰਤਰ ਇਹਨਾਂ ਤੇ ਨਹੀਂ ਚੱਲਦਾ ਸਰਦਾ ਧਰਤ ਭਇਓ ਤਬ ਜੀ ਕੀ। ਉਸ ਵੇਲੇ ਸਰੇਵੜਾ ਸ਼ਰਧਾ ਵਿੱਚ ਆ ਗਿਆ ਤੇ ਆ ਕਰਕੇ ਸਤਿਗੁਰਾਂ ਦੇ ਜਿਹੜਾ ਹਨ ਉਹਨੇ ਜਿਹੜਾ ਹਨ ਮਹਾਰਾਜ ਦੀ ਜਿਹੜੀ ਹਨ ਵੱਡਾਪਨ ਮੰਨ ਲਿਆ। ਉਹਨੇ ਮੰਨ ਲਿਆ ਵੀ ਸਤਿਗੁਰੂ ਜੀ ਮੇਰੇ ਨਾਲੋਂ ਵੱਡੇ ਹਨ। ਨਮੋ ਕਰ ਪਗ ਪਾਹੁਲ ਲੀਨਾ। ਉਸ ਵੇਲੇ ਉਹ ਵੀ ਚਰਨਾਂ ਤੇ ਡਿੱਗ ਪਿਆ। ਉਹ ਸਰੇਵੜਾ ਵੀ ਸਤਿਗੁਰਾਂ ਦੇ ਚਰਨ ਪਕੜ ਲਏ ਤੇ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕ ਕੇ ਉਹਨੇ ਵੀ ਬੇਨਤੀ ਕੀਤੀ ਕਿ ਸਤਿਗੁਰੂ ਜੀ ਮੈਨੂੰ ਵੀ ਆਪਣਾ ਚਰਨ ਪੌਲ ਦੇ ਦਿਓ ਮੈਨੂੰ ਵੀ ਆਪਣਾ ਸਿੱਖ ਬਣਾ ਲਓ। ਪੂਰਬ ਰੀਤ ਤਿਆਗ ਸਭ ਦੀਨਾਂ। ਉਹਨੇ ਆਪਣੀ ਸਾਰੀ ਜਿਹੜੀ ਪੂਰਬ ਵਾਲੀ ਜਿਹੜੀ ਜੋ ਪਹਿਲਾਂ ਉਹ ਜਿਹੜਾ ਹਨ ਪਖੰਡ ਕਰਿਆ ਕਰਦਾ ਸੀ ਉਹ ਸਾਰਾ ਤਿਆਗ ਦਿੱਤਾ ਉਹਨੇ ਸਾਰਾ ਛੱਡ ਦਿੱਤਾ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਉਪਦੇਸ਼ ਲੈ ਕੇ ਉਹ ਸਿੱਖ ਬਣਿਆ। ਸਤਿਗੁਰ ਕੇ ਸਿਮਰਨ ਅਨੁਰਾਗਾ। ਤੇ ਸਤਿਗੁਰਾਂ ਦਾ ਦਿੱਤਾ ਹੋਏ ਨਾਮ ਵਾਹਿਗੁਰੂ ਦਾ ਸਿਮਰਨ ਕਰਨ ਲੱਗਿਆ। ਹੋਏ ਸਰਲ ਸੇਵਾ ਮਹਿ ਲਾਗਾ। ਤੇ ਉਹ ਵੀ ਸਰਲ ਹੋ ਕੇ ਨਿਮਰਤਾ ਵਿੱਚ ਆ ਕਰਕੇ ਸੇਵਾ ਵਿੱਚ ਲੱਗਿਆ। ਧਰਮਸਾਲ ਗੁਰ ਤਹਿ ਬਨਵਾਈ। ਉੱਥੇ ਸਤਿਗੁਰਾਂ ਨੇ ਧਰਮਸਾਲ ਬਣਵਾਈ। ਸਥਾਪਿਤ ਕੀਨੋ ਤਹਿ ਥਾਈ। ਤੇ ਸਥਾਪਿਤ ਕੀਨੋ ਮਹਾਰਾਜ ਨੇ ਉੱਥੇ ਸਥਾਪਨਾ ਕੀਤੀ। ਉਹੀ ਸਰੇਵੜਾ ਜੋ ਪਖੰਡ ਲੋਕਾਂ ਨੂੰ ਕਰਾਇਆ ਕਰਦਾ ਸੀ ਪਖੰਡ ਕਰਿਆ ਕਰਦਾ ਸੀ ਜੋ ਆਪਣੇ ਆਪ ਨੂੰ ਰੱਬ ਉਖਾਉਂਦਾ ਸੀ ਅੱਜ ਉਹੀ ਸੱਚੇ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਨੂੰ ਜਪਾਉਣ ਲੱਗ ਪਿਆ। ਉਹ ਸੱਚੇ ਵਾਹਿਗੁਰੂ ਦਾ ਨਾਮ ਗੁਰਸਿੱਖੀ ਦਾ ਪ੍ਰਚਾਰਕ ਬਣ ਗਿਆ। ਸਰਬ ਨਗਰ ਕੋ ਨਾਮ ਜਪਾਇਓ। ਉਹਨੇ ਸਾਰੇ ਨਗਰ ਤੋਂ ਨਾਮ ਜਪਾਉਣ ਲੱਗਿਆ ਜੀ ਵਾਹਿਗੁਰੂ ਸਿਮਰਨ ਜੋ ਦਾਤ ਗੁਰੂ ਨਾਨਕ ਤੋਂ ਪ੍ਰਾਪਤ ਹੋਈ ਹੈ। ਟੇਡੇ ਚਲਤ ਸੂਦ ਮਗ ਪਾਇਓ। ਦੇਖੋ ਟੇਡੇ ਚਲਦਿਆਂ ਨੂੰ ਸਤਿਗੁਰਾਂ ਨੇ ਸਿੱਧੇ ਰਾਹ ਪਾ ਦਿੱਤਾ। ਜਬ ਚਲਨੇ ਕੀ ਇੱਛਾ ਧਾਰੀ।
ਜਦੋਂ ਮਹਾਰਾਜ ਨੇ ਇੱਛਾ ਕੀਤੀ ਕਿ ਪਿੰਡ ਤੋਂ ਹੁਣ ਅੱਗੇ ਹੋਰ ਚੱਲੀਏ, ਤਬ ਨ੍ਰਿਪ ਆਇਓ ਗੁਰੂ ਉਸ ਅਗਾਰੀ। ਵੇਲੇ ਇਹ ਗੱਲ ਨੂੰ ਸੁਣ ਕੇ ਰਾਜਾ ਬੜਾ ਦੁਖੀ ਹੋਇਆ, ਚੱਲ ਕਰਕੇ ਸਤਿਗੁਰਾਂ ਦੇ ਅੱਗੇ ਬੇਨਤੀ ਕੀਤੀ। ਰਹੋ ਸਦੀਵ ਹਮਾਰੇ ਦੇਸਾ। ਕਹਿੰਦੇ ਮਹਾਰਾਜ ਤੁਸੀਂ ਕਿੱਥੇ ਚੱਲੇ ਹੋ? ਹਮੇਸ਼ਾ ਵਾਸਤੇ ਸਾਡੇ ਕੋਲ ਹੀ ਰਹੋ ਤੁਸੀਂ। ਦਾਸ ਲਖੋ ਸੇਵ ਹੈ ਜਗ ਤੇਸਾ। ਮਹਾਰਾਜ ਸਾਨੂੰ ਆਪਣਾ ਦਾਸ ਸੇਵਕ ਜਾਣ ਕੇ ਤੇ ਸਾਨੂੰ ਆਪਣਾ ਸੇਵਕ ਜਾਣ ਕੇ ਸਾਨੂੰ ਸੇਵਾ ਬਖਸ਼ੋ। ਹੇ ਜਗਤ ਦੇ ਸੁਆਮੀ, ਸਾਨੂੰ ਸੇਵਾ ਪ੍ਰਦਾਨ ਕਰੋ। ਜੋ ਤੁਮ ਕਹੋ ਕਰਹਿ ਸੋ ਰੀਤੀ। ਕਹਿੰਦੇ ਜੋ ਤੁਸੀਂ ਕਹੋਗੇ ਅਸੀਂ ਉਸੇ ਰੀਤੀ ਨਾਲ ਚੱਲਾਂਗੇ, ਤੁਹਾਡੇ ਕਹਿਣੇ ਵਿੱਚ ਰਹਾਂਗੇ। ਰਾਵਰ ਕੇ ਵਿਛੜੇ ਵਿਪਰੀਤੀ। ਕਹਿਣਗੇ ਰਾਵਰ ਤੇ ਕਹਿਣਗੇ ਜੇ ਤੁਹਾਡੇ ਤੋਂ ਅਸੀਂ ਵਿਛੜ ਗਏ, ਅਸੀਂ ਫੇਰ ਕਿਤੇ ਅਸੀਂ ਭੁੱਲ ਨਾ ਜਾਈਏ, ਫੇਰ ਨਾ ਕਿਤੇ ਪੁੱਠੀਆਂ ਸਿੱਧੀਆਂ ਰੀਤਾਂ ਵਿੱਚ ਪੈ ਜਾਈਏ। ਮਹਾਰਾਜ ਐਸਾ ਕਰੋ ਕਿ ਸਾਡੇ ਕੋਲ ਹੀ ਰਹੋ ਤੁਸੀਂ। ਸ੍ਰੀ ਗੁਰ ਸੁਨ ਕੇ ਬਚਨ ਉਚਾਰਨ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਇਹ ਬੇਨਤੀ ਵਾਲੇ ਸ਼ਬਦ ਉਸ ਰਾਜੇ ਤੋਂ ਤੇ ਉਹ ਲੋਕ ਸਾਰੇ ਜਿਹੜੇ ਨਗਰ ਦੇ ਲੋਕ ਉਹਨਾਂ ਤੋਂ ਸੁਣੀ ਬੇਨਤੀ। ਪੜ੍ਹੋ ਸੁਨੋ ਬਾਣੀ ਦੁਖਟਾਰਨ। ਮਹਾਰਾਜ ਨੇ ਇਹੀ ਉਪਦੇਸ਼ ਦਿੱਤਾ ਕਿ ਜੋ ਬਾਣੀ ਤੁਹਾਨੂੰ ਪੜ੍ਹਾਈ ਹੈ, ਜੋ ਦੱਸੀ ਹੈ, ਉਹੀ ਗੁਰਬਾਣੀ ਨੂੰ ਤੁਸੀਂ ਪੜ੍ਹੋ ਤੇ ਜਿਹਦੇ ਕਰਕੇ ਸਾਰੇ ਦੁੱਖ ਟਲ ਜਾਣਗੇ। ਗੁਰਬਾਣੀ ਹੀ ਪੜਿਆ ਕਰੋ, ਪਰਮੇਸ਼ਰ ਦਾ ਨਾਮ ਜਪਿਆ ਕਰੋ ਤੇ ਸਿੱਖੀ ਨੂੰ ਕਮਾਉਣਾ ਕਰੋ। ਨਾਮਦਾਨ ਇਸ਼ਨਾਨ ਦਾ ਉਪਦੇਸ਼ ਉਹਨਾਂ ਨੂੰ ਦ੍ਰਿੜ ਕਰਾਇਆ ਸਤਿਗੁਰਾਂ ਨੇ। ਜਬ ਕਛ ਚਾਹੇ ਹੋਏ ਨਿਜ ਉਰ ਕੋ। ਕਹਿਣਗੇ ਜਦੋਂ ਵੀ ਤੁਹਾਡੇ ਮਨ 'ਚ ਕੋਈ ਇੱਛਾ ਬਣੇ, ਕੋਈ ਵੀ ਚੀਜ਼ ਦੀ ਲੋੜ ਤੁਹਾਨੂੰ ਮਹਿਸੂਸ ਹੋਵੇ, ਜੋ ਵੀ ਤੁਸੀਂ ਕੁਝ ਮੰਗਣਾ ਹੋਵੇ, ਲੈਣਾ ਹੋਵੇ ਤਾਂ ਫਿਰ ਕਰੋ ਤਿਹਾਵਲ ਤਬ ਸਤਿਗੁਰ ਕੋ। ਮਹਾਰਾਜ ਕਹਿੰਦੇ ਕੜਾ ਪ੍ਰਸ਼ਾਦ ਦੇਗ ਤਿਆਰ ਕਰਕੇ ਅਰਦਾਸ ਕਰਿਆ ਕਰੋ ਉਸ ਪਾਰ ਬ੍ਰਹਮ ਪਰਮੇਸ਼ਰ ਅੱਗੇ, ਤੁਹਾਡੀ ਇੱਛਾ ਪੂਰੀ ਹੋਇਆ ਕਰੇਗੀ। ਰਾਖ ਟਕਾ ਕੀਜਹਿ ਅਰਦਾਸਾ। ਦੇਖੋ ਅਰਦਾਸ ਕਰਨ ਤੋਂ ਪਹਿਲਾਂ ਮਹਾਰਾਜ ਨੇ ਇਹ ਵੀ ਮਰਿਆਦਾ ਦੱਸੀ, ਇੱਕ ਟੱਕਾ ਰੱਖਣਾ ਹੈ ਭੇਟਾ ਮਾਇਆ ਦੀ ਰੱਖ ਕੇ ਫੇਰ ਅਰਦਾਸ ਕਰਨੀ ਹੈ ਪਰਮੇਸ਼ਰ ਅੱਗੇ। ਸ੍ਰੀ ਕਰਤਾਰ ਪੂਰ ਹੈ ਆਸਾ। ਦੇਖੋ ਸ੍ਰੀ ਕਰਤਾਰ ਜੋ ਮਾਇਆ ਦਾ ਪਤੀ, ਜੋ ਇੱਕ ਦੂਤੀ ਪਰਮਾਤਮਾ, ਜੋ ਸਾਰੀ ਹੀ ਸ੍ਰਿਸ਼ਟੀ ਦਾ ਕਰਤਾ ਹੈ, ਉਸ ਦੀ ਪੂਜਾ ਕਰਿਆ ਕਰੋ। ਮਮ ਸਰੂਪ ਕੋ ਧਰੋ ਧਿਆਨਾ। ਤੇ ਉਹੀ ਤੁਹਾਡੀ ਆਸਾ ਪੂਰੀਆਂ ਕਰਿਆ ਕਰਨਗੇ। ਮਮ ਸਰੂਪ ਮਮ ਸਰੂਪ ਕੋ ਧਰੋ ਧਿਆਨਾ। ਤੇ ਫਿਰ ਸਾਡੇ ਸਰੂਪ ਦਾ ਧਿਆਨ ਧਾਰਿਆ ਕਰੋ। ਦੇਖੋ ਗੁਰਸਿੱਖਾਂ ਵਾਸਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਕਿ ਧਿਆਨ ਜਿਹੜਾ ਹੈ ਹਮੇਸ਼ਾ ਹੀ ਸਰਗੁਣ ਰੂਪ ਦਾ ਧਾਰਨਾ ਹੈ। ਨਿਰਗੁਣ ਦਾ ਗਿਆਨ ਤੇ ਸਤਿਗੁਰੂ ਦਾ ਜਿਹੜਾ ਸਰਗੁਣ ਦਾ ਧਿਆਨ ਰੱਖਣਾ ਹੈ। ਗੁਰੂ ਮਹਾਰਾਜ ਨੇ ਦੱਸਿਆ ਇਹ ਪਿੰਡ ਦੇ ਲੋਕਾਂ ਨੂੰ ਕਿ ਸਾਡੇ ਸਰੂਪ ਦਾ ਤੁਸੀਂ ਧਿਆਨ ਧਾਰਨਾ। ਇਸ ਕਰਕੇ ਗੁਰਸਿੱਖੋ ਕਿਤੇ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰੂਪ ਨੂੰ ਦੇਖਦਿਆਂ ਸਾਰ ਆਪਾਂ ਨੂੰ ਗੁਰੂ ਨਾਨਕ ਚੇਤੇ ਆਉਣਾ ਚਾਹੀਦਾ ਹੈ। ਇਸ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਗੁਰੂ ਹਨ। ਧਿਆਨ ਸਤਿਗੁਰਾਂ ਦਾ ਧਾਰਨਾ ਹੈ, ਸਰੂਪ ਦਾ। ਭਾਵੇਂ ਕੋਈ ਪੋਰਟਰੇਟ, ਕੋਈ ਪੇਂਟਿੰਗ ਹੋਵੇ, ਕੋਈ ਜਿਹੜਾ ਹਨ ਫੋਟੋ ਹੋਵੇ ਗੁਰੂ ਸਾਹਿਬ ਦਾ, ਉਹਦੇ ਵਿੱਚ ਵੀ ਆਪਣੀ ਸ਼ਰਧਾ ਧਾਰਨੀ, ਕਿਉਂਕਿ ਗੁਰੂ ਦਾ ਹੈ। ਗੁਰੂ ਦਾ ਸਰੂਪ ਦੇਖਦਿਆਂ ਸਾਰ ਸਿਰ ਝੁਕਣਾ ਚਾਹੀਦਾ ਹੈ। ਕਰਨੇ ਕਾਜ ਅਪਰ ਹਮ ਥਾਨਾ। ਕਹਿਣਗੇ ਹੁਣ ਅਸੀਂ ਚੱਲੇ ਹਾਂ ਕਿਉਂਕਿ ਹੋਰ ਵੀ ਬੜੇ ਕਾਰਜ ਅਸੀਂ ਕਰਨੇ ਹਨ। ਦੋਹਰਾ ਪੁਨ ਨਰੇਸ ਬੋਲਤ ਭਇਓ ਲੇਹੋ ਉਪਾਇ ਨਮੋਰ। ਉਸ ਵੇਲੇ ਰਾਜਾ ਬੋਲਿਆ, ਕਹਿੰਦਾ ਮਹਾਰਾਜ ਜੇ ਚੱਲੇ ਹੀ ਹੋ, ਜੇ ਫੈਸਲਾ ਤੁਸੀਂ ਕਰ ਲਿਆ ਤਾਂ ਥੋੜੀ ਜਿਹੀ ਭੇਟਾ ਮੇਰੇ ਤੋਂ ਲੈ ਲਓ, ਕਬੂਲ ਕਰੋ, ਐਕਸੈਪਟ ਕਰੋ ਮੇਰੀ ਇੱਕ ਗਿਫਟ ਨੂੰ। ਅਮਿਤ ਜਵਾਹਰ ਧਰੇ ਢਿੱਗ ਮਨ ਮੈਂ ਚਰਨ ਨੇ ਹੋਰ। ਉਹਨੇ ਕੀ ਕੀਤਾ, ਇੱਕ ਥਾਲ ਦੇ ਵਿੱਚ ਬੜੇ ਸਾਰੇ ਮਣਕੇ ਜਿਹੜਾ ਹਨ ਉਹਨੇ ਜਿਹੜੇ ਹਨ ਰੱਖੇ ਤੇ ਉਹ ਕੀ ਸਨ, ਉਹਨਾਂ ਵਿੱਚ ਡਾਇਮੰਡ ਸਨ। ਸੋ ਬਹੁਤ ਸਾਰੇ ਮਨਾਕੇ ਜਾਂ ਜਿਹੜੇ ਹਨ ਜਿਹੜਾ ਹਨ ਉਹਨਾਂ ਨੇ ਜਿਹੜਾ ਬੜੇ ਤਰ੍ਹਾਂ ਦੇ ਜਿਹੜੇ ਪ੍ਰੈਸ਼ਸ ਸਟੋਨਸ ਜਿਹੜੇ ਹਨ ਉਹ ਰੱਖ ਕੇ ਜਿਹੜਾ ਹਨ ਮਹਾਰਾਜ ਦੇ ਚਰਨਾਂ ਦੇ ਉੱਤੇ ਬੇਨਤੀ ਕੀਤੀ ਕਿ ਇਹ ਪ੍ਰਵਾਨ ਕਰੋ ਤੁਸੀਂ। ਧਰੇ ਵਿਸਾਲ ਆਨ ਕਰ ਮੋਤੀ। ਦੇਖੋ ਮੋਤੀ ਜਿਹੜੇ ਹਨ ਬੜੇ ਸਾਰੇ ਮੋਤੀ, ਥਾਲ ਭਰੇ ਮੋਤੀਆਂ ਦੇ, ਹੀਰਿਆਂ ਦੇ ਲਿਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਰੱਖ ਦਿੱਤੇ ਉਸਨੇ। ਜਿਨਕੀ ਬੜੇ ਦੁੱਤ ਦਿਪਤ ਉਦੋਤੀ। ਉਹਨਾਂ ਜਿਹੜਾ ਹਨ ਮੋਤੀਆਂ ਦੇ ਵਿੱਚੋਂ ਬੜਾ ਪ੍ਰਕਾਸ਼ ਆ ਰਿਹਾ ਹੈ, ਉਹ ਹੀਰਿਆਂ ਦੇ ਵਿੱਚੋਂ ਪ੍ਰਕਾਸ਼ ਆ ਰਿਹਾ ਹੈ, ਜਗਮਗ ਕਰ ਰਹੇ ਹਨ, ਬੜੇ ਸੁੰਦਰ ਹਨ, ਜੋ ਕਿ ਬੜੇ ਹੀ ਪ੍ਰੈਸ਼ਸ ਹਨ। ਜਿਹੜੇ ਹਨ ਐਸੇ ਜਿਹੜੇ ਹਨ ਉਹਨਾਂ ਦੇ ਨਗਰ ਦੇ ਵਿੱਚ ਜਿਹੜੇ ਹਨ ਇਹ ਚੀਜ਼ ਸਪੈਸ਼ਲ ਸੀਗੀ, ਜੋ ਬੜੇ ਅਮੋਲਕ ਉੱਥੇ ਮੋਤੀ ਤੇ ਹੀਰੇ ਸਨ। ਬੋਲੇ ਤਿਨ ਹੈ ਬਿਲੋਕ ਗੁਸਾਈ। ਮਹਾਰਾਜ ਉਸ ਹੀਰਿਆਂ ਨੂੰ ਤੇ ਮੋਤੀਆਂ ਨੂੰ ਦੇਖ ਕਰਕੇ ਸਤਿਗੁਰਾਂ ਨੇ ਕਿਹਾ ਇਹ ਮੋਤੀ ਹੈ ਕੂਰ ਲਖਾਈ। ਮਹਾਰਾਜ ਕਹਿਣ ਲੱਗੇ ਇਹ ਮੋਤੀ ਹੀਰੇ ਤਾਂ ਝੂਠਾ ਪਦਾਰਥ ਨੇ, ਇਹ ਸੱਚੇ ਨਹੀਂ, ਸੱਚਾ ਤਾਂ ਪਰਮੇਸ਼ਰ ਦਾ ਨਾਮ ਹੈ। ਮੋਤੀ ਸਾਚ ਨਾਮ ਹਰ ਜੋਏ। ਦੇਖੋ ਅਸਲੀ ਮੋਤੀ ਜਿਹੜਾ ਹੈ ਜਿਹੜਾ
ਠੀਕ ਜਿਹਨੂੰ ਆਪਾਂ ਮੋਤੀ ਕਹਿ ਲਈਏ ਉਹ ਤਾਂ ਪਰਮੇਸ਼ਰ ਦਾ ਨਾਮ ਹੈ। ਹੀਰਾ ਕੀ ਹੈ? ਪਰਮੇਸ਼ਰ ਦਾ ਨਾਮ ਹੈ। ਇਹ ਤਾਂ ਦੁਨੀਆ ਦੇ ਵਿੱਚ ਹੀ ਰਹਿਣ ਵਾਲੇ ਹਨ। ਜਿਹੜਾ ਜੇ ਮੋਤੀ ਰੂਪ ਪਰਮੇਸ਼ਰ ਦਾ ਨਾਮ ਕਿਤੇ ਹਿਰਦੇ ਵਿੱਚ ਵਸ ਜਾਵੇ ਤਾਂ ਉਹ ਸਾਰੇ ਦੁੱਖ ਕੱਟ ਦਿੰਦਾ। ਕਿੰਨੇ ਜਨਮਾਂ ਦੇ ਪਿਛਲੇ ਦੁੱਖ ਕੱਟੇ ਜਾਂਦੇ ਨੇ, ਇਸ ਜਨਮ ਦੇ ਵਿੱਚ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ। ਅਗਲੇ ਉਹਦੇ ਸਰੂਪ ਦੇ ਵਿੱਚ ਲੀਨਤਾ ਜਿਹੜਾ ਹਨ, ਉਹ ਸਰੂਪ ਦੇ ਵਿੱਚ ਜਿਹੜੀ ਹੈ ਜੋਤੀ ਵਿੱਚ ਜੋਤ ਮਿਲ ਜਾਂਦੀ ਹੈ। ਜਿਨ ਮਨ ਮਹਿ ਇਹ ਲੀਨ ਪਰੋਏ। ਕਹਿਣਗੇ ਜਿਨ੍ਹਾਂ ਨੇ ਇਸ ਪਰਮੇਸ਼ਰ ਨਾਮ ਦੇ ਨਾਮ ਰੂਪੀ ਮੋਤੀ ਆਪਣੇ ਹਿਰਦੇ ਵਿੱਚ ਪਰੋ ਲਿਆ, ਉਹਦੀ ਮਾਲਾ ਬਣਾ ਕੇ ਉਸ ਪਰਮੇਸ਼ਰ ਦਾ ਨਾਮ ਨੂੰ ਜਪਣਾ ਕੀਤਾ, ਤਿਨ ਕੀ ਸੋਭਾ ਦੋਨੋਂ ਲੋਕਾਂ। ਉਹਦੀ ਸੋਭਾ ਜਿਹੜੀ ਹੈ ਦੋਨਾਂ ਲੋਕਾਂ ਵਿੱਚ ਹੁੰਦੀ, ਇੱਥੇ ਵੀ ਹੁੰਦੀ ਹੈ ਜਿਉਂਦਿਆਂ ਜੀ ਤੇ ਮਰ ਕੇ ਪਰਲੋਕ ਵਿੱਚ ਵੀ ਹੁੰਦੀ ਹੈ। ਬਿਨ ਸਹਿ ਕਬਹੁ ਨ ਰਹੇ ਅਸੋਕਾ। ਕਹਿਣਗੇ ਉਹਨਾਂ ਜਿਹੜਾ ਹਨ ਐਸਾ ਪਰਮੇਸ਼ਰ ਦਾ ਨਾਮ ਹੈ ਜਿਹੜਾ ਕਿਤੇ ਵੀ ਨਹੀਂ ਮੁੱਕਦਾ, ਕਿਤੇ ਵੀ ਬਿਨਸ ਨਹੀਂ ਹੁੰਦਾ, ਉਹਨੂੰ ਕੋਈ ਚੁਰਾ ਨਹੀਂ ਸਕਦਾ, ਪਾਣੀ ਉਹਨੂੰ ਡੁਬੋ ਨਹੀਂ ਸਕਦਾ, ਅੱਗ ਉਹਨੂੰ ਸਾੜ ਨਹੀਂ ਸਕਦੀ। ਐਸਾ ਪਰਮੇਸ਼ਰ ਦਾ ਨਾਮ ਹੈ ਜਿਹੜਾ ਸਾਰੇ ਦੁੱਖ ਦੂਰ ਕਰ ਦਿੰਦਾ ਹੈ। ਕੁਛਕ ਲੀਜੀਐ ਕਹਿ ਮਰਦਾਨਾ। ਭਾਈ ਮਰਦਾਨੇ ਨੇ ਜਦੋਂ ਹੀਰੇ ਦੇਖੇ ਨਾ, ਉਹ ਮੋਤੀ ਬੜੇ ਸੁੰਦਰ ਸੀਗੇ। ਭਾਈ ਮਰਦਾਨਾ ਦੇਖਦਾ ਹੀ ਰਹਿ ਗਿਆ ਤੇ ਕਹਿੰਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਮਹਾਰਾਜ ਜੀ ਬਹੁਤੇ ਨਹੀਂ ਲੈਣੇ, ਥੋੜੇ ਜਿਹੇ ਲੈ ਲਓ। ਹਾਂਜੀ ਥੋੜੇ ਜਿਹੇ ਮੈਨੂੰ ਦੇ ਦਿਓ, ਮੇਰੀ ਇੱਥੇ ਪਾਕਟ ਹੈਗੀ, ਮੈਂ ਪਾ ਲਾਂਗਾ। ਮਹਾਰਾਜ ਥੋੜੇ ਜਿਹੇ ਤਾਂ ਲੈ ਲਓ, ਵਿਚਾਰਿਆਂ ਦੀ ਇੱਛਾ ਪੂਰੀ ਕਰ ਦਿਓ। ਸੁੰਦਰ ਦਿਪਤ ਸੋ ਦੁੱਤ ਜਨ ਨਾਨਾ। ਮਹਾਰਾਜ ਦੇਖੋ ਕਿੰਨੇ ਸੋਹਣੇ ਜਗਮਗ ਕਰ ਰਹੇ ਨੇ। ਹਾਂਜੀ ਹਨੇਰੇ 'ਚ ਆਪਣੇ ਕੰਮ ਆਉਣਗੇ, ਹਾਂਜੀ ਚਾਨਣ ਦੇਣਗੇ। ਮਹਾਰਾਜ ਥੋੜੇ ਜਿਹੇ ਰੱਖ ਲਓ। ਹਾਂਜੀ ਬਹੁਤ ਸੋਹਣੇ ਲੱਗਦੇ ਆ, ਮੈਨੂੰ ਤਾਂ ਬੜੇ ਚੰਗੇ ਲੱਗੇ ਹਨ। ਗੁਰੂ ਕਹੈ ਜੋ ਦੇਖਤ ਇਹੂ। ਗੁਰੂ ਮਹਾਰਾਜ ਭਾਈ ਮਰਦਾਨੇ ਨੂੰ ਕਹਿਣ ਲੱਗੇ, ਜੋ ਇਹਨਾਂ ਨੂੰ ਦੇਖ ਕਰਕੇ ਭਰਮ ਵਿੱਚ ਚਲੇ ਜਾਂਦੇ ਹਨ, ਇਹਨਾਂ ਦੀ ਸੁੰਦਰਤਾ ਵਿੱਚ, ਜੋ ਆਪਣੇ ਪਰਮੇਸ਼ਰ ਦੇ ਨਾਮ ਨੂੰ ਭੁੱਲ ਜਾਂਦੇ ਹਨ। ਦੁੱਖ ਰੂਪੀ ਹੈ ਇਨ ਕੋ ਨੇਹੂ। ਹਾਂ ਇਹ ਦੁੱਖ ਰੂਪੀ ਨੇ, ਇਹ ਪਰਮਾਤਮਾ ਨੂੰ ਤੋਂ ਭੁਲਾਉਣ ਵਾਲੇ ਨੇ। ਇਹ ਆਪਣੇ ਚਾਨਣ ਵਿੱਚ ਬੰਦੇ ਨੂੰ ਅਗਿਆਨਤਾ ਵਿੱਚ ਫਸਾ ਦਿੰਦੇ ਹਨ। ਦੋਹਰਾ ਪਰਮੇਸ਼ਰ ਕੋ ਨਾਮ ਜੋ ਲਖੀਏ ਸੋ ਸੁਖਦਾਏ। ਕਹਿਣਗੇ ਮਰਦਾਨਿਆ ਪਰਮੇਸ਼ਰ ਦਾ ਨਾਮ ਹੀ ਹੀਰਾ ਹੈ, ਪਰਮੇਸ਼ਰ ਦਾ ਨਾਮ ਹੀ ਮੋਤੀ ਹੈ, ਉਹਨੂੰ ਹੀ ਤੂੰ ਲੈਣਾ ਕਰ ਜੋ ਦੋਨਾਂ ਲੋਕਾਂ ਵਿੱਚ ਸੁਖਦਾਈ ਹੈ। ਮਰਦਾਨੇ ਤੁਝ ਪਾਸ ਹੈ ਜਪੋ ਸਦਾ ਲਿਵ ਲਾਏ। ਮਰਦਾਨਿਆ ਉਹ ਨਾਮ ਤਾਂ ਤੇਰੇ ਕੋਲ ਹੀ ਹੈ, ਤੇਰੇ ਹਿਰਦੇ ਵਿੱਚ ਵਸਿਆ ਹੋਇਆ ਉਹ ਨਾਮ, ਤੇ ਤੂੰ ਹੋਰ ਕਿਹੜੇ ਹੀਰੇ ਮੋਤੀ ਭਾਲਦਾ ਫਿਰਦਾ ਹਾਂ? ਤੈਨੂੰ ਕੀ ਲੋੜ ਆ ਇਹਨਾਂ ਦੀ? ਉਹ ਜਿਹੜਾ ਪ੍ਰੈਸ਼ਸ, ਸਭ ਤੋਂ ਪ੍ਰੈਸ਼ਸ ਪਰਮੇਸ਼ਰ ਦਾ ਨਾਮ ਆ, ਉਹ ਤਾਂ ਤੇਰੇ ਹਿਰਦੇ ਵਿੱਚ ਵਸਿਆ ਹੋਇਆ ਹੈ। ਚੌਪੇ ਇਨ ਸੋ ਪ੍ਰੀਤ ਨਾ ਕੀਜੈ ਕਬਹੀ। ਕਹਿਣ ਲੱਗੇ ਮਰਦਾਨਿਆ ਇਹ ਚੀਜ਼ਾਂ ਨਾਲ ਕਿਤੇ ਪ੍ਰੀਤੀ ਨਾ ਕਰ, ਇਹਨਾਂ ਨਾਲ ਤੂੰ ਆਪਣਾ ਪਿਆਰ ਨਾ ਜਤਾ, ਇਹਨਾਂ ਦੇ ਉੱਤੇ ਕੋਈ ਆਸ ਨਾ ਰੱਖ। ਇਸ ਪ੍ਰਕਾਰ ਕਹਿ ਕਰ ਗੁਰ ਤਬਹੀ। ਮਹਾਰਾਜ ਨੇ ਇਸ ਤਰ੍ਹਾਂ ਦਾ ਜਿਹੜਾ ਉਪਦੇਸ਼ ਉਸ ਨਗਰ ਵਾਸੀਆਂ ਨੂੰ ਦਿੱਤਾ ਤੇ ਭਾਈ ਮਰਦਾਨੇ ਜੀ ਨੂੰ ਦਿੱਤਾ। ਵਿਦਾ ਹੋਏ ਕੀਨੋ ਪ੍ਰਸਥਾਨਾ। ਮਹਾਰਾਜ ਉਥੋਂ ਵਿਦਾ ਹੋ ਕੇ ਅੱਗੇ ਪ੍ਰਸਥਾਨ ਕੀਤਾ ਸਤਿਗੁਰਾਂ ਨੇ। ਭਗਤ ਭਾਉ ਜਿਨ ਜਗ ਪ੍ਰਗਟਾਨਾ। ਦੇਖ ਮਹਾਰਾਜ ਨੇ ਜਿਹਨੇ ਭਗਤੀ ਪ੍ਰੇਮਾ ਭਗਤੀ ਜਗਤ ਵਿੱਚ ਪ੍ਰਗਟ ਕੀਤੀ ਹੈ। ਦੇਖੋ ਅੱਜ ਇਹ ਸਾਖੀ ਵਿੱਚੋਂ ਆਪਾਂ ਨੂੰ ਇੱਕ ਗੱਲ ਦੀ ਸਮਝ ਪੈਂਦੀ ਹੈ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਦੁੱਖ ਕੱਟਿਆ, ਤੇ ਦੁੱਖ ਕਿਵੇਂ ਕੱਟਿਆ? ਉਹਨਾਂ ਨੂੰ ਗੁਰਸਿੱਖੀ ਬਖਸ਼ਿਸ਼ ਕੀਤੀ। ਸਭ ਤੋਂ ਵੱਡਮੁੱਲੀ ਦਾਤ ਗੁਰੂ ਜੇ ਕਿਸੇ ਨੂੰ ਦਿੰਦਾ ਹੈ ਤਾਂ ਆਪਣੀ ਸਿੱਖੀ ਬਖਸ਼ਿਸ਼ ਕਰਦਾ ਹੈ। ਜਿਹਦੇ ਉੱਤੇ ਸਤਿਗੁਰੂ ਖੁਸ਼ ਹੁੰਦੇ ਨੇ ਉਹਨਾਂ ਨੂੰ ਆਪਣੀ ਗੁਰਸਿੱਖੀ ਦਿੰਦੇ ਨੇ। ਇਸ ਕਰਕੇ ਗੁਰਸਿੱਖੀ ਹੀ ਸਭ ਤੋਂ ਵੱਡੀ ਦਾਤ ਹੈ। ਗੁਰਸਿੱਖੀ ਵਿੱਚ ਹੀ ਸਾਰੇ ਹੀ ਗੁਣ ਹਨ, ਸਾਰੀਆਂ ਖੁਸ਼ੀਆਂ ਤੇ ਖੇੜੇ ਹਨ। ਚਾਰ ਪਦਾਰਥ ਗੁਰਸਿੱਖੀ ਦੇ ਵਿੱਚ ਹੀ ਹਨ। ਮਹਾਰਾਜ ਨੂੰ ਦੇਖੋ, ਜੇ ਅਗਰ ਮਾਇਆ ਵੀ ਕਿਸੇ ਨੇ ਦਿੱਤੀ, ਮਹਾਰਾਜ ਨੇ ਕਿਤੇ ਇੱਕ ਵੀ ਮਾਇਆ ਕਬੂਲ ਨਹੀਂ ਕੀਤੀ, ਕਿਉਂਕਿ ਮਾਇਆ ਦਾ ਵੈਲਿਊ ਕੋਈ ਨਹੀਂ ਹੈਗਾ। ਮਾਇਆ ਕੀ ਚੀਜ਼ ਹੈ? ਇਹ ਭਰਮਾਉਣ ਵਾਲੀ ਹੈ। ਜੋ ਸੱਚਾ ਜਿਹੜਾ ਹੈ ਪਦਾਰਥ ਉਹ ਧਰਮ ਹੈ, ਉਹ ਸਿੱਖੀ ਹੈ, ਪਰਮਾ ਭਗਤੀ ਹੈ ਜੋ ਸਤਿਗੁਰੂ ਜੀ ਦਿੰਦੇ ਹਨ। ਇਸ ਪ੍ਰਕਾਰ ਕਰਕੇ ਆਪਾਂ ਇਹ ਅਧਿਆਇ ਤੋਂ ਇਹੀ ਸਿੱਖਿਆ ਲੈਣੀ ਹੈ ਕਿ ਸਰਵੋਤਮ ਸਭ ਤੋਂ ਉੱਤਮ ਸੁਪਰੀਮ ਗੁਰਸਿੱਖੀ ਹੈ। ਗੁਰਸਿੱਖੀ ਤੋਂ ਉੱਤੇ ਕੁਝ ਨਹੀਂ ਹੈ। ਵਿਦਾ ਹੋਏ ਕੀਨੋ ਪ੍ਰਸਥਾਨਾ। ਭਗਤ ਭਾਉ ਜਿਨ ਜਗ ਪ੍ਰਗਟਾਨਾ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਦੇ ਗ੍ਰਾਮਨ ਹਾਰੂ ਦੇਸ ਪ੍ਰਸੰਗ ਵਰਣਨੰ ਨਾਮ 12ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।